ਭਗਤੀਆਂ ਖਬਰਾਂ ਦੇਖ ਰਹੇ ਸਾਰੇ ਦਰਸ਼ਕਾਂ ਨੂੰ ਮੇਰੇ ਹਰਪ੍ਰੀਤ ਵੱਲੋਂ ਪਿਆਰ ਭਰੀ ਸਤਿ ਸ੍ਰੀ ਅਕਾਲ। ਅੱਜ ਮੇਰਾ ਸਾਥ ਦੇ ਰਹੇ ਨੇ ਸਬਦੀਸ਼ ਜੀ ਮੋਹਾਲੀ ਤੋਂ, ਸੀਪੀ ਸਿੰਘ ਜੀ ਚੰਡੀਗੜ੍ਹ ਤੋਂ। ਸਬਦੀਸ਼ ਜੀ, ਸੀਪੀ ਸਿੰਘ ਜੀ, ਤੁਹਾਡੇ ਦੋਵਾਂ ਦਾ ਸ਼ੋਅ ਦੇ ਵਿੱਚ ਸਵਾਗਤ ਹੈ। ਗੱਲਬਾਤ ਸ਼ੁਰੂ ਕਰਾਂਗੇ ਪੰਜਾਬ ਤੋਂ। ਡਿਬੇਟ ਨੰਬਰ 1 ਚ ਪੰਜਾਬ ਦੀ ਪੋਲਿਟਿਕਸ ਤੇ ਪੰਜਾਬ ਤੋਂ ਰਿਲੇਟਡ ਕੁਝ ਮੁੱਦੇ ਡਿਸਕਸ ਕਰਾਂਗੇ। ਡਿਬੇਟ ਨੰਬਰ 2 ਵਿੱਚ ਰੁਖ ਕਰਾਂਗੇ ਇੰਡੀਆ ਦੀ ਰਾਜਨੀਤੀ ਦਾ ਤੇ ਇੰਡੀਆ ਦੇ ਵਿੱਚ, ਭਾਰਤ ਦੇ ਵਿੱਚ ਹੋਰ ਕੀ ਵਾਪਰ ਰਿਹਾ ਵਾ, ਹੋਰ ਕਿਹੜੇ ਪੱਖ ਦੇ ਮੁੱਦੇ ਨੇ, ਉਹ ਡਿਸਕਸ ਕਰਾਂਗੇ। ਸ਼ੁਰੂ ਕਰਦੇ ਹਾਂ ਜੀ ਰੀਪੋਲ ਤੋਂ। ਅਸੀਂ ਸਾਰੇ ਹੀ ਜਾਣਦੇ ਹਾਂ ਇਲੈਕਸ਼ਨ ਕਮਿਸ਼ਨ ਨੇ 48 ਬੂਥ ਵਿੱਚ ਰੀਪੋਲ ਕਰਨ ਦੀ ਗੱਲ ਕੀਤੀ ਸੀ, ਜੋ ਕਿ ਕੱਲ ਬੜੇ ਹੀ ਸ਼ਾਂਤੀਪੂਰਵਕ ਤਰੀਕੇ ਨਾਲ ਹੋ ਗਈ। ਲਗਭਗ ਜੇ ਮੈਂ ਗੱਲ ਕਰਾਂ ਹਰ ਬੂਥ ਤੇ ਪਿਛਲੀ ਵਾਰ ਤੋਂ ਜ਼ਿਆਦਾ ਵੋਟਾਂ ਪਈਆਂ ਨੇ, ਜਿਹੜੀ ਹੈਰਾਨੀ ਵੀ ਹੁੰਦੀ ਹੈ ਕਿਉਂਕਿ ਉਮੀਦ ਲਾਈ ਜਾ ਰਹੀ ਸੀ ਕਿਤੇ ਨਾ ਕਿਤੇ ਜੋ ਸਾਡੀ ਸਾਰਿਆਂ ਦੀ ਰਾਏ ਸੀ ਜਾਂ ਦੂਜੇ ਪੱਤਰਕਾਰ ਜਗਤ ਚ ਰਾਏ ਸੀ ਕਿ ਇੱਕ ਵੋਟਰਸ ਨੂੰ ਮੋਟੀਵੇਟ ਕਰਨਾ ਕਾਫੀ ਔਖਾ ਹੋਊਗਾ। ਇੱਕ ਵਾਰ ਫਿਰ ਤੋਂ ਵੋਟਰ ਸ਼ਾਇਦ ਘਰੋਂ ਨਿਕਲ ਕੇ ਵੋਟਾਂ ਨਾ ਪਾਉਣ, ਪਰ ਦੇਖਣ ਚ ਜੋ ਆਇਆ ਉਹ ਬਿਲਕੁਲ ਉਲਟਾ ਆਇਆ। ਵੋਟਰਸ ਨੇ ਭਾਰੀ ਮਾਤਰਾ ਵਿੱਚ ਹਿੱਸਾ ਲਿਆ, ਐਕਸੈਪਟ ਮਜੀਠਾ ਹਲਕਾ ਛੱਡ ਕੇ ਸਾਰੇ ਕਿਤੇ ਵੋਟਰ ਨੇ ਦਾ ਟਰਨ ਆਊਟ ਵਿੱਚ ਥੋੜੀ ਬਹੁਤ ਇੰਕਰੀਜ਼ ਜ਼ਰੂਰ ਵੇਖਣ ਨੂੰ ਮਿਲੀ। ਜੇ ਮਜੀਠੇ ਦੀ ਗੱਲ ਕਰੀਏ, ਛੋਟੀ ਮੋਟੀ ਹਰਕਤਾਂ ਵੀ, ਛੋਟੀਆਂ ਮੋਟੀਆਂ ਆਰਗੂਮੈਂਟਸ ਕਾਂਗਰਸ ਅਤੇ ਸ਼੍ਰੋਮਣੀ ਅਕਾਲੀ ਦਲ ਦੇ ਵਰਕਰਾਂ ਵਿੱਚ ਜ਼ਰੂਰ ਦੇਖਣ ਨੂੰ ਮਿਲੇ, ਪਰ ਬਾਕੀ ਸਾਰੇ ਹੀ ਅਸੀਂ ਕਹਿ ਸਕਦੇ ਹਾਂ ਕਿ ਲਗਭਗ ਇਲੈਕਸ਼ਨ ਸ਼ਾਂਤੀਪੂਰਵਕ ਤਰੀਕੇ ਨਾਲ ਖਤਮ ਹੋ ਗਈ। ਸ਼ਾਇਦ ਹੁਣ ਅਸੀਂ ਕਹਿ ਸਕਦੇ ਹਾਂ ਕਿ ਪੰਜਾਬ ਦੀ ਇਲੈਕਸ਼ਨ ਖਤਮ ਹੋ ਗਈ ਹੈ। ਇੱਕ ਦੋ ਬੂਥਾਂ ਤੋਂ ਅੱਜ ਵੀ ਮਸ਼ੀਨਾਂ ਨਾਲ ਪ੍ਰੋਬਲਮ ਦੀ ਕੰਪਲੇਂਟ ਸਾਹਮਣੇ ਆਈ, ਬਟ ਸਿਰਫ ਅੱਧਾ ਘੰਟਾ ਡਿਲੇ ਹੋਈ, ਪਰ ਕਿਉਂਕਿ ਸਿਰਫ ਵੋਟਰਸ ਦੀ ਗਿਣਤੀ ਬਹੁਤ ਘੱਟ ਸੀ ਤੇ ਸ਼ਾਇਦ ਹੀ ਕਿ ਵੋਟਰ ਨੇ ਨਾਰਾਜ਼ਗੀ ਜਤਾਈ। ਸਾਡੀ ਟੀਮ ਨੇ ਗੱਲ ਵੀ ਕੀਤੀ ਸੀ ਕੁਝ ਵੋਟਰਸ ਨਾਲ ਤੇ ਮੋਸਟ ਆਫ ਦਾ ਵੋਟਰਸ ਆਰ ਹੈਪੀ ਵਿਦ ਦਾ ਅਰੇਂਜਮੈਂਟ ਐਂਡ ਜੇ ਅੱਧਾ ਘੰਟਾ ਡਿਲੇ ਹੋਈ ਆ ਕੋਆਪਰੇਟ ਕਰਨ ਨੂੰ ਵੀ ਤਿਆਰ ਸੀ। ਸਬਦੀਸ਼ ਜੀ, ਜੇ ਰੀਪੋਲ ਬਾਰੇ ਕੁਝ ਕਹਿਣਾ ਚਾਹੋ। ਜੀ ਬਿਲਕੁਲ ਕੋਈ ਤੁਸੀਂ ਕੀਤੀ ਹੈ, ਲਗਭਗ ਸਾਨੂੰ ਸ਼ੰਕਾ ਸੀ ਪਰ ਇਸ ਤੋਂ ਸਬਦੀਸ਼ ਜੀ, ਤੁਹਾਡੀ ਆਵਾਜ਼ ਆ ਰਿਹਾ, ਮੈਨੂੰ ਆਵਾਜ਼ ਬਿਲਕੁਲ ਨਹੀਂ ਸਮਝ ਆ ਰਹੀ। ਸਬਦੀਸ਼ ਜੀ ਦੇ ਆਡੀਓ ਚ ਇਸ਼ੂ ਆ ਰਿਹਾ, ਮੈਂ ਟੈਕਨੀਕਲ ਟੀਮ ਨੂੰ ਇੱਕ ਵਾਰ ਜ਼ਰੂਰ ਕਹੂੰਗਾ ਚੈੱਕ ਕਰ ਲੈਣ। ਸੀਪੀ ਸਿੰਘ ਜੀ ਜੀ ਰੀਪੋਲ ਹੋਇਆ ਕੱਲ 48 ਪੋਲਿੰਗ ਬੂਥ ਦੇ ਉੱਪਰ, ਲੇਕਿਨ ਇੱਕ ਚੀਜ਼ ਜਿਹੜੀ ਕਿ ਅਸੀਂ ਦੇਖਣ ਨੂੰ ਆ ਰਹੀ ਹੈ, ਹਾਲਾਂਕਿ ਚਾਹੇ ਸਲਾਈਟ ਰਾਈਜ਼ ਹੋਇਆ ਪੋਲਿੰਗ ਪਰਸੈਂਟੇਜ ਦੇ ਵਿੱਚ, ਬਟ ਫਿਰ ਵੀ ਇਹਦੇ ਵਿੱਚ ਥੋੜਾ ਜਿਹਾ ਰਾਈਜ਼ ਹੋਇਆ। ਔਰ ਕੱਲ ਪੋਲਿੰਗ ਉਹਨਾਂ ਪੋਲਿੰਗ ਦੇ ਉੱਪਰ ਸਵੇਰੇ ਹੀ ਰਸ਼ ਹੋਣਾ ਸ਼ੁਰੂ ਹੋ ਗਿਆ ਸੀ। ਈਵਨ ਕਿ 4 ਫਰਵਰੀ ਨੂੰ ਜਿਹੜਾ ਰਸ਼ ਸੀਗਾ ਉਹ ਦੁਪਹਿਰ ਤੋਂ ਬਾਅਦ ਸ਼ੁਰੂ ਹੋਇਆ। ਬਟ ਜਿਹੜੀ ਇਹ ਰੀਪੋਲਿੰਗ ਦੇ ਵਿੱਚ ਛੋਟੇ ਮੋਟੇ ਘਟਨਾਵਾਂ ਤੁਸੀਂ ਕਹਿ ਰਹੇ ਹੋ ਕਿ ਮਜੀਠੀਆ ਦੇ ਵਿੱਚ ਮੈਨੂੰ ਵੀ ਸੁਣਨ ਨੂੰ ਮਿਲੀਆਂ ਸੀਗੀਆਂ, ਉਹ ਹੋਈਆਂ, ਲੇਕਿਨ ਛੋਟੀ ਘਟਨਾਵਾਂ ਤੋਂ ਇਲਾਵਾ ਉੱਥੇ ਜਿਹੜੀ ਤੁਸੀਂ ਆਪਸ ਦੇ ਵਿੱਚ ਜਿਹੜੀ ਰੰਜਿਸ਼ ਦੇਖੀ ਗਈ, ਔਰ ਈਵਨ ਤੁਸੀਂ ਦੇਖੋ ਆਮ ਆਦਮੀ ਪਾਰਟੀ ਦੇ ਵਰਕਰਾਂ ਵੱਲੋਂ ਪੋਲਿੰਗ ਬੂਥ ਦੇ ਸਾਹਮਣੇ ਇੱਕ ਪ੍ਰੋਪਰ ਟੈਂਪਰੇਰੀ ਟਾਈਪ ਦਾ ਜਿਹੜਾ ਕਿ ਤੁਸੀਂ ਕਹ ਲਓ ਕਿ ਡਿਸਮੈਂਟਲ ਪ੍ਰੋਸੈਸ, ਉਹ ਉਸ ਤਰ੍ਹਾਂ ਦੀ ਹਟਸ ਵਗੈਰਾ ਕ੍ਰੀਏਟ ਕਰ ਦਿੱਤੀਆਂ ਹੋਈਆਂ ਔਰ ਉੱਥੇ ਉਹ ਬੈਠੇ ਨੇ ਔਰ ਉਹ ਵਾਚ ਕਰ ਰਹੇ ਨੇ ਪੋਲਿੰਗ ਬੂਥਾਂ ਨੂੰ। तो कितना कितने रीपोलिंग ਦੇ ਵਿੱਚ ਥੋੜੀ ਜਿਹੀ ਸਲਾਈਟ ਰਾਈਜ਼ ਜ਼ਰੂਰ ਆਇਆ, ਲੇਕਿਨ ਲੋਕਾਂ ਦੇ ਵਿੱਚ ਉਹੀ ਉਤਸ਼ਾਹ ਜਿਹੜਾ 4 ਫਰਵਰੀ ਨੂੰ ਸੀਗਾ। ਦੇਖੋ ਹੁਣ ਰਿਜ਼ਲਟ ਕੀ ਨਿਕਲਦਾ, ਪਰ ਜੇ ਤੁਸੀਂ ਪਾਰਟੀ ਵਾਈਜ਼ ਪੋਲਿੰਗ ਦੀ ਗੱਲ ਕਰੋ ਜਾਂ ਪਾਰਟੀ ਵਾਈਜ਼ ਉਤਸ਼ਾਹ ਦੀ ਗੱਲ ਕਰੋ ਤਾਂ ਬਰਾਬਰ ਦਾ ਹੀ ਸੀਗਾ ਜੋ 4 ਫਰਵਰੀ ਨੂੰ ਦੇਖਣ ਨੂੰ ਮਿਲਦਾ ਸੀਗਾ। ਮਜੀਠੇ ਦੇ ਵਿੱਚ ਥੋੜਾ ਜਿਹਾ ਫਾਲ ਆਇਆ ਵੋਟਿੰਗ ਪਰਸੈਂਟੇਜ ਦੇ ਵਿੱਚ, ਹਾਲਾਂਕਿ ਕੁਝ ਪੁਆਇੰਟ ਸਮਥਿੰਗ ਪਰਸੈਂਟੇਜ ਦਾ ਫਾਲ ਹੈ, ਪਰ ਬਹੁਤ ਜ਼ਿਆਦਾ ਨਹੀਂ ਹੁੰਦਾ। ਲੇਕਿਨ ਫਿਰ ਵੀ ਜਿਹੜੀ ਰੀਪੋਲਿੰਗ ਹੋਈ ਉਹਦੇ ਵਿੱਚ ਕੋਈ ਮੇਜਰ ਏਦਾਂ ਦਾ ਕੁਝ ਨਹੀਂ ਹੋਇਆ ਜਿਹਦੇ ਨਾਲ ਅਸੀਂ ਕਹਿ ਸਕੀਏ ਕਿ ਇਹ ਪੋਲ ਜਿਹੜੀ ਹੈ 4 ਫਰਵਰੀ ਤੋਂ ਕੋਈ ਵੱਖ ਸੀਗੀ, ਪਰ ਕਿਤੇ ਨਾ ਕਿਤੇ ਲੋਕਾਂ ਦੇ ਵਿੱਚ ਸੇਮ ਉਤਸ਼ਾਹ ਜਿਹੜਾ ਉਹ ਦੇਖਣ ਨੂੰ ਮਿਲ ਰਿਹਾ ਸੀਗਾ। ਥੋੜੀ ਜੀ ਸਬਦੀ ਸੀਪੀ ਸਿੰਘ ਜੀ, ਹੈਰਾਨੀ ਵੀ ਹੁੰਦੀ ਹੈ ਕਿ ਰੀਪੋਲ ਥੋੜੇ ਦਿਨ ਪਹਿਲਾਂ ਹੋਈ ਸੀ, ਫਿਰ ਵੀ ਵੋਟਰਸ ਨੇ ਬੜੇ ਉਤਸ਼ਾਹ ਨਾਲ ਹਿੱਸਾ ਲਿਆ, ਵਿਚ ਇਜ਼ ਗੁੱਡ ਥਿੰਗ। ਜੇ ਪ੍ਰਸ਼ਾਸਨ ਦੀ ਗੱਲ ਕਰੀਏ, ਪ੍ਰਸ਼ਾਸਨ ਨੇ ਵੀ ਕਾਫੀ ਕੋਸ਼ਿਸ਼ ਕੀਤੀ ਸੀ ਕਿ ਵੋਟਰ ਨੂੰ ਜਾਗਰੂਕ ਕੀਤਾ ਜਾਵੇ ਤੇ ਫਿਰ ਤੋਂ ਵਾਪਸ ਵੋਟਿੰਗ ਮਸ਼ੀਨਾਂ ਤੱਕ ਲਿਆਉਣ ਦੀ ਪੂਰੀ ਕੋਸ਼ਿਸ਼ ਕੀਤੀ ਜਾਵੇ। ਜੇ ਵੇਖਿਆ ਜਾਵੇ ਤੇ ਸ਼ਾਇਦ ਹੀ ਹੁਣ ਕਿ ਪਾਰਟੀ ਨੂੰ ਇਲੈਕਸ਼ਨ ਕਮਿਸ਼ਨ ਤੋਂ ਕੋਈ ਕੰਪਲੇਂਟ ਹੋਊਗੀ। ਕੁੱਲ ਮਿਲਾ ਕੇ ਇਹ ਸਾਰਾ ਰੀਪੋਲ ਕਰਾਉਣ ਦਾ ਕਿਤੇ ਨਾ ਕਿਤੇ ਜੋ ਇਲੈਕਸ਼ਨ ਕਮਿਸ਼ਨ ਦਾ ਇੱਕ ਫੈਸਲਾ ਸੀ, ਭਾਵੇਂ ਇਹਨੂੰ ਸਾਰੇ ਇਹਦੇ ਨਾਲ ਖੁਸ਼ ਨਹੀਂ ਸੀ ਜਾਂ ਸਵੀਕਾਰ ਨਾ ਕਰਨ, ਸ਼ਾਇਦ ਪੱਤਰਕਾਰ ਜਗਤ ਵਿੱਚ ਵੀ ਕਾਫੀ ਲੋਕ ਇਹ ਤੋਂ ਖੁਸ਼ ਨਾ ਹੋਣ, ਪਰ ਜੋ ਇਲੈਕਸ਼ਨ ਕਮਿਸ਼ਨ ਦਾ ਕਾਰਨ ਸੀ ਕਿ ਜੇ ਕਿ ਕੈਂਡੀਡੇਟ ਦੀ 50 ਜਾਂ 100 ਵੋਟ ਨਾ ਹਾਰ ਹੁੰਦੀ ਆ ਤਾਂ ਕੋਰਟ ਦਾ ਸਹਾਰਾ ਜ਼ਰੂਰ ਲੈਣਗੇ। ਉਹ ਸਾਰੀਆਂ
ਆਬਸਟੀਕਲ ਨੂੰ ਉਹ ਸਾਰੀਆਂ ਦਿੱਕਤਾਂ ਨੂੰ ਪਹਿਲਾਂ ਹੀ ਇਲੈਕਸ਼ਨ ਕਮਿਸ਼ਨ ਚਾਹੁੰਦਾ ਸੀ ਅਸੀਂ ਹੈਂਡਲ ਕਰ ਲਈਏ। ਉਹ ਸਭ ਨੂੰ ਧਿਆਨ ਚ ਰੱਖ ਕੇ ਇਲੈਕਸ਼ਨ ਕਮਿਸ਼ਨ ਨੇ ਇਹ ਰੀਪੋਲ ਕਰਵਾਈ ਸੀ, ਜਿਹਦਾ ਕਿ ਸਾਨੂੰ ਸਵਾਗਤ ਕਰਨਾ ਚਾਹੀਦਾ ਵਾ ਤੇ ਉਮੀਦ ਕਰਨੀ ਚਾਹੀਦੀ ਆ ਕਿ ਇਲੈਕਸ਼ਨ ਕਮਿਸ਼ਨ ਏਦਾਂ ਹੀ ਨਿਰਪੱਖ ਤਰੀਕੇ ਨਾਲ ਇਲੈਕਸ਼ਨ ਕਰਾਵੇ। ਇੱਕ ਹੋਰ ਜੋ ਬੜੇ ਦਿਨਾਂ ਤੋਂ ਮੈਨੂੰ ਇੱਕ ਮਾਮਲਾ ਸੁਣਨ ਚ ਆ ਰਿਹਾ, ਕੱਲ ਵੀ ਮੇਰੇ ਨਾਲ ਕਿਹਦੀ ਗੱਲਬਾਤ ਹੋ ਰਹੀ ਸੀ, ਬਾਰ-ਬਾਰ ਇਹ ਕਿਹਾ ਜਾ ਰਿਹਾ ਸੀ ਕਿ ਜੇ ਮਸ਼ੀਨਾਂ 'ਚ ਧਾਂਦਲੀ ਨਾ ਹੋਈ। ਇੱਕ ਗੱਲ ਤੇ ਸ਼ਾਇਦ ਸਾਨੂੰ ਸਾਰਿਆਂ ਨੂੰ ਮੰਨ ਲੈਣੀ ਚਾਹੀਦੀ ਆ, ਮਸ਼ੀਨਾਂ 'ਚ ਜਾਂ ਕਾਊਂਟਿੰਗ 'ਚ ਕੋਈ ਧਾਂਦਲੀ ਨਹੀਂ ਹੋਊਗੀ। ਜਿਹੜੇ ਮੇਰੇ ਵੀਰ ਜਾਂ ਭੈਣਾਂ ਇਹ ਇਲਜ਼ਾਮ ਲਾਉਂਦੀਆਂ ਨੇ ਕਿ ਮਸ਼ੀਨਾਂ 'ਚ ਧਾਂਦਲੀ ਹੁੰਦੀ ਆ, ਪਹਿਲਾਂ ਥੋੜਾ ਜਿਹਾ ਇਸ ਟੈਕਨੋਲੋਜੀ ਨੂੰ ਅੰਡਰਸਟੈਂਡ ਜ਼ਰੂਰ ਕਰੋ। TCS ਨੇ ਇਹ ਸੌਫਟਵੇਅਰ ਡਿਵੈਲਪ ਕੀਤਾ ਹੋਇਆ ਵਾ, ਇਨਕ੍ਰਿਪਟਡ ਸੌਫਟਵੇਅਰ ਆ, ਲੌਗਸ ਹਰ ਜਗ੍ਹਾ, ਲੌਗਸ ਤੇ ਟਾਈਮ ਸਟੈਂਪ ਹਰ ਜਗ੍ਹਾ ਮਸ਼ੀਨ ਤੋਂ ਜਦੋਂ ਤੁਸੀਂ ਡੇਟਾ ਕੱਢਦੇ ਜੋ ਵੋਟ ਪਾਉਂਦੇ ਜੋ ਸਟੋਰ ਹੁੰਦਾ ਵਾ, ਇਹਨਾਂ ਸਭ ਚੀਜ਼ਾਂ ਦੇ ਚੱਲਦੇ ਹੋਏ ਐਵੇਂ ਹੀ ਜਾ ਕੇ ਕੋਈ ਮਸ਼ੀਨ ਨਾਲ ਟੈਂਪਰਿੰਗ ਨਹੀਂ ਕਰ ਸਕਦਾ। ਜੇ ਅੱਜ ਦੀ ਡੇਟ ਤੇ ਕੋਈ ਮਸ਼ੀਨ ਨੂੰ ਐਕਸੈਸ EVM ਇਲੈਕਟ੍ਰੋਨਿਕ ਵੋਟਿੰਗ ਮਸ਼ੀਨ ਨੂੰ ਕੋਈ ਐਕਸੈਸ ਵੀ ਕਰਦਾ ਵਾ, ਚੇਂਜ ਕਰਨ ਦੀ ਕੋਸ਼ਿਸ਼ ਕਰਦਾ ਵਾ, ਬਕਾਇਦਾ ਮਸ਼ੀਨ ਦੇ ਵਿੱਚ ਲੌਗ ਸੇਵ ਹੋਣਗੇ, ਟਾਈਮ ਸਟੈਂਪ ਸੇਵ ਹੋਊਗੀ, ਜਿਹਨੂੰ ਕਿ ਕਿਹੜੇ ਟਾਈਮ ਵੀ ਐਕਸੈਸ ਕੀਤਾ ਜਾ ਸਕਦਾ ਵਾ ਤੇ ਪਤਾ ਲੱਗ ਸਕਦਾ ਵਾ ਕਿ ਮਸ਼ੀਨ ਨਾਲ ਛੇੜਛਾੜ ਹੋਈ ਆ। ਸਿਰਫ ਇਹ ਕਹਿ ਦੇਣਾ ਕਿ ਜੇ ਕਿਤੇ ਹੁਣ ਮਸ਼ੀਨਾਂ ਨਾਲ ਛੇੜਛਾੜ ਨਹੀਂ ਹੋਈ ਫਿਰ ਸਾਡੀ ਪਾਰਟੀ ਜਿੱਤ ਜੂਗੀ, ਇਹ ਖਿਆਲ ਤੁਹਾਨੂੰ ਆਪਣੇ ਮਨ ਚੋਂ ਕੱਢ ਦੇਣਾ ਚਾਹੀਦਾ। ਇਹਦੇ ਨਾਲ ਹੀ ਮੈਂ ਇੱਕ ਟੌਪਿਕ ਹੋਰ, ਇੱਕ ਮੁੱਦਾ ਹੋਰ ਜ਼ਰੂਰ ਛੇੜਨਾ ਚਾਹੁੰਦਾ ਜੋ ਕਿ ਇਹ ਤੋਂ ਮਿਲਦਾ ਜੁਲਦਾ ਹੀ ਆ, ਕਿਉਂਕਿ ਆਮ ਆਦਮੀ ਪਾਰਟੀ ਦੁਆਰਾ ਪਿਛਲੇ ਕੁਝ ਦਿਨਾਂ ਤੋਂ ਬਾਰ-ਬਾਰ ਇਲਜ਼ਾਮ ਲਾਏ ਜਾ ਰਹੇ ਸੀ ਕਿ EVM ਮਸ਼ੀਨਾਂ ਦੀ ਜਿੱਥੇ ਰੱਖੀਆਂ ਹੋਈਆਂ ਨੇ ਸਟਰੋਂਗ ਰੂਮ, ਉਹ ਕਿਤੇ ਨਾ ਕਿਤੇ ਸੇਫ ਨਹੀਂ ਆ ਤੇ ਅਕਾਲੀ ਦਲ ਬਾਦਲ ਦੁਆਰਾ ਕੋਸ਼ਿਸ਼ ਕੀਤੀ ਜਾਊਗੀ, ਸ਼੍ਰੋਮਣੀ ਅਕਾਲੀ ਦਲ ਦੁਆਰਾ ਕੋਸ਼ਿਸ਼ ਕੀਤੀ ਜਾਊਗੀ ਕਿ ਇਦਾਂ ਟੈਂਪਰਿੰਗ ਕੀਤੀ ਜਾਵੇ ਜਾਂ ਆਪਣੇ ਅਫਸਰਾਂ ਨੂੰ ਅੰਦਰ ਭੇਜ ਕੇ ਚੇਂਜਸ ਕਰਾਈ ਜਾਣਗੀਆਂ। ਇਹਦੇ ਚੱਲਦੇ ਹੋਈ ਆਮ ਆਦਮੀ ਪਾਰਟੀ ਨੇ ਕੱਲ ਹਾਈ ਕੋਰਟ ਵਿੱਚ ਇੱਕ ਪਟੀਸ਼ਨ ਲਾਈ ਸੀ, ਜਿਹਦੀ ਕਿ ਪਟੀਸ਼ਨ ਨੂੰ ਸੁਣਦੇ ਹਾਈ ਕੋਰਟ ਦੇ ਜੱਜ ਨੇ ਇਲੈਕਸ਼ਨ ਕਮਿਸ਼ਨ ਨੂੰ ਨਿਰਦੇਸ਼ ਦਿੱਤੇ ਨੇ ਕਿ ਜੋ ਬਕਾਇਦਾ ਸਿਕਿਉਰਿਟੀ ਜਾਂ ਜੋ ਬਕਾਇਦਾ ਇੰਤਜ਼ਾਮ ਹੋਣੇ ਚਾਹੀਦੇ ਆ ਉਹ ਇਲੈਕਸ਼ਨ ਕਮਿਸ਼ਨ ਮੇਕ ਸ਼ੋਰ ਕਰੇ ਕਿ ਉਹ ਸਾਰੇ ਇੰਤਜ਼ਾਮ ਉਦਾਂ ਹੀ ਹੋਣ ਤੇ ਨਿਰਪੱਖ ਤਰੀਕੇ ਨਾਲ ਕਾਊਂਟਿੰਗ ਦਾ ਪ੍ਰੋਸੀਜਰ, ਜੋ ਸਟਰੋਂਗ ਰੂਮ ਦਾ ਪ੍ਰੋਸੀਜਰ ਆ, ਉਹ ਉੱਥੋਂ ਲੈ ਕੇ ਕਾਊਂਟਿੰਗ ਦਾ ਪ੍ਰੋਸੀਜਰ ਵੀ ਨਿਰਪੱਖ ਤਰੀਕੇ ਨਾਲ ਇਲੈਕਸ਼ਨ ਕਮਿਸ਼ਨ ਪੂਰਾ ਕਰਾਵੇ। ਪਰ ਨਾਲ ਹੀ ਜੱਜ ਸਾਹਿਬ ਨੇ ਆਮ ਆਦਮੀ ਪਾਰਟੀ ਨੂੰ ਫਟਕਾਰ ਲਾਉਂਦੇ ਹੋਏ ਇਹ ਵੀ ਜ਼ਰੂਰ ਪੁੱਛਿਆ ਕਿ ਤੁਸੀਂ ਦਿੱਲੀ 'ਚ ਵੀ ਜਿੱਤੇ ਜੋ, ਉੱਥੇ ਤੇ EVM 'ਚ ਕੋਈ ਧਾਂਦਲੀ ਨਹੀਂ ਹੋਈ, ਹੁਣ ਪੰਜਾਬ 'ਚ ਤੁਸੀਂ ਆ ਗਏ ਤੇ EVM ਧਾਂਦਲੀ ਦੇ ਇਲਜ਼ਾਮ, ਈਵਨ ਸਟਰੋਂਗ ਰੂਮ ਦੇ ਇਲਜ਼ਾਮ ਵੀ ਲਾਉਣ ਲੱਗ ਗਏ। ਨਾਲ ਹੀ ਹਾਈ ਕੋਰਟ ਦੇ ਜੱਜ ਨੇ ਇਹ ਤੱਕ ਕਹਿਤਾ ਕਿ ਜੇ ਤੁਸੀਂ ਜਿੱਤ ਗਏ ਫਿਰ ਤੁਸੀਂ ਕਹੋਗੇ ਕਿ ਸਾਰਾ ਜੋ ਪ੍ਰੋਸੈਸ ਸੀ ਫੇਅਰ ਹੋਇਆ ਵਾ, ਜੋ ਵੀ ਇਲੈਕਸ਼ਨ ਹੋਈ ਆ ਬਿਲਕੁਲ ਠੀਕ ਹੋਈ ਆ, ਪਰ ਜੇ ਤੁਸੀਂ ਹਾਰ ਗਏ ਤੇ ਤੁਸੀਂ ਕਿਤੇ ਨਾ ਕਿਤੇ ਉਹ ਜਿਹੜਾ ਬਹਾਨਾ ਵਾ ਉਹ ਹੁਣੇ ਹੀ ਤਿਆਰ ਕਰ ਲਿਆ। ਹਾਈ ਕੋਰਟ ਦੇ ਜੱਜ ਦੁਆਰਾ ਜਦੋਂ ਇਹ ਮੈਸੇਜ ਆਮ ਆਦਮੀ ਪਾਰਟੀ ਦੇ ਵਕੀਲਾਂ ਨੂੰ ਸੁਣਾਇਆ ਜਾ ਰਿਹਾ ਸੀ ਜਾਂ ਕੋਰਟ ਵਿੱਚ ਗੱਲ ਹੋ ਰਹੀ ਸੀ, ਕਿਤੇ ਨਾ ਕਿਤੇ ਜੋ ਗੱਲ ਅਸੀਂ ਪਿਛਲੇ ਕੁਝ ਦਿਨਾਂ ਤੋਂ ਕਹਿ ਰਹੇ ਸੀ ਉਹ ਗੱਲ ਅੱਜ ਹਾਈ ਕੋਰਟ ਦੇ ਵਿੱਚੋਂ ਜੱਜਾਂ ਨੇ ਵੀ ਇਹੀ ਗੱਲ ਆਮ ਆਦਮੀ ਪਾਰਟੀ ਨੂੰ ਸੁਣਾਇਆ ਦਿੱਤਾ ਹੈ ਕਿ ਸਿਰਫ ਬਿਨਾ ਕੇ ਸਬੂਤ ਦੇ, ਬਿਨਾ ਕੇ ਵਜ੍ਹਾ ਦੇ ਇਲੈਕਸ਼ਨ ਕਮਿਸ਼ਨ ਦੇ ਉੱਤੇ ਇਲਜ਼ਾਮਬਾਜ਼ੀ ਨਾ ਕਰਨ। ਸਾਡੀ ਟੀਮ ਨੇ ਅੱਜ ਸਪੈਸ਼ਲ ਗੱਲ ਵੀ ਕੀਤੀ ਸੀ CEO ਵੀਕੇ ਸਿੰਘ ਨਾਲ, ਇਲੈਕਸ਼ਨ ਕਮਿਸ਼ਨ ਦੇ ਜੋ ਆਫੀਸਰ ਨੇ, ਉਹਨਾਂ ਨੇ ਇਹੀ ਕਿਹਾ ਕਿ ਜੇ ਸਾਡੇ ਪ੍ਰੋਸੀਜਰ ਵਿੱਚ ਕੋਈ ਕਮੀ ਲੱਗਦੀ ਹੈ, ਜਿਹੜੀ ਮਰਜ਼ੀ ਪਾਰਟੀ ਨੂੰ ਲੱਗੇ, ਸਾਨੂੰ ਰਾਈਟ ਵੇ ਰਿਪੋਰਟ ਕੀਤੀ ਜਾਵੇ ਤਾਂ ਕਿ ਅਸੀਂ ਜੋ ਬਣਦੀ ਕਾਰਵਾਈ ਆ ਉਹ ਕਰ ਪਾਈਏ। ਸੀਪੀ ਸਿੰਘ ਜੀ ਇਹਦੇ ਬਾਰੇ ਵਾਕਿਆ ਹੀ ਜੋ ਉਹਨਾਂ ਨੇ ਕੋਰਟ ਨੇ ਕਿਹਾ ਨਾ ਉਹ ਬੜੀ ਢੁਕਵੀਂ ਗੱਲ ਆਖੀ ਹੈ, ਕਿਉਂਕਿ ਕਿਸੇ ਚੀਜ਼ ਦੇ ਉੱਤੇ ਰਿਐਕਟ ਕਰਨਾ ਤਾਂ ਠੀਕ ਹੁੰਦਾ, ਪਰ ਜਿਹੜਾ ਓਵਰ ਰਿਐਕਸ਼ਨ ਆ ਉਹ ਹਮੇਸ਼ਾ ਜਿਹੜਾ ਹੈਗਾ ਉਹ ਇੱਕ ਨਾਵਾਚਕ ਸੁਨੇਹਾ ਜਿਹੜਾ ਹੈਗਾ ਉਹ ਲੋਕਾਂ 'ਚ ਦੇਣਾ ਸ਼ੁਰੂ ਕਰ ਦਿੰਦਾ। ਤੇ ਇਹਨਾਂ ਦਾ ਓਵਰ ਰਿਐਕਸ਼ਨ ਜਿਹੜਾ ਆਮ ਆਦਮੀ ਪਾਰਟੀ ਦਾ ਸੀ, ਉਹ ਜਿਸ ਤਰ੍ਹਾਂ ਆਮ ਲੋਕਾਂ ਨੂੰ ਮਹਿਸੂਸ ਹੁੰਦਾ, ਜਿਸ ਤਰ੍ਹਾਂ ਆਪਾਂ ਨੂੰ ਮਹਿਸੂਸ ਹੋਇਆ ਸੀ, ਉਸੇ ਤਰ੍ਹਾਂ ਹੀ ਜੱਜ ਸਾਹਿਬ ਨੂੰ ਮਹਿਸੂਸ ਹੋਇਆ ਕਿ ਕਿਸੇ ਵੀ ਇੰਸਟੀਟਿਊਸ਼ਨ ਜਿਹੜਾ ਜ਼ਿੰਮੇਵਾਰ ਇੰਸਟੀਟਿਊਸ਼ਨ ਹੈ ਔਰ ਇਲੈਕਸ਼ਨ ਕਮਿਸ਼ਨ ਜਿਹੜਾ ਹੈਗਾ ਉਹ ਕਿਸੇ ਸਰਕਾਰ ਦੇ ਵੀ ਅੰਡਰ ਨਹੀਂ ਹੈਗਾ, ਉਹ ਕਨਸਟੀਟਿਊਸ਼ਨਲ ਅਥਾਰਟੀ ਹੈ। ਸੋ ਉਹਨੂੰ ਇੱਕਦਮ ਇੰਨੀ ਛੇਤੀ ਕੋਈ ਕਹੇ ਕਿ ਕੋਈ ਪ੍ਰਭਾਵਿਤ ਕਰਕੇ ਉਹਨਾਂ ਦੇ ਸਿਸਟਮ ਨੂੰ ਵਿਗਾੜ ਕੇ ਕੋਈ ਗਲਤ ਕੰਮ ਆਪਣੇ ਹੱਕ 'ਚ ਕਰਵਾ ਲਏਗਾ, ਇਹ ਇੱਕ ਅਣਜਾਣਪੁਣਾ ਜਾਂ ਇੱਕ ਬਚਗਾਨਾ ਓਵਰ ਰਿਐਕਸ਼ਨ ਹੀ ਹੋ ਸਕਦਾ ਹੈ। ਸੋ ਜਿਹਨੂੰ ਸਪਸ਼ਟ ਤੌਰ ਤੇ ਮੇਰਾ ਖਿਆਲ ਹੈ ਜੱਜ ਸਾਹਿਬ ਨੇ ਤਦੇ ਇਸ ਤਰ੍ਹਾਂ ਖੁੱਲੇ ਸ਼ਬਦਾਂ ਵਿੱਚ ਇਹ ਗੱਲ ਕਹੀ ਹੈ, ਨਹੀਂ ਕੋਰਟ ਰੂਮ ਦੇ ਵਿੱਚ ਕਿਸੇ ਜੱਜ ਵੱਲੋਂ ਇਸ ਤਰ੍ਹਾਂ ਦੀ
ਦੀ ਗੱਲ ਹੋਣਾ ਬਹੁਤਾ ਜਿਹੜਾ ਆਮ ਨਹੀਂ ਹੁੰਦਾ ਹੈਗਾ। ਸ਼ਾਇਦ ਆਮ ਆਦਮੀ ਪਾਰਟੀ ਲੋੜ ਤੋਂ ਵੱਧ ਰਿਐਕਟ ਕਰ ਰਹੀ ਹੈ ਤੇ ਹੋ ਸਕਦਾ ਜੱਜ ਸਾਹਿਬ ਦੀ ਇਸ ਐਡਵਾਈਸ ਤੋਂ ਕਹਿ ਲਓ ਜਾਂ ਇਸ ਰਿਮਾਰਕਸ ਤੋਂ ਬਾਅਦ ਉਹ ਕੁਝ ਉਹਨਾਂ ਦੀ ਸੋਚ ਦੇ ਵਿੱਚ ਚੰਗੇ ਵਾਲੇ ਪਾਸੇ ਨੂੰ ਫਰਕ ਆ ਜਾਏ। ਸਬਦੀਸ਼ ਜੀ ਸਾਡੇ ਨਾਲ ਵਾਪਸ ਜੁੜ ਚੁੱਕੇ। ਸਬਦੀਸ਼ ਜੀ ਕਰ ਸਕਾਂਗਾ। ਹਰਪ੍ਰੀਤ ਜੀ, ਮੈਂ ਸਮਝਦਾ ਕਿ ਇਹ ਰਿਐਕਸ਼ਨ ਜਾਂ ਓਵਰ ਰਿਐਕਸ਼ਨ ਨਹੀਂ ਹੈ, ਆਮ ਆਦਮੀ ਪਾਰਟੀ ਦੀ ਰਣਨੀਤੀ ਦਾ ਹਿੱਸਾ ਹੈ ਔਰ ਸ਼ਾਇਦ ਉਹਨਾਂ ਦੀ ਰਣਨੀਤੀ ਇਸ ਗੱਲ ਵੱਲ ਸਾਈਨ ਕਰ ਰਹੀ ਹੈ ਕਿ ਰਿਜ਼ਲਟ ਉਹਨਾਂ ਦੇ ਪੱਖ ਦੇ ਵਿੱਚ ਨਹੀਂ ਜਾ ਰਿਹਾ। ਮੈਂ ਵਾਪਸ ਪਹਿਲੇ ਸਵਾਲ ਦੇ ਉੱਤੇ ਉਹਨਾਂ ਜਿਹੜੇ ਪਹਿਲੇ ਸਵਾਲ ਤੇ ਸਾਊਂਡ ਦੀ ਖਰਾਬੀ ਕਾਰਨ ਮੇਰੀ ਗੱਲ ਵਿਚਾਲੇ ਰਹਿ ਗਈ ਸੀ। ਮੈਂ ਸਿਰਫ ਇੰਨੀ ਗੱਲ ਕਹਿਣੀ ਚਾਹੁੰਦਾ ਕਿ ਖਦਸ਼ਾ ਸਭ ਨੂੰ ਸੀ ਕਿ VOTING ਘੱਟ ਹੋਏਗੀ, ਪਰ VOTING ਜਿਸ ਤਰੀਕੇ ਦੇ ਨਾਲ ਪਹਿਲਾਂ ਨਾਲੋਂ ਵੀ ਕੁਝ ਸੀਟਾਂ ਉੱਤੇ ਜ਼ਿਆਦਾ ਹੋਈ, ਇੱਕ ਅੱਧ ਸੀਟ ਨੂੰ ਛੱਡ ਕੇ, ਉਹਦੇ ਤੋਂ ਇੱਕ ਗੱਲ ਜ਼ਾਹਰ ਹੋ ਜਾਂਦੀ ਹੈ ਕਿ ਮੁਕਾਬਲਾ ਬਹੁਤ ਜ਼ਿਆਦਾ ਨੈਕ ਟੂ ਨੈਕ ਫੀਲ ਕੀਤਾ ਜਾ ਰਿਹਾ ਸਾਰੀਆਂ ਸਿਆਸੀ ਪਾਰਟੀਆਂ ਵੱਲੋਂ। ਵੋਟਰਾਂ ਨੂੰ ਹਿੰਮਤ ਕਰਕੇ ਉਹਨਾਂ ਨੇ ਬੂਥ ਤੱਕ ਪਹੁੰਚਾਉਣ ਦੇ ਲਈ ਪੂਰੇ ਯਤਨ ਕੀਤੇ ਨੇ। ਅਦਰਵਾਈਜ਼ ਅਸੀਂ ਕਹਿ ਸਕਦੇ ਹਾਂ ਕਿ ਵੋਟਰ ਆਪਣੀ ਸਵੈ ਇੱਛਾ ਨਾਲ 4 ਤਰੀਕ ਦੀ ਤਰ੍ਹਾਂ ਸ਼ਾਇਦ ਨਾ ਆ ਸਕਦਾ, ਪਰ ਜੇ ਯਤਨ ਦੇ ਬਾਵਜੂਦ ਵੀ ਲੋਕ ਇਸ ਤਰੀਕੇ ਦੇ ਨਾਲ ਆਏ ਆ ਤਾਂ ਸਾਨੂੰ ਇਹ ਮੰਨ ਲੈਣਾ ਚਾਹੀਦਾ ਕਿ ਪੰਜਾਬ ਦੇ ਲੋਕਾਂ ਦਾ ਘੱਟੋ ਘੱਟ ਡੈਮੋਕ੍ਰੇਸੀ ਦੇ ਵਿੱਚ ਵਿਸ਼ਵਾਸ ਜ਼ਰੂਰ ਬਣਿਆ ਹੋਇਆ। ਇਹ ਡੈਮੋਕ੍ਰੇਸੀ ਉਹਨਾਂ ਨੂੰ ਕਿਹੜੀ ਸਰਕਾਰ ਦਿੰਦੀ ਆ, ਉਹ ਸਰਕਾਰ ਬਿਹਤਰ ਸਰਕਾਰ ਹੋਏਗੀ ਕਿ ਨਿਕੰਮੀ ਸਰਕਾਰ ਹੋਏਗੀ, ਉਹ ਸਰਕਾਰ 10 ਸਾਲਾਂ ਦੇ ਕੁਸ਼ਾਸਨ ਨੂੰ ਖਤਮ ਕਰੇਗੀ ਕਿ ਨਵਾਂ ਤਜਰਬਾ ਕਰਨ ਦੀ ਕੋਸ਼ਿਸ਼ ਕਰੇਗੀ, ਜਾਂ ਵਾਪਸ ਉੱਤਰ ਕਾਟੋ ਮੈਂ ਚੜ੍ਹਾਂ ਵਾਲੀਆਂ ਪਾਰਟੀਆਂ ਦੇ ਵਿੱਚੋਂ ਕਾਂਗਰਸ ਦੀ ਵਾਪਸੀ ਕਰੇਗੀ। ਇਹ ਤਾਂ ਅਸੀਂ 11 ਤਰੀਕ ਨੂੰ ਦੇਖ ਸਕਾਂਗੇ, ਪਰ ਇੱਕ ਗੱਲ ਜ਼ਰੂਰ ਹੈ ਕਿ ਲੋਕਾਂ ਨੇ ਬਹੁਤ ਉਤਸ਼ਾਹ ਨਾਲ VOTING ਕੀਤੀ ਹੈ, ਪਹਿਲਾਂ 4 ਤਰੀਕ ਨੂੰ ਵੀ ਤੇ ਹੁਣ ਰੀਪੋਲਿੰਗ ਵੇਲੇ ਵੀ, ਔਰ ਲਾਸਟ ਵਾਲੀ ਦੇ ਵਿੱਚ ਸਿਆਸੀ ਪਾਰਟੀਆਂ ਦਾ ਕਾਫੀ ਦਖਲ ਰਿਹਾ ਹੋਏਗਾ। ਔਰ ਮੈਂ ਸਮਝਦਾ ਜੇ ਦਖਲ ਨਾਲ ਵੀ ਉਹ ਇੰਨੀ VOTING ਕਰਵਾਉਣ ਦੇ ਵਿੱਚ ਸਫਲ ਹੋਏ ਨੇ ਤਾਂ ਅਸੀਂ ਕਹਿ ਸਕਦੇ ਹਾਂ ਕਿ ਲੋਕਾਂ ਦਾ ਉਹਨਾਂ ਪਾਰਟੀਆਂ ਦੇ ਵਿੱਚ ਵਿਸ਼ਵਾਸ ਹਾਲੇ ਕਾਇਮ ਆ। ਅਸੀਂ ਘੱਟੋ ਘੱਟ ਇਸ ਗੱਲ ਨੂੰ ਜ਼ਰੂਰ ਫੀਲ ਕਰੀਏ, ਪੰਜਾਬ ਦੇ ਲੋਕਾਂ ਨੇ ਆਪਣੀ ਇੱਛਾ EVM ਮਸ਼ੀਨਾਂ ਦੇ ਵਿੱਚ ਬੰਦ ਕਰ ਦਿੱਤੀ ਹੈ, ਪਰ ਫਿਰ ਵੀ ਜੇ ਕਿਸੇ ਨੂੰ ਲੱਗਦਾ ਕਿ ਉਹ ਇੱਛਾ ਤਬਦੀਲ ਹੋ ਸਕਦੀ ਹੈ ਤਾਂ ਮੈਂ ਸਮਝਦਾ ਉਹ ਆਪਣੀ ਰਣਨੀਤੀ ਦੇ ਉੱਤੇ ਕੰਮ ਕਰ ਰਹੇ ਨੇ। ਉਹਨੂੰ ਮੈਂ ਫਿਰ ਕਹਾਂਗਾ ਉਹ ਰਿਐਕਸ਼ਨ ਜਾਂ ਓਵਰ ਰਿਐਕਸ਼ਨ ਨਹੀਂ, ਉਹ ਇੱਕ ਰਣਨੀਤੀ ਦਾ ਹਿੱਸਾ। ਰਣਨੀਤੀ ਸਾਈਨ ਦੇ ਰਹੀ ਹੈ ਕਿ ਆਮ ਆਦਮੀ ਪਾਰਟੀ ਦੇ ਅੰਦਰ ਜਿੱਤ ਨੂੰ ਲੈ ਕੇ ਕਾਫੀ ਵੱਡੇ ਸ਼ੰਕੇ ਪੈਦਾ ਹੋ ਗਏ ਨੇ। ਅਦਰਵਾਈਜ਼ ਜੋ ਉਂਝ ਅਸੀਂ ਦਾਅਵਾ ਕਰਦੇ ਜਿਸ ਤਰੀਕੇ ਦੇ ਨਾਲ ਸਿਆਸੀ ਲੋਕ ਉਹਦੇ ਤੋਂ ਇੱਕ ਗੱਲ ਨਿਕਲ ਅਸੀਂ ਤੇ ਨੇੜੇ ਤੇੜੇ ਦੇ ਦਾਅਵੇ ਕਰੀ ਜਾਂਦਾ, ਇੰਝ ਲੱਗਦਾ ਪੰਜਾਬ ਦੇ ਵਿੱਚ 117 ਸੀਟਾਂ ਨਹੀਂ ਬਲਕਿ 250 ਸੀਟਾਂ ਉੱਤੇ ਚੋਣ ਹੋਈ ਹੈ ਜਿਸ ਤਰੀਕੇ ਦੇ ਨਾਲ ਦਾਅਵੇ ਕੀਤੇ ਜਾ ਰਹੇ ਨੇ। ਬਾਕੀ ਕੋਈ ਗੱਲ ਨਹੀਂ, ਸਿਆਸੀ ਨੇਤਾਵਾਂ ਨੂੰ ਦਾਅਵੇ ਕਰਨ ਤੇ ਇੱਦਾਂ ਦੀਆਂ ਗੱਲਾਂ ਕਰਨ ਦਾ ਵੀ ਸ਼ਾਇਦ ਸਾਡੇ ਸੰਵਿਧਾਨ ਨੇ ਅਧਿਕਾਰ ਦੇ ਦਿੱਤਾ, ਪਰ ਲੋਕ ਇੰਨੇ ਬੱਚੇ ਨਹੀਂ ਗੇ ਕਿ ਉਹ ਅਧਿਕਾਰਾਂ ਦੀ ਦੁਰਵਰਤੋਂ ਨੂੰ ਫੀਲ ਨਾ ਕਰ ਸਕਣ। ਸੀਪੀ ਸਿੰਘ ਜੀ, ਤੁਸੀਂ ਜੇ ਕੁਝ ਐਡ ਕਰਨਾ ਚਾਹੋ, ਆਈ ਥਿੰਕ ਤੁਸੀਂ ਬੋਲਣ ਦੀ ਕੋਸ਼ਿਸ਼ ਕਰ ਰਹੇ ਸੀ। ਹਾਂਜੀ ਹਰਪ੍ਰੀਤ ਜੀ, ਦੇਖੋ ਮੈਂ ਗੱਲ ਕਰ ਰਿਹਾ ਸੀ ਕਿ ਅਸੀਂ ਆਪਣੀਆਂ ਮੋਸਟਲੀ ਸਾਰੀਆਂ ਡਿਬੇਟਸ ਦੇ ਵਿੱਚ ਇਸ ਚੀਜ਼ ਨੂੰ ਬਾਰ-ਬਾਰ ਕਹਿੰਦੇ ਰਹੇ ਹਾਂ ਕਿ ਜੋ ਇਲੈਕਸ਼ਨ ਕਮਿਸ਼ਨ ਪ੍ਰੋਸੈਸ ਅਡਾਪਟ ਕਰ ਰਿਹਾ ਹੈ ਜਾਂ ਜੋ ਉਹਨਾਂ ਨੇ ਸਟਰੋਂਗ ਰੂਮ ਦੇ ਵਿੱਚ ਸਿਕਿਉਰਿਟੀ ਕੀਤੀ ਹੈ, ਜੋ ਵੀ ਉਹਨਾਂ ਨੇ ਮਾਪਦੰਡ ਅਪਣਾਏ ਹੋਏ ਹੈ ਫੇਅਰ ਇਲੈਕਸ਼ਨ ਨੂੰ ਕੰਡਕਟ ਕਰਨ ਲਈ, ਉਸ ਤੇ ਸਾਨੂੰ ਫੇਥ ਰੱਖਣਾ ਚਾਹੀਦਾ ਹੈ। ਔਰ ਬਾਰ-ਬਾਰ ਅਸੀਂ ਇਹ ਚੀਜ਼ ਕਹੀ ਹੈ ਕਿ ਆਮ ਆਦਮੀ ਪਾਰਟੀ ਪਤਾ ਨਹੀਂ ਕਿਉਂ ਇਸ ਤਰ੍ਹਾਂ ਦੇ ਐਕਟ ਨੂੰ ਜਿਹੜੇ ਅੰਜਾਮ ਦੇ ਰਹੀ ਹੈ ਬਾਰ-ਬਾਰ, ਔਰ ਸ਼ਾਇਦ ਕੱਲ ਇਸੇ ਕਰਕੇ ਕੋਰਟ ਨੇ ਵੀ ਇਸ ਚੀਜ਼ ਨੂੰ ਜਿਹੜਾ ਕੰਡੈਮ ਕੀਤਾ ਔਰ ਕਿਹਾ ਕਿ ਇਹਨੂੰ ਫੇਅਰ ਹੋ ਕੇ ਚੱਲਣ ਦਿੱਤਾ ਜਾਵੇ। ਸੋ ਤੁਸੀਂ ਦੇਖੋ ਇਲੈਕਸ਼ਨ ਪ੍ਰੋਸੈਸ ਨੂੰ ਕਈ ਲੋਕ, ਜਿਵੇਂ ਤੁਸੀਂ ਦੱਸਿਆ, ਕਿ ਬੜੇ ਇਲਿਟਰੇਸੀ ਤਰੀਕੇ ਦੇ ਨਾਲ ਦੇਖਦੇ ਆ ਔਰ ਕਹਿੰਦੇ ਨੇ ਕਿ ਬਹੁਤ ਕੁਝ ਹੋ ਸਕਦਾ ਹੈ, ਮਸ਼ੀਨਾਂ ਦੇ ਵਿੱਚ ਕੀ ਕੁਝ ਹੁੰਦਾ ਹੈ ਉਹਨਾਂ ਨੂੰ ਸ਼ਾਇਦ ਨਹੀਂ ਪਤਾ। ਇਸ ਵਾਰ ਇਲੈਕਸ਼ਨ ਕਮਿਸ਼ਨ ਨੇ ਇੱਕ ਵੋਟਰ ਵੈਰੀਫਾਈਡ ਪੇਪਰ ਆਡਿਟ ਟ੍ਰੇਲ ਵੀ ਇੰਟਰੋਡਿਊਸ ਕੀਤਾ ਹੈ, ਜਿਹਦੇ ਵਿੱਚ ਜਦੋਂ ਵੀ ਤੁਸੀਂ ਵੋਟ ਕਾਸਟ ਕਰਦੇ ਹੋ ਤਾਂ ਇੱਕ ਪਰਚੀ ਨਿਕਲਦੀ ਹੈ, ਪਰਚੀ ਫੋਲਡ ਹੋ ਕੇ ਅੰਦਰ ਚਲੀ ਜਾਂਦੀ ਹੈ। ਸੋ ਕਿਤੇ ਨਾ ਕਿਤੇ ਇਸ ਪ੍ਰੋਸੈਸ ਨੂੰ ਹੋਰ ਫੇਅਰ ਬਣਾਉਣ ਦੇ ਤਰੀਕੇ ਜਿਹੜੇ ਆ ਇਲੈਕਸ਼ਨ ਕਮਿਸ਼ਨ ਅਡਾਪਟ ਕਰ ਰਿਹਾ ਹੈ। ਫਿਰ ਵੀ ਅਸੀਂ ਲੋਕ ਇਹ ਪਤਾ ਨਹੀਂ ਕਿਉਂ ਕਹਿੰਦੇ ਆ ਕਿ ਜੇ ਅਗਰ ਉਹਨਾਂ ਦੀ ਪਾਰਟੀ ਹਾਰ ਜਾਂਦੀ ਹੈ ਤਾਂ ਅਸੀਂ ਉਹ ਮਸ਼ੀਨਾਂ ਦੇ ਉੱਪਰ ਜਾਂ ਇਲੈਕਸ਼ਨ ਕਮਿਸ਼ਨ ਦੇ ਉੱਪਰ ਤੌਮਤਾਂ ਲਗਾਉਂਦੇ ਆ ਔਰ ਇਹ ਚੀਜ਼ ਕਹਿੰਦੇ ਆ ਕਿ ਉੱਥੇ ਧਾਂਦਲੀ ਹੋਈ ਹੈ। ਇਸ ਚੀਜ਼ ਨੂੰ ਸਮਝਣ ਦੀ ਲੋੜ ਹੈ। ਆਈ ਥਿੰਕ ਇਸ ਚੀਜ਼ ਦੀ ਲਿਟਰੇਸੀ ਹੋਣੀ ਵੀ ਬਹੁਤ ਜ਼ਰੂਰੀ ਹੈ। ਇਸ ਤਰ੍ਹਾਂ ਜੇ ਹੁੰਦਾ ਤਾਂ ਆਈ ਥਿੰਕ ਸਰਕਾਰਾਂ ਜਿਹੜੀਆਂ ਬਣਦੀਆਂ ਜਾਂ ਸਰਕਾਰਾਂ ਜਿਹੜੀਆਂ ਢਹਿੰਦੀਆਂ ਉਹ ਬਹੁਤ ਹੀ ਹੋਰ ਤਰੀਕੇ ਦੇ ਨਾਲ ਕੰਮ ਹੁੰਦਾ। ਸੋ ਇਸ ਚੀਜ਼ ਨੂੰ ਸਮਝਣ ਦੀ ਲੋੜ ਹੈ। ਇਲੈਕਸ਼ਨ ਕਮਿਸ਼ਨ ਦੇ ਉੱਪਰ ਫੇਥ ਕਰੋ ਕਿਉਂਕਿ ਹਰ ਇੱਕ ਚੀਜ਼ ਨੂੰ ਉਹ ਬੜੇ ਫੇਅਰ ਤਰੀਕੇ ਦੇ ਨਾਲ ਅਡਾਪਟ ਕਰ ਰਿਹਾ ਹੈ। ਔਰ ਮੈਨੂੰ ਨਹੀਂ ਪਤਾ ਕਿਸ ਸਟ੍ਰੈਟਜੀ ਦੇ ਨਾਲ ਆਮ ਆਦਮੀ ਪਾਰਟੀ ਜਿਹੜੀ ਹੈ ਉਹ ਇਸ ਚੀਜ਼ ਨੂੰ ਲੈ ਕੇ ਚੱਲ ਰਹੀ ਹੈ। ਸ਼ਾਇਦ ਉਹ ਇਸੇ ਕਰਕੇ ਆਪਣਾ ਇੱਕ ਬੈਕਅਪ ਤਿਆਰ ਕਰ ਰਹੀ ਹੈ ਕਿ ਕੱਲ ਨੂੰ ਅਗਰ ਇਹ
ਜਿਹੜਾ ਪੰਜਾਬ ਇਲੈਕਸ਼ਨ ਦਾ ਰਿਜ਼ਲਟ ਹੈ ਉਹਨਾਂ ਪ੍ਰਤੀ ਉਲਟ ਆਉਂਦਾ ਹੈ ਤਾਂ ਉਹਨਾਂ ਕੋਲ ਕੋਈ ਬੇਸ ਹੋਵੇ ਕਿ ਅਸੀਂ ਤਾਂ ਸ਼ੁਰੂ ਤੋਂ ਹੀ ਇਸ ਚੀਜ਼ ਨੂੰ ਕੰਡੈਮ ਕਰ ਰਹੇ ਸੀ। ਪਰ ਇਸ ਤਰ੍ਹਾਂ ਦੀ ਸਟ੍ਰੈਟਜੀ ਜੇ ਉਹ ਅਪਣਾ ਰਹੇ ਹੈ ਤਾਂ ਇਹ ਬਹੁਤ ਗਲਤ ਸਟ੍ਰੈਟਜੀ। ਇੱਕ ਮੁੱਦਾ ਮੈਂ ਹੋਰ ਜ਼ਰੂਰ ਵਿਚਾਰਨਾ ਚਾਹੂੰਗਾ, ਬੜਾ ਇੰਟਰਸਟਿੰਗ ਨਿਊਜ਼ ਹੈ ਤੇ ਮੈਨੂੰ ਜ਼ਰੂਰ ਲੱਗਿਆ ਕਿ ਸ਼ੇਅਰ ਕਰਨੀ ਚਾਹੀਦੀ ਹੈ। ਪ੍ਰਕਾਸ਼ ਸਿੰਘ ਬਾਦਲ, ਸਰਦਾਰ ਪ੍ਰਕਾਸ਼ ਸਿੰਘ ਬਾਦਲ ਦਾ ਥੋੜੇ ਦਿਨ ਪਹਿਲਾਂ ਮੋਗੇ ਵਿੱਚ ਜਨਮ ਦਿਨ ਮਨਾਇਆ ਗਿਆ। ਜਨਮ ਦਿਨ ਕੀ ਮਨਾਇਆ ਗਿਆ, ਐਕਚੁਅਲੀ SYL ਦੇ ਮੁੱਦੇ ਨੂੰ ਅਕਾਲੀ ਦਲ ਨੇ SYL ਦੇ ਮੁੱਦੇ ਤੇ ਵੋਟਾਂ ਇਕੱਠੀ ਕਰਨ ਦੀ ਕੋਸ਼ਿਸ਼ ਕੀਤੀ ਸੀ, ਜਦਕਿ ਸਾਡੀ ਜਿੰਨੇ ਵੀ ਅਸੀਂ ਓਪੀਨੀਅਨ ਪੋਲ ਵਿਖਾਏ ਆ, ਅਸੀਂ ਆਪਣੇ ਟੀਵੀ ਤੇ ਕਈ ਵਾਰੇ ਗੱਲਾਂ ਕੀਤੀਆਂ ਨੇ ਕਿ SYL ਦਾ ਮੁੱਦੇ ਤੇ ਐਤਕੀ ਵੋਟਾਂ ਨਹੀਂ ਪੈਣੀਆਂ, ਪਰ ਪਾਰਟੀਆਂ ਹਮੇਸ਼ਾ ਹੀ ਰਵਾਇਤੀ ਪਾਰਟੀਆਂ ਜੋ ਰਵਾਇਤੀ ਰਾਜਨੀਤੀ ਕਰਦੀਆਂ ਆ ਰਹੀਆਂ ਸੀ, ਕਿਤੇ ਨਾ ਕਿਤੇ ਆਪਣੀ ਜਿਹੜੀ ਆਦਤ ਲੱਗੀ ਆ ਉਹ ਛੱਡਣਾ ਇੰਨਾ ਆਸਾਨ ਨਹੀਂ ਹੁੰਦਾ। ਪਰ ਜਨਮ ਦਿਨ ਮਨਾਉਣਾ ਕੋਈ ਗਲਤ ਗੱਲ ਨਹੀਂ ਆ, ਚਾਹੇ ਪ੍ਰਕਾਸ਼ ਸਿੰਘ ਬਾਦਲ ਨੇ ਮਨਾਉਣਾ ਹੈ, ਚਾਹੇ ਮੈਂ ਮਨਾਉਣਾ ਹੈ, ਸਭ ਦਾ ਹੱਕ ਬਣਦਾ ਕਿ ਅਸੀਂ ਜਨਮ ਦਿਨ ਮਨਾ ਸਕਦੇ ਹਾਂ। ਪਰ ਸਵਾਲ ਉਦੋਂ ਉੱਠਦੇ ਆ ਕਿ ਜਦੋਂ ਜਨਮ ਦਿਨ ਮਨਾਉਣ ਦਾ ਜੋ ਐਕਸਪੈਂਸ ਆ ਉਹ ਪੰਜਾਬ ਦੇ ਲੋਕਾਂ ਉੱਤੇ ਪੈਣ ਡਿਆ ਵਾ। ਹਾਂਜੀ, ਮੈਂ ਗੱਲ ਕਰ ਰਿਹਾ 5 ਕਰੋੜ। ਕਿਤੇ ਨਾ ਕਿਤੇ ਪਾਣੀ ਬਚਾਓ ਪੰਜਾਬ ਬਚਾਓ ਜੋ ਇੱਕ ਮੁਹਿੰਮ ਚਲਾਈ ਗਈ ਸੀ, ਉਹਦੇ ਚੱਲਦੇ ਹੋਏ ਦਸੰਬਰ 8 ਨੂੰ ਮੋਗੇ ਹਲਕੇ ਵਿੱਚ ਅਕਾਲੀ ਦਲ ਨੇ ਇੱਕ ਰੈਲੀ ਦਾ ਇੰਤਜ਼ਾਮ ਕੀਤਾ ਸੀ, ਜਿੱਥੇ ਕਿ ਪ੍ਰਕਾਸ਼ ਸਿੰਘ ਬਾਦਲ ਦਾ ਜਨਮ ਦਿਨ ਵੀ ਸੀ ਤੇ ਉਹਦੇ ਉਸ ਦਿਨ ਹੀ ਇਹ ਰੈਲੀ ਦਾ ਇੰਤਜ਼ਾਮ ਕੀਤਾ ਸੀ। 5 ਕਰੋੜ ਦਾ ਖਰਚਾ ਉਦੋਂ ਪੰਜਾਬ ਗਵਰਨਮੈਂਟ ਨੇ ਪੰਜਾਬ ਦੇ ਲੋਕਾਂ ਦੇ ਸਿਰ ਤੇ ਪਾਇਆ ਤੇ ਸਿਰਫ ਕਿਤੇ ਨਾ ਕਿਤੇ ਆਪਣੇ ਪੋਲੀਟੀਕਲ ਫਾਇਦਾ ਲੈਣ ਵਾਸਤੇ। ਇਹ ਰੈਲੀ ਪੰਜਾਬ ਦੇ ਲੋਕਾਂ ਵਾਸਤੇ ਨਹੀਂ ਸੀ, ਇਹ ਰੈਲੀ ਕਿਉਂਕਿ ਇਲੈਕਸ਼ਨ ਆ ਰਹੀ ਸੀ ਉਹਨੂੰ ਧਿਆਨ ਚ ਰੱਖ ਕੇ ਆਰਗੇਨਾਈਜ਼ ਕੀਤੀ ਹੋਈ ਰੈਲੀ ਸੀ। ਹੈਰਾਨੀ ਉਦੋਂ ਵੀ ਹੁੰਦੀ ਹੈ ਜਦੋਂ ਇਹਦੇ ਮੈਂ ਡਿਟੇਲ ਚ ਜਾਂਦਾ ਵਾਂ ਤੇ ਜੋ ਸਿੰਗਰ ਬੁਲਾਏ ਗਏ ਉਹਨਾਂ ਨੂੰ ਵੀ ਪੈਸੇ ਦਿੱਤੇ। 5 ਕਰੋੜ ਲਗਭਗ ਪੰਜਾਬ ਗਵਰਨਮੈਂਟ ਨੇ ਮੋਗਾ ਐਡਮਿਨਿਸਟ੍ਰੇਸ਼ਨ ਨੂੰ ਟ੍ਰਾਂਸਫਰ ਕੀਤਾ ਸੀ, ਜਿਹਦੇ ਵਿੱਚੋਂ ਮੋਗਾ ਐਡਮਿਨਿਸਟ੍ਰੇਸ਼ਨ ਦਾ ਇੱਕ ਕਹਿਣਾ ਵਾ 4.97 ਕਰੋੜ ਲਗਭਗ 4.9 ਕਰੋੜ ਲਗਭਗ 5 ਕਰੋੜ ਦੇ ਕੋਲ ਤੁਸੀਂ ਕਹਿ ਸਕਦੇ ਹੋ ਕਿ ਉਹਨਾਂ ਵਿੱਚ ਖਰਚਾ ਆ ਗਿਆ ਵਾ ਤੇ ਡਿਟੇਲ ਅਸੀਂ ਪੰਜਾਬ ਗਵਰਨਮੈਂਟ ਨੂੰ ਭੇਜਤੀ ਆ। 2.5 ਕਰੋੜ ਟਰਾਂਸਪੋਰਟੇਸ਼ਨ ਵਾਸਤੇ ਖਰਚਾ ਆਇਆ ਵਾ, 79.46 ਲੱਖ ਸਟੇਜ ਤੇ ਬਾਕੀ ਇੰਤਜ਼ਾਮ ਕਰਨ ਤੇ ਖਰਚਾ ਆਇਆ ਵਾ। ਸਭ ਤੋਂ ਜੋ ਹੈਰਾਨੀ ਦੀ ਮੈਨੂੰ ਗੱਲ ਹੋਈ ਕਿ ਲਗਭਗ 5 ਲੱਖ ਰੁਪਇਆ ਪੰਜਾਬੀ ਸਿੰਗਰ ਬੁਲਾਉਣ ਨੂੰ ਜੋ ਸਿੰਗਰਾਂ ਦੇ ਅਖਾੜੇ ਲਾਏ ਗਏ ਸੀ ਉੱਤੇ ਖਰਚ ਕੀਤਾ ਗਿਆ ਵਾ। ਉਹਦੇ ਵਿੱਚੋਂ 2 ਲੱਖ KS ਮੱਖਣ ਨੂੰ ਵੀ ਦਿੱਤਾ ਗਿਆ ਵਾ, ਜੋ ਕਿ ਆਪ ਹੀ ਅਕਾਲੀ ਪਾਰਟੀ ਦੇ ਲੀਡਰ ਨੇ। ਕੁੱਲ ਮਿਲਾ ਕੇ ਕਹਿ ਸਕਦੇ ਆ ਕਿ ਸਰਕਾਰ ਦੇ ਪੈਸੇ ਸਰਕਾਰ ਦੇ ਬੰਦਿਆਂ ਕੋਈ ਜਾ ਰਹੇ ਨੇ, ਪਰ 5 ਕਰੋੜ ਦਾ ਜੋ ਇਹ ਪੰਜਾਬ ਦੇ ਲੋਕਾਂ ਤੇ ਖਰਚ ਪਾਇਆ ਗਿਆ ਵਾ ਕਿਤੇ ਨਾ ਕਿਤੇ ਨਜਾਇਜ਼ ਆ। ਤੇ ਸ਼ਾਇਦ ਏਦਾਂ ਦੇ ਰੂਲ ਬਣਾਉਣ ਦੀ ਜ਼ਰੂਰਤ ਆ ਕਿ ਇਹ ਖਰਚੇ ਇਹ ਜੋ ਵੀ ਪੋਲੀਟੀਕਲ ਪਾਰਟੀ ਸਰਕਾਰ ਦੇ ਜਾਂ ਗਵਰਨਮੈਂਟ ਪਬਲਿਕ ਦੇ ਪੈਸੇ ਇੰਤਜ਼ਾਮ ਕਰਦੀ ਹੈ ਜੋ ਪਬਲਿਕ ਦੇ ਹਿੱਤ ਵਾਸਤੇ ਨਹੀਂ ਆ, ਉਹ ਪੋਲੀਟੀਕਲ ਪਾਰਟੀ ਨੂੰ ਆਪ ਖਰਚ ਕਰਨੇ ਚਾਹੀਦੇ ਆ, ਨਾ ਕਿ ਲੋਕਾਂ ਉੱਤੇ ਅਨਨੈਸੈਸਰੀ ਜਾਂ ਨਜਾਇਜ਼ ਬੋਝ ਪਾਉਣਾ ਚਾਹੀਦਾ ਵਾ। ਬਿਲਕੁਲ ਹਰਪ੍ਰੀਤ ਜੀ, ਇਹ ਤੁਸੀਂ ਬਹੁਤ ਦਰੁਸਤ ਗੱਲ ਕੀਤੀ ਹੈ ਕਿ ਇਹੋ ਜਿਹਾ ਬਿਲਕੁਲ ਕਾਨੂੰਨ ਜਿਹੜਾ ਹੈਗਾ ਸਖਤੀ ਨਾਲ ਲਾਗੂ ਹੋਣਾ ਚਾਹੀਦਾ ਕਿ ਜਿਹੜੇ ਕੋਈ ਸਮਾਗਮ ਸਰਕਾਰ ਦੇ ਕਿਸੇ ਕੰਮ ਵਾਸਤੇ ਜਾਂ ਪਬਲਿਕ ਦੇ ਭਲੇ ਵਾਸਤੇ ਸਰਕਾਰ ਵੱਲੋਂ ਕਿਸੇ ਨੀਤੀਆਂ ਵਾਸਤੇ ਜਾਂ ਕੋਈ ਚੰਗੀ ਗੱਲ ਜਾਂ ਜਿਸ ਤਰ੍ਹਾਂ ਕਿ ਫੈਮਿਲੀ ਵੈਲਫੇਅਰ ਦੇ ਪ੍ਰੋਗਰਾਮ ਹੁੰਦੇ ਨੇ ਜਾਂ ਹੋਰ ਇਸ ਤਰ੍ਹਾਂ ਦੇ ਰਿਲੇਟਡ ਪ੍ਰੋਗਰਾਮ ਹੁੰਦੇ ਨੇ, ਉਹ ਜੇ ਸਰਕਾਰ ਕਰਦੀ ਹੈ ਤਾਂ ਸਰਕਾਰ ਹੀ ਖਜ਼ਾਨੇ ਤੇ ਬੋਝ ਪਵੇ। ਅਦਰਵਾਈਜ਼ ਜਿਹੜੀਆਂ ਪੋਲੀਟੀਕਲ ਰੈਲੀਜ਼ ਹੁੰਦੀਆਂ ਨੇ ਉਹ ਜਿਹੜਿਆਂ ਦੇ ਵਿੱਚ ਪੋਲੀਟੀਕਲ ਪਾਰਟੀ ਨੇ ਆਪਣੇ ਚੰਗੇ ਮਾੜੇ ਪੱਖ ਦੱਸਣੇ ਹੋਣ ਜਾਂ ਲੋਕਾਂ ਤੱਕ ਪਹੁੰਚਣ ਦੀ ਕੋਸ਼ਿਸ਼ ਕਰਨੀ ਹੋਵੇ, ਮੇਰੇ ਖਿਆਲ ਦੇ ਵਿੱਚ ਇਹੋ ਜਿਹੇ ਖਰਚ ਤਾਂ ਕੀ ਜਿਹੜਾ ਉੱਥੇ ਜੇ ਇਸ ਤਰ੍ਹਾਂ ਦੀ ਜਿਹੜੀ ਤੁਸੀਂ ਕਹਿ ਲਓ ਮਾਲ ਪ੍ਰੈਕਟਿਸ ਪੋਲੀਟੀਕਲ ਮਾਲ ਪ੍ਰੈਕਟਿਸ ਹੈ, ਇਹਨਾਂ ਨੂੰ ਰੋਕਣ ਵਾਸਤੇ ਉੱਥੇ ਦੀ ਸਿਕਿਉਰਿਟੀ ਦੇ ਖਰਚੇ ਵੀ, ਉੱਥੇ ਦੇ ਜਿਹੜੀ ਟਰਾਂਸਪੋਰਟੇਸ਼ਨ, ਇਸ ਤਰ੍ਹਾਂ ਦਾ ਕੋਈ ਵੀ ਰਿਲੇਟਡ ਜੇ ਕੋਈ ਉੱਥੇ ਤੁਸੀਂ ਉਹਨਾਂ ਨੂੰ ਕਿਸੇ ਵੀ ਜਿਹੜੀ ਪਬਲਿਕ ਅਮੈਨਿਟੀਜ਼ ਦੀ ਲੋੜ ਪੈਂਦੀ ਆ, ਪਾਣੀ ਦਾ ਪ੍ਰਬੰਧ ਕੋਈ ਉਹ ਉੱਥੇ ਦੇ ਮਹਿਕਮਾ PWD ਦਾ ਕਰਦਾ, ਹੋਰ ਕਰਦੇ ਨੇ, ਉਹਦੇ ਖਰਚੇ ਉਸ ਪਾਰਟੀ ਦੇ ਖਜ਼ਾਨੇ ਵਿੱਚ ਗਵਰਨਮੈਂਟ ਕੋਲ ਜਮ੍ਹਾਂ ਹੋਣੇ ਚਾਹੀਦੇ ਨੇ। ਪਰ ਉਹ ਜਦੋਂ ਤੱਕ ਇਸ ਤਰ੍ਹਾਂ ਨਹੀਂ ਹੁੰਦਾ, ਇੱਕ ਤਾਂ ਜਿਹੜੀ ਬਿਨਾਂ ਕੰਮ ਕੀਤੀਆਂ ਗੱਲਾਂ ਦੇ ਨਾਲ ਲੋਕਾਂ ਨੂੰ ਰੁਝਾਉਣ ਵਾਸਤੇ ਵੱਡੀਆਂ ਵੱਡੀਆਂ ਰੈਲੀਆਂ ਕੀਤੀਆਂ ਜਾਂਦੀਆਂ ਨੇ, ਉਹਨਾਂ ਨੂੰ ਨੱਥ ਪਏਗੀ।
ਔਰ ਜਦੋਂ ਲੋਕਾਂ ਦੇ ਕੋਲ ਏਡੀਆਂ ਰੈਲੀਆਂ ਕਰਕੇ ਸਰਕਾਰੀ ਖਰਚਿਆਂ ਤੇ ਸੌਖਾ ਨਹੀਂ ਰਹੇਗਾ ਤਾਂ ਇਹ ਜਿਹੜੇ ਨੇਤਾ ਨੇ ਔਰ ਉਸ ਵਕਤ ਦੇ ਹਾਕਮ ਜਮਾਤ ਹੁੰਦੀ ਹੈ, ਉਹਨੂੰ ਇਹ ਸੋਚਣਾ ਪਏਗਾ ਕਿ ਲੋਕਾਂ ਕੋਲ ਜਾਣ ਦਾ ਇਹਦੇ ਨਾਲੋਂ ਚੰਗਾ ਤਰੀਕਾ ਇਹ ਹੈ ਕਿ ਲੋਕਾਂ ਦੇ ਕੰਮ ਕੀਤੇ ਜਾਣ, ਲੋਕਾਂ ਦਾ ਜੀਵਨ ਪੱਧਰ ਸੁਧਾਰਨ ਦੀਆਂ ਗੱਲਾਂ ਕੀਤੀਆਂ ਜਾਵੇ ਤਾਂ ਕਿ ਜਿਹੜਾ ਹੈਗਾ ਬਿਨਾਂ ਆਖਿਆ ਬਿਨਾਂ ਰੈਲੀਆਂ ਕਰੀਆਂ ਪੋਜ਼ਿਟਿਵ ਸੁਨੇਹਾ ਲੋਕਾਂ ਕੋਲ ਜਾ ਸਕੇ। ਇਹ ਰੈਲੀਆਂ ਦਾ ਇੱਕ ਇਹ ਫਰਕ ਵੀ ਨੁਕਸਾਨ ਹੁੰਦਾ ਹੈ ਕਿ ਇਹ ਲੋਕੀ ਸਮਝਦੇ ਨੇ ਭਾਵੇਂ ਕੋਈ ਪਾਰਟੀ ਹੋਵੇ, ਰੈਲੀਆਂ ਕਰੋ, ਲੋਕਾਂ ਕੋਲ ਜਾਓ, ਲੱਛੇਦਾਰ ਗੱਲਾਂ ਸੁਣਾਓ, ਉਹਨਾਂ ਨੂੰ ਭਰਮਾ ਦਿਓ ਤੇ ਜੇ ਕੰਮ ਨਹੀਂ ਕੀਤਾ ਤਾਂ ਸ਼ਾਇਦ ਉਹਦੇ ਬਦਲੇ ਵਿੱਚ ਅਸੀਂ ਰੈਲੀਆਂ ਕਰਕੇ ਹੀ ਲੋਕਾਂ ਨੂੰ ਇਹਨੂੰ ਚਾਹੇ ਇਹ ਕਹਿ ਲਓ ਕਿ ਲੋਕਾਂ ਨੂੰ ਬੁੱਧੂ ਬਣਾ ਲਾਂਗੇ ਜਾਂ ਇਹ ਕਹਿ ਲਓ ਕਿ ਲੋਕਾਂ ਨੂੰ ਜਿਹੜੀਆਂ ਆਪਣੇ ਮਗਰ ਲਾ ਲਾਂਗੇ। ਪਰ ਇਸ ਤਰ੍ਹਾਂ ਜਿਹੜਾ ਰੁਝਾਨ ਹੈ ਇਹ ਬਿਲਕੁਲ ਸਪਸ਼ਟ ਤੌਰ ਤੇ ਜਿਵੇਂ ਪਹਿਲਾਂ ਹੁੰਦਾ ਸੀ ਕਿ ਖਰਚੇ ਦੇ ਉੱਤੇ ਕੋਈ ਪਾਬੰਦੀ ਨਹੀਂ ਸੀ ਹੁੰਦੀ, ਫਿਰ ਖਰਚੇ ਤੇ ਪਾਬੰਦੀ ਆਈ ਹੈ, ਫਿਰ ਪਾਰਟੀਆਂ ਦਾ ਹੁਣ ਜਿਹੜਾ ਹੈਗਾ ਉਹਦੇ ਜਿਵੇਂ ਚੰਦਾ ਲੈਣਾ ਉਹਦੇ ਵਿੱਚ ਚੇਂਜਸ ਆ ਰਹੀਆਂ ਨੇ ਕਿ ਤੁਹਾਡਾ ਚੰਦਾ ਜਿਹੜਾ ਹੈਗਾ ਉਹ ਟਰਾਂਸਪੇਰੈਂਸੀ ਹੋਣੀ ਚਾਹੀਦੀ ਆ। ਉਸ ਤਰ੍ਹਾਂ ਇਸ ਚੀਜ਼ ਦੇ ਉੱਤੇ ਵੀ ਇਸ ਨੁਕਤਾ ਨਿਗਾਹ ਤੋਂ ਜ਼ਰੂਰ ਕਾਨੂੰਨ ਬਣਨੇ ਚਾਹੀਦੇ ਨੇ, ਗਾਈਡੈਂਸ ਜਿਹੜੀਆਂ ਹੈਗੀਆਂ ਉਹ ਐਸਟੈਬਲਿਸ਼ ਹੋਣੀਆਂ ਚਾਹੀਦੀਆਂ ਨੇ ਔਰ ਕਨਸਟੀਟਿਊਸ਼ਨ ਅਥਾਰਟੀ ਦੇ ਅੰਡਰ ਇਹ ਚੀਜ਼ਾਂ ਵੀ ਆ ਜਾਣੀਆਂ ਚਾਹੀਦੀਆਂ ਕਿ ਇਹਦੀ ਸਮੀਖਿਆ ਹੋਏਗੀ ਕਿ ਇਹ ਪਾਈ ਜਿਹੜੀ ਹੈਗਾ ਸੀ ਤੇ ਵਾਕਿਆ ਹੀ ਇੱਕ ਗਵਰਨਮੈਂਟ ਆਧਾਰਿਤ ਕੋਈ ਰੈਲੀ ਪ੍ਰੋਗਰਾਮ ਜਾਂ ਕੁਝ ਸੀ ਜਾਂ ਇਹ ਕਿਸੇ ਪਾਰਟੀ ਨੇ ਆਪਣੇ ਆਪ ਨੂੰ ਪ੍ਰਮੋਟ ਕੀਤਾ। ਮੇਰਾ ਖਿਆਲ ਹੈ ਜਿਵੇਂ ਬਾਕੀ ਚੋਣ ਸੁਧਾਰਾਂ 'ਚ ਲੋੜ ਹੈ, ਇਹਦੀ ਵੀ ਬਹੁਤ ਵੱਡੀ ਲੋੜ ਹੈ ਜੀ। ਹਰਪ੍ਰੀਤ ਜੀ, ਇੱਕ ਚੀਜ਼ ਦੇਖਣ ਵਾਲੀ ਹੈ, ਮੈਂ ਬਿਲਕੁਲ ਐਗਰੀ ਹਾਂ ਅਜੀਤ ਜੀ ਦੇ ਨਾਲ ਕਿ ਇਦਾਂ ਦੇ ਕਾਨੂੰਨ ਬਣਨੇ ਚਾਹੀਦੇ ਆ, ਇਦਾਂ ਦੇ ਰੂਲਸ ਐਂਡ ਰੈਗੂਲੇਸ਼ਨ ਹੋਣੀਆਂ ਚਾਹੀਦੀਆਂ, ਪਰ ਤੁਸੀਂ ਦੇਖੋ ਜਦੋਂ ਇਹ ਇਵੈਂਟ ਹੋਣਾ ਸੀਗਾ ਤਾਂ ਬਹੁਤ ਵੱਡੇ ਹੋਰਡਿੰਗ ਆਲ ਓਵਰ ਪੰਜਾਬ ਦੇ ਵਿੱਚ ਲਗਾਏ ਗਏ ਸੀ ਔਰ ਉਹਨਾਂ ਹੋਰਡਿੰਗਸ ਦੇ ਵਿੱਚ ਸਾਫ਼ ਤੇ ਸਪਸ਼ਟ ਇਸ ਇਵੈਂਟ ਨੂੰ ਗਵਰਨਮੈਂਟ ਇਵੈਂਟ ਦਾ ਨਾਮ ਦੇ ਕੇ ਪਬਲਿਸਾਈਜ਼ ਕੀਤਾ ਜਾ ਰਿਹਾ ਸੀ, ਪਾਣੀ ਬਚਾਓ ਪੰਜਾਬ ਬਚਾਓ। ਇਸ ਟਾਈਟਲ ਦੇ ਅਧੀਨ ਉਸ ਰੈਲੀ ਨੂੰ ਮੋਗਾ ਜਿੱਥੇ ਹੋਈ ਸੀ ਉੱਥੇ ਇਸ ਚੀਜ਼ ਨੂੰ ਪਬਲਿਸਾਈਜ਼ ਕੀਤਾ ਗਿਆ ਸੀ ਔਰ ਕਿਤੇ ਵੀ ਇਹ ਨਹੀਂ ਦਿਖਾਇਆ ਗਿਆ ਸੀ ਕਿ ਉਦੋਂ ਬਾਦਲ ਸਾਹਿਬ ਦਾ ਬਰਥਡੇ ਹੈ ਔਰ ਇਸ ਕਰਕੇ ਉੱਥੇ ਜਿਹੜਾ ਇਕੱਠ ਹੋ ਰਿਹਾ। ਤਾਂ ਕਿਤੇ ਨਾ ਕਿਤੇ ਬਹੁਤ ਹੀ ਚਲਾਕੀ ਦੇ ਨਾਲ ਇਸ ਨੂੰ ਸਰਕਾਰੀ ਰੰਗਤ ਦੇ ਕੇ ਪੂਰੇ ਲੋਕਾਂ ਨੂੰ ਉੱਥੇ ਬੁਲਾਇਆ ਗਿਆ ਔਰ ਈਵਨ ਤੁਸੀਂ ਦੇਖੋ ਜਿਸ ਪੰਡਾਲ ਦੇ ਵਿੱਚ ਉਹ ਰੈਲੀ ਹੋ ਰਹੀ ਸੀ ਉੱਥੇ ਲੋਕਾਂ ਦਾ ਹਜੂਮ ਤਾਂ ਆਇਆ ਹੀ ਆਇਆ, ਲੇਕਿਨ ਅਕਾਲੀ ਦਲ ਦੇ ਜਿਹੜੇ ਸਾਰੇ ਮਿਨਿਸਟਰ ਸੀਗੇ, ਸਾਰੀ ਮਿਨਿਸਟਰੀ ਸੀ ਉੱਥੇ ਅਵੇਲੇਬਲ ਸੀਗੀ, ਉੱਥੇ ਪ੍ਰੈਜ਼ੈਂਟ ਸੀਗੀ ਔਰ ਜਿਹੜੇ ਵੀ ਮਿਨਿਸਟਰ ਨੇ ਜਿਹੜੇ ਵੀ ਨੇਤਾ ਨੇ ਉੱਥੇ ਸਟੇਜ ਤੋਂ ਬਿਆਨ ਦਿੱਤਾ, ਉੱਥੇ ਪਾਣੀ ਬਚਾਓ ਦੀ ਗੱਲ ਤਾਂ ਆਈ ਥਿੰਕ ਜੇ 100% ਦੇ ਵਿੱਚੋਂ ਸਿਰਫ 30% ਹੋਈ, ਬਾਕੀ ਗੱਲਾਂ ਤਾਂ ਅਕਾਲੀ ਦਲ ਦੀਆਂ ਬਾਕੀ ਪ੍ਰਾਪਤੀਆਂ ਔਰ ਅੱਗੇ ਆਉਣ ਵਾਲੇ ਚੋਣ ਇਲੈਕਸ਼ਨ ਦੇ ਜਿਹੜੀ ਸਟ੍ਰੈਟਜੀ ਸੀ ਉਹਦੇ ਉੱਪਰ ਡਿਸਕਸ਼ਨ ਹੋ ਰਹੀ ਸੀ। ਸੋ ਕਿਤੇ ਨਾ ਕਿਤੇ ਇਸ ਨੂੰ ਸਰਕਾਰੀ ਰੰਗਤ ਦੇ ਕੇ ਇੱਕ ਪਰਸਨਲ ਰੈਲੀ ਜਿਹੜੀ ਪਾਰਟੀ ਦੀ ਉਹ ਕੀਤੀ ਗਈ ਜਿਹੜੀ ਕਿ ਗਲਤ ਹੈ, ਲੇਕਿਨ ਮੈਂ ਤਾਂ ਇਹ ਕਹੂੰਗਾ ਕਿ ਬੜੀ ਸੁਚਾਰੂ ਕਹਿ ਲਓ ਜਾਂ ਬੜੀ ਚਲਾਕੀ ਦੇ ਤਰੀਕੇ ਨਾਲ ਇਸ ਨੂੰ ਅੰਜਾਮ ਦਿੱਤਾ ਗਿਆ, ਜਿਹੜਾ ਕਿ ਲੋਕਾਂ ਨੂੰ ਲੱਗਦਾ ਸੀ ਕਿ ਇੱਕ ਪੰਜਾਬ ਪਾਣੀ ਬਚਾਉਣ ਵਾਲੀ ਰੈਲੀ ਹੋਵੇ ਤੇ ਪੰਜਾਬ ਪਾਣੀ ਬਚਾਉਣ ਦੀਆਂ ਗੱਲਾਂ ਹੋਣਗੀਆਂ, ਲੇਕਿਨ ਪਾਣੀ ਬਚਾਉਣ ਦੀਆਂ ਗੱਲਾਂ ਕੋਈ ਨਹੀਂ ਹੋਈਆਂ, ਉੱਥੇ ਸਿਰਫ ਅਕਾਲੀ ਦਲ ਨੂੰ ਬਚਾਉਣ ਦੀਆਂ ਗੱਲਾਂ ਹੋ ਰਹੀਆਂ। ਥੋੜਾ ਜਿਹਾ ਮੈਂ ਇੱਕ ਮੁੱਦਾ ਹੋ ਰਿਹਾ ਜਿਹੜਾ ਮੈਂ ਜ਼ਰੂਰ ਟੱਚ ਕਰਨਾ ਚਾਹਾਂਗਾ। ਜੇ ਮੇਰੀ ਆਵਾਜ਼ ਆ ਰਹੀ ਹੈ ਤਾਂ ਮੈਂ ਇਹਦੇ ਤੇ ਜ਼ਰੂਰ ਕੁਝ ਕਹਿਣਾ ਚਾਹਾਂਗਾ ਜੀ। ਪਲੀਜ਼ ਗੋ ਹੈਡ ਸਬਦੀਸ਼ ਜੀ। ਹਰਪ੍ਰੀਤ ਜੀ, ਗੱਲ ਇਹ ਹੈ ਕਿ ਮੈਨੂੰ ਯਾਦ ਹੈ ਕਿ ਜਦੋਂ ਸ਼ਹੀਦ ਆਜ਼ਮ ਸਰਦਾਰ ਭਗਤ ਸਿੰਘ ਦਾ ਸ਼ਤਾਬਦੀ ਸਾਲ ਚੱਲ ਰਿਹਾ ਸੀ ਉਦੋਂ ਪੰਜਾਬ ਦੀ ਇੱਕ IAS ਅਫਸਰ ਸਵਰਨ ਸਿੰਘ ਹੋਇਆ ਕਰਦੇ ਸਨ। ਸਵਰਨ ਸਿੰਘ ਉਹਨਾਂ ਨੂੰ ਪੰਜਾਬ ਕਲਾ ਪ੍ਰੀਸ਼ਦ ਦਾ ਕਾਰਜਕਾਰੀ ਚੇਅਰਮੈਨ ਲਾ ਦਿੱਤਾ ਗਿਆ ਸੀ ਕਿਉਂਕਿ ਜਿਹੜੇ ਚੁਣੇ ਹੋਏ ਚੇਅਰਮੈਨ ਸੀ ਉਹਨਾਂ ਦੀ ਮਿਆਦ ਖਤਮ ਹੋ ਗਈ। ਕਮੇਟੀ ਖਤਮ ਹੋਣ ਤੋਂ ਬਾਅਦ ਇੱਕ ਤਰ੍ਹਾਂ ਨਾਲ ਸਰਕਾਰੀ ਪ੍ਰਬੰਧਾਂ ਹੇਠ ਪੰਜਾਬ ਆਰਟਸ ਕੌਂਸਲ ਨੂੰ ਕਰ ਦਿੱਤਾ ਗਿਆ ਤੇ ਉਹਨਾਂ ਨੇ 3 ਕਰੋੜ ਰੁਪਏ ਦਾ ਖਰਚਾ ਭਗਤ ਸਿੰਘ ਦੇ ਯਾਦਗਾਰ ਮਨਾਉਣ ਲਈ ਇੱਕ ਪ੍ਰੋਗਰਾਮ ਦੇ ਉੱਤੇ ਖਰਚ ਕਰ ਦਿੱਤਾ ਸੀ। ਉਸ ਤੋਂ ਬਾਅਦ ਉਹਨਾਂ ਦੇ ਉੱਤੇ ਕੇਸ ਵੀ ਚੱਲਿਆ ਕਿ ਉਹਨਾਂ ਨੇ ਖਰਚਾ ਲੋੜ ਤੋਂ ਜ਼ਿਆਦਾ ਦਿਖਾਇਆ। ਅੱਜ ਤੇ ਉਸ ਤੋਂ ਉਹ ਵਜ੍ਹਾ ਉਹਦੀ ਇਹ ਬਣੀ ਕਿਉਂਕਿ ਉਹਨਾਂ ਨੇ ਬਾਅਦ ਦੇ ਵਿੱਚ ਕਾਂਗਰਸ ਦੀ ਸੀਟ ਦੇ ਉੱਤੇ ਚੋਣ ਲੜ ਲਈ ਸੀ ਤੇ ਬਾਅਦ ਦੇ ਵਿੱਚ ਉਹਨਾਂ ਨੇ ਦੁਬਾਰਾ ਇਹ ਵੀ ਕਹਿ ਦਿੱਤਾ ਸੀ ਕਿ ਮੈਂ ਚੋਣ ਹਾਰ ਚੁੱਕਾ ਵਾਂ ਤੇ ਮੈਂ ਰੀਜੁਆਇਨ ਕਰਨਾ ਚਾਹੁੰਦਾ ਆਪਣੀ ਜੌਬ ਦੇ ਉੱਤੇ। ਉਸ ਸਿਚੁਏਸ਼ਨ ਦੇ ਵਿੱਚ ਉਹਨਾਂ ਦੇ ਉੱਤੇ ਕੇਸ ਚਲਾ ਦਿੱਤਾ ਗਿਆ ਇਸੇ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਵੱਲੋਂ। ਮੈਂ ਮੰਨ ਸਕਦਾ ਹਾਂ ਕਿ 2007 ਦੇ ਵਿੱਚ ਜਦੋਂ ਸ਼ਤਾਬਦੀ ਮਨਾਈ ਜਾ ਰਹੀ ਸੀ 16 ਦੇ ਵਿੱਚ ਖਰਚੇ ਬਹੁਤ ਵੱਧ ਸਕਦੇ ਨੇ, ਪਰ ਮੇਰਾ ਸਵਾਲ ਥੋੜਾ ਹੋਰ ਤਰੀਕੇ ਦੇ ਨਾਲ ਹੈ ਹੁਣ ਜਦੋਂ ਚੋਣਾਂ ਹੋਈਆਂ ਨੇ ਇਲੈਕਸ਼ਨ ਕਮਿਸ਼ਨ ਨੇ ਪੂਰੇ ਚੋਣ ਪ੍ਰੋਸੈਸ ਦੇ ਵਿੱਚ ਇੱਕ MLA ਨੂੰ 28 ਲੱਖ ਦੀ ਪੰਜਾਬ ਦੇ ਵਿੱਚ ਛੂਟ ਦਿੱਤੀ ਹੈ ਕਿ ਉਹ 28 ਲੱਖ ਤੱਕ ਖਰਚੇ ਕਰ ਸਕਦਾ।
ਪੰਜਾਬ ਦੀ ਇੱਕ ਸੀਟ, ਜਿਹੜੀ ਸੀਟ ਦੇ ਉੱਤੇ ਮੈਂ ਵੀ ਬੈਠਾ ਵਾਂ, ਮੋਹਾਲੀ ਦੀ ਸੀਟ ਬਾਰੇ ਖਰਚੇ ਦੇ ਕੁਝ ਅੰਕੜੇ ਆਏ ਨੇ ਤੇ ਉਹਨਾਂ ਵਿੱਚ ਕਿਹਾ ਗਿਆ ਹੈ ਕਿ ਪੰਜਾਬ ਕਾਂਗਰਸ ਦੇ ਚੋਣ ਲੜਨ ਵਾਲੇ ਬਲਬੀਰ ਸਿੰਘ ਸਿੱਧੂ ਨੇ ਸਭ ਤੋਂ ਵੱਧ ਖਰਚਾ ਕੀਤਾ ਤੇ ਉਹ ਖਰਚਾ ਕੁੱਲ ਮਿਲਾ ਕੇ ਪੂਰੀ ਚੋਣ ਮੁਹਿੰਮ ਦਾ 15 ਲੱਖ ਰੁਪਏ ਬਣਦਾ। ਦੂਜੇ ਨੰਬਰ ਦੇ ਉੱਤੇ ਅਕਾਲੀ ਦਲ ਹੈ ਜਿਹਦਾ ਖਰਚਾ 14 ਲੱਖ ਤੋਂ ਥੋੜਾ ਜਿਹਾ ਘੱਟ ਦੱਸਿਆ ਗਿਆ। ਹੈਰਾਨੀ ਦੀ ਗੱਲ ਇਹ ਹੈ ਕਿ ਜਦੋਂ ਪੂਰੇ ਚੋਣ ਪ੍ਰੋਸੈਸ ਦੇ ਵਿੱਚ ਤਾਂ 15 ਲੱਖ ਦਾ ਖਰਚਾ ਦਿਖਾਇਆ ਜਾ ਰਿਹਾ, 14 ਲੱਖ ਦਾ ਖਰਚਾ ਦਿਖਾਇਆ ਜਾ ਰਿਹਾ ਅਕਾਲੀ ਦਲ ਦੇ ਉਮੀਦਵਾਰ ਵੱਲੋਂ, ਪਰ ਇੱਕ ਰੈਲੀ ਦੇ ਉੱਤੇ ਟਰਾਂਸਪੋਰਟੇਸ਼ਨ ਦਾ 2.5 ਕਰੋੜ ਰੁਪਇਆ ਖਰਚਾ ਦਿਖਾਇਆ ਜਾ ਰਿਹਾ। ਜੇ 2.5 ਕਰੋੜ ਰੁਪਏ ਇੱਕ ਰੈਲੀ ਦੇ ਉੱਤੇ ਖਰਚ ਹੋ ਜਾਂਦੇ ਨੇ ਜਦੋਂ ਸਰਕਾਰ ਉਹ ਰੈਲੀ ਕਰਵਾਉਂਦੀ ਆ, ਤਾਂ ਕੀ ਜਦੋਂ ਪੋਲੀਟੀਕਲ ਪਾਰਟੀਆਂ ਰੈਲੀ ਕਰਾਉਂਦੀਆਂ ਨੇ ਚੋਣ ਪ੍ਰੋਸੈਸ ਦੇ ਦਰਮਿਆਨ ਕਿ ਉਸੇ ਰੇਸ਼ੋ ਦੇ ਨਾਲ ਉਹਨਾਂ ਦੇ ਖਰਚੇ ਬਿਲਕੁਲ ਨਹੀਂ ਹੁੰਦੇ? ਤੇ ਜੇ ਉਹ ਖਰਚੇ ਹੁੰਦੇ ਨੇ ਤੇ ਇੰਨੇ ਘੱਟ ਕਿਵੇਂ ਦਿਖਾ ਲਏ ਜਾਂਦੇ ਨੇ? ਤੇ ਜੇ ਸੱਚਮੁੱਚ ਚੋਣ ਪ੍ਰੋਸੈਸ ਦਰਮਿਆਨ ਦਿਖਾਏ ਗਏ ਖਰਚੇ ਜੈਨੂਅਨ ਨੇ, ਤਾਂ ਜਦੋਂ ਸਰਕਾਰ ਆਪਣਾ ਰੈਲੀ ਦਾ ਪ੍ਰਬੰਧ ਕਰਦੀ ਆ, ਉਹ ਵੀ ਸਰਦਾਰ ਪ੍ਰਕਾਸ਼ ਸਿੰਘ ਬਾਦਲ ਦੇ ਜਨਮ ਦਿਨ ਨੂੰ ਮਨਾਉਣ ਦੇ ਲਈ, ਤਾਂ ਉਦੋਂ ਇੰਨਾ ਖਰਚਾ ਰੈਲੀ ਦੇ ਉੱਤੇ ਕਿਵੇਂ ਆ ਜਾਂਦਾ? ਇਹ ਆਪਣੇ ਆਪ ਦੇ ਵਿੱਚ ਇੱਕ ਸਕੈਂਡਲ ਹੈ ਔਰ ਇਸ ਸਕੈਂਡਲ ਦੀ ਮੈਂ ਸਮਝਦਾ ਜੇ ਸਰਕਾਰ ਕੋਈ ਬਦਲ ਵੀ ਆ ਜਾਂਦੀ ਹੈ ਤੇ ਉਹਨੂੰ ਜ਼ਰੂਰ ਪੜਤਾਲ ਕਰਨੀ ਚਾਹੀਦੀ ਹੈ। ਬਾਕੀ ਤੁਸੀਂ ਇੱਕ ਗੱਲ ਬਾਰੇ ਮੈਂ ਬਹੁਤ ਐਗਰੀ ਨਹੀਂ ਕਰਦਾ ਕਿ ਪੰਜਾਬ ਦੇ ਵਿੱਚ ਪਾਣੀ ਦੇ ਸਵਾਲ ਨੂੰ ਨਹੀਂ ਉਠਾਇਆ ਜਾਣਾ ਚਾਹੀਦਾ। ਪੰਜਾਬ ਦੇ ਵਿੱਚ VOTING ਬੇਸ਼ੱਕ ਪਾਣੀ ਦੇ ਸਵਾਲ ਦੇ ਉੱਤੇ ਨਾ ਹੋਈ ਹੋਵੇ, ਪੰਜਾਬ ਸਰਕਾਰ ਦਾ ਵੀ ਫਰਜ਼ ਬਣਦਾ, ਪੰਜਾਬ ਦੀਆਂ ਸਿਆਸੀ ਪਾਰਟੀਆਂ ਦਾ ਵੀ ਫਰਜ਼ ਬਣਦਾ ਕਿ ਉਹ ਪੰਜਾਬ ਦੇ ਪਾਣੀ ਦੀ ਰਾਖੀ ਲਈ ਆਪਣੇ ਯਤਨ ਕਰਨ। ਪਰ ਪੰਜਾਬ ਦੇ ਪਾਣੀ ਦੀ ਰਾਖੀ ਲਈ 5 ਕਰੋੜ ਰੁਪਇਆ ਰੋੜ ਦਿੱਤਾ ਜਾਵੇ, ਇਹ ਬਿਲਕੁਲ ਜਸਟੀਫਾਈਡ ਨਹੀਂ ਹੈ। ਇਹ ਬਿਲਕੁਲ ਉਦਾਂ ਦੀ ਹੀ ਗੱਲ ਹੈ ਜਿਵੇਂ ਦਿੱਲੀ ਦੇ ਵਿੱਚ ਬਿਮਾਰੀ ਰੋਕਣ ਦੇ ਲਈ ਜਿੰਨਾ ਖਰਚਾ ਸਰਕਾਰ ਨੇ ਕੀਤਾ ਦਿੱਲੀ ਦੀ ਨੇ, ਉਸ ਤੋਂ ਕਈ ਗੁਣਾ ਖਰਚਾ ਇਸ਼ਤਿਹਾਰਾਂ ਦੇ ਉੱਤੇ ਕਰ ਦਿੱਤਾ ਗਿਆ। ਇਹ ਵੀ ਮੈਨੂੰ ਉਸੇ ਤਰ੍ਹਾਂ ਦੀ ਗੱਲ ਲੱਗਦੀ ਹੈ ਕਿ ਪਾਣੀ ਦਾ ਸਵਾਲ ਉਠਾਉਣ ਲਈ ਪੰਜਾਬ ਦਾ ਪਾਣੀ ਤਾਂ ਨਹੀਂ ਬਚਿਆ, ਪਰ 5 ਕਰੋੜ ਰੁਪਇਆ ਉਹਦੇ ਪਾਣੀ ਬਚਾਉਣ ਦੇ ਨਾਂ ਦੇ ਉੱਤੇ ਜਨਮ ਦਿਨ ਮਨਾਉਣ ਦੇ ਲਈ ਰੋੜ ਦਿੱਤਾ ਗਿਆ। ਇਹਦੀ ਜ਼ਰੂਰ ਪੜਤਾਲ ਹੋਣੀ ਚਾਹੀਦੀ ਜੇ ਕੋਈ ਬਦਲਵੀਂ ਸਰਕਾਰ ਆ ਜਾਂਦੀ, ਔਰ ਇਹਦੇ 'ਚ ਸਰਦਾਰ ਪ੍ਰਕਾਸ਼ ਸਿੰਘ ਬਾਦਲ ਨੂੰ ਵੀ ਜ਼ਰੂਰ ਕਟਹਿਰੇ 'ਚ ਖੜਾ ਕਰਨਾ ਚਾਹੀਦਾ ਕਿ ਉਹਨਾਂ ਨੇ ਆਪਣੇ ਜਨਮ ਦਿਨ ਦੇ ਨਾਂ ਦੇ ਉੱਤੇ ਇੰਨਾ ਖਰਚਾ ਹੋਣ ਦੀ ਆਗਿਆ ਕਿਵੇਂ ਦੇ ਦਿੱਤੀ। ਨਾਲੇ ਇੱਕ ਚੀਜ਼ ਮੈਂ ਹੋਰ, ਕਿਉਂਕਿ ਸੀਪੀ ਸਿੰਘ ਜੀ ਨੇ ਮੈਂਸ਼ਨ ਕੀਤਾ ਸੀ ਕਿ ਸਾਰੇ ਪੰਜਾਬ ਹੋਰਡਿੰਗ ਲਾਈ ਗਈ ਸੀ, ਪਰ ਇਹ 5 ਕਰੋੜ ਉਹ ਖਰਚਾ ਹੈ ਜੋ ਸਿਰਫ ਮੋਗਾ ਐਡਮਿਨਿਸਟ੍ਰੇਸ਼ਨ ਨੂੰ ਦਿੱਤਾ ਗਿਆ ਵਾ। ਜਿੱਦਾਂ ਕਿ ਮੈਂ ਤੁਹਾਡੇ ਨਾਲ ਡੇਟਾ ਸਾਂਝਾ ਕੀਤਾ ਸੀ ਕਿ KS ਮੱਖਣ ਜੋ ਕਿ ਅਕਾਲੀ ਦਲ ਦੇ ਹੀ ਲੀਡਰ ਨੇ, ਉਹਨਾਂ ਨੂੰ ਵੀ 2.5 ਲੱਖ ਦੀ ਪੇਮੈਂਟ ਕੀਤੀ ਗਈ। ਤੇ ਟਰਾਂਸਪੋਰਟੇਸ਼ਨ ਵਿੱਚ ਕਿੰਨੀ ਧਾਂਦਲੀ ਹੋਈ ਹੋਊਗੀ ਇਹ ਤਾਂ ਤੁਸੀਂ ਸਾਰੇ ਹੀ ਜਾਣਦੇ ਜੋ, ਜਾਂ ਤੁਹਾਨੂੰ ਅੰਦਾਜ਼ਾ ਤੁਸੀਂ ਲਾ ਸਕਦੇ ਜੋ। ਪਰ ਸ਼ਬਦੀਪ ਜੀ ਦਾ ਜੋ ਮੁੱਦਾ ਚੱਕਿਆ ਵਾ ਉਹ ਵੀ ਕਾਫੀ ਵਧੀਆ ਮੁੱਦਾ ਵਾ, ਕਿਉਂਕਿ ਜਾਂ ਤੇ ਧਾਂਦਲੀ ਇਸ ਰੈਲੀ ਵਿੱਚ ਹੋਈ ਆ ਤੇ ਜਾਂ ਫਿਰ ਧਾਂਦਲੀ ਜਿਹੜੇ ਇਲੈਕਸ਼ਨ ਕਮਿਸ਼ਨ ਨੂੰ ਖਰਚੇ ਜਾਂਦੇ ਨੇ ਉਹਦੇ ਵਿੱਚ ਹੋਈ ਆ। ਥੋੜੇ ਦਿਨ ਪਹਿਲਾਂ ਮੈਂ ਕੁਝ ਡੇਟਾ ਚੈੱਕ ਕਰ ਰਿਹਾ ਸੀ, ਅੱਡ-ਅੱਡ ਪੋਲੀਟੀਕਲ ਪਾਰਟੀ ਦੇ ਲੀਡਰਾਂ ਦੀਆਂ ਐਕਸਪੈਂਸ ਵਾਲੇ ਖਰਚੇ ਪੜ ਰਿਹਾ ਸੀ ਤੇ ਬੜੀ ਹੈਰਾਨੀ ਵੀ ਹੋਈ, ਕਿਉਂਕਿ ਜਦੋਂ ਇਲੈਕਸ਼ਨ ਹੋਈ ਠੰਡ ਦੇ ਦਿਨਾਂ 'ਚ ਕਾਫੀ ਹੋਈ ਆ, ਕਾਫੀ ਠੰਡ ਵੀ ਪੈ ਰਹੀ ਸੀ, ਧੁੰਦ ਵੀ ਪੈ ਰਹੀ ਸੀ, ਤੇ ਉਹ ਏਰੀਏ ਜਿੱਥੇ ਕਾਫੀ ਧੁੰਦ ਪੈ ਰਹੀ ਸੀ, ਕੁਝ ਪਾਰਟੀ ਦੇ ਲੀਡਰਾਂ ਨੇ ਚਾਹ ਦਾ ਖਰਚਾ 500 ਰੁਪਏ ਦਿਖਾਇਆ ਵਾ। ਦੂਜੇ ਪਾਸੇ ਕੁਝ ਪਾਰਟੀ ਦੇ ਲੀਡਰਾਂ ਨੇ ਚਾਹ ਦਾ ਖਰਚਾ 16,000 ਰਖਾਇਆ ਵਾ ਜਾਂ 26,000 ਵਿਖਾਇਆ ਵਾ। ਇੱਕ ਗੱਲ ਤੇ ਕਿਤੇ ਨਾ ਕਿਤੇ ਹੈਰਾਨੀ ਦੀ ਜ਼ਰੂਰ ਹੁੰਦੀ ਆ ਕਿ ਜਿਹੜੇ ਲੀਡਰਾਂ ਨੇ ਚਾਹ ਦਾ ਖਰਚਾ 500 ਦਾ ਵਿਖਾਇਆ ਵਾ, ਕਿਤੇ ਨਾ ਕਿਤੇ ਉਹਨਾਂ ਦੀ ਐਸ ਐਕਸਪੈਂਸ ਲਿਸਟ ਵਿੱਚ ਗੜਬੜ ਜ਼ਰੂਰ ਹੈਗੀ ਆ। ਇੱਕ ਮੁੱਦਾ ਇਹਦੇ ਨਾਲ ਰਲਦਾ ਮੈਂ ਜ਼ਰੂਰ ਛੇੜਨਾ ਚਾਹੂੰਗਾ। ਕੈਗ ਦੀ ਇੱਕ ਰਿਪੋਰਟ ਆਈ ਆ, ਕੈਗ ਨੇ ਤੁਸੀਂ ਕਹਿ ਸਕਦੇ ਜੋ ਕਿ ਪੰਜਾਬ ਗਵਰਨਮੈਂਟ ਕੋਲ ਪਿਛਲੇ 10 ਸਾਲ ਵਿੱਚ ਜੋ ਹੈਲੀਕਾਪਟਰ ਯੂਜ਼ ਕੀਤੇ ਨੇ ਉਹਦਾ ਖਰਚਾ ਮੰਗਿਆ ਵਾ। ਮੁੱਦਾ ਸਾਰਾ ਸ਼ੁਰੂ ਹੋਇਆ ਸੀ ਕਿਉਂਕਿ ਆਮ ਆਦਮੀ ਪਾਰਟੀ ਨੇ ਇੱਕ RTI ਲਾਈ ਸੀ, ਉਹਦੀ ਇਨਫੋਰਮੇਸ਼ਨ ਆਮ ਆਦਮੀ ਪਾਰਟੀ ਨੇ ਕੈਗ ਨੂੰ ਭੇਜੀ ਸੀ। ਉਹਦੇ ਬਿਹਾਫ ਤੇ ਐਕਟ ਕਰਦੇ ਹੋਏ ਕੈਗ ਨੇ ਪੰਜਾਬ ਸਰਕਾਰ ਨੂੰ ਇਹ ਸਵਾਲ ਪੁੱਛੇ ਨੇ, ਪਿਛਲੇ 10 ਸਾਲਾਂ ਵਿੱਚ ਜੋ ਹੈਲੀਕਾਪਟਰ ਦੇ ਖਰਚੇ ਨੇ, ਜੋ ਪੰਜਾਬ ਗਵਰਨਮੈਂਟ ਨੇ ਹੈਲੀਕਾਪਟਰ ਦੇ ਇਸਤੇਮਾਲ ਕੀਤੇ ਨੇ, ਉਹ 150 ਕਰੋੜ ਆ। ਪ੍ਰੋਬਲਮ ਇਹ ਨਹੀਂ ਹੈ ਕਿ ਪੰਜਾਬ ਗਵਰਨਮੈਂਟ ਦੇ ਪਿਛਲੇ 10 ਸਾਲ ਦੇ ਖਰਚੇ 150 ਕਰੋੜ ਆ। ਪ੍ਰੋਬਲਮ ਇਹ ਆ ਕਿ ਜਿਹੜੇ VIP ਜਾਂ VVIP ਵਾਸਤੇ ਹੈਲੀਕਾਪਟਰ ਯੂਜ਼ ਹੋਇਆ, ਕੀ ਉਹ ਪੰਜਾਬ ਦੇ ਲੋਕਾਂ ਦੇ ਹਿੱਤ ਵਾਸਤੇ ਹੋਇਆ ਜਾਂ ਫਿਰ ਪਰਸਨਲ ਟ੍ਰਿਪ ਇਹਨਾਂ ਹੈਲੀਕਾਪਟਰਸ ਨੂੰ ਸਰਕਾਰੀ ਖਾਤੇ ਵਿੱਚ ਇਸਤੇਮਾਲ ਕੀਤਾ ਗਿਆ ਵਾ। ਜੋ ਕੈਗ ਦੀ ਰਿਪੋਰਟ ਨੇ ਜਾਂ ਕੈਗ ਨੇ ਇਸ ਪੂਰੇ ਮਾਮਲੇ ਨੂੰ ਜਾਂਚ ਕੀਤੀ ਤੇ ਜੋ ਸਵਾਲ ਉਠਾਏ ਨੇ, ਉਹ ਸਵਾਲ ਕੁਝ ਪੰਜਾਬ ਗਵਰਨਮੈਂਟ ਤੇ ਉਠਾਏ ਗਏ ਨੇ ਕਿ ਕਾਫੀ ਟ੍ਰਿਪ ਨੇ
ਜੋ ਟ੍ਰਿਪ ਲੱਗਦੇ ਨਹੀਂ ਹਾਂ ਕਿ ਕਿਤੇ ਨਾ ਕਿਤੇ ਕੰਮਕਾਜ ਵਾਸਤੇ ਇਸਤੇਮਾਲ ਕੀਤੇ ਹੋਣ, ਕਿਉਂਕਿ ਜੋ ਰੀਜ਼ਨ ਫॉर ਦਾ ਟ੍ਰਿਪ ਭਰਿਆ ਜਾਣਾ ਚਾਹੀਦਾ ਹੈਲੀਕਾਪਟਰ ਇਸਤੇਮਾਲ ਕਰਨ ਵਾਸਤੇ ਉਹ ਨਹੀਂ ਪ੍ਰੋਵਾਈਡ ਕੀਤਾ ਗਿਆ। ਪਰ ਉਹ ਦੂਜੇ ਜੋ ਆਫੀਸ਼ੀਅਲ ਟ੍ਰਿਪ ਨੇ ਉਹਨਾਂ ਵਿੱਚ ਰੀਜ਼ਨ ਫॉर ਦਾ ਟ੍ਰਿਪ ਪ੍ਰੋਵਾਈਡ ਕੀਤਾ ਗਿਆ ਵਾ। ਫॉर एग्जांपल ਜੇ ਪ੍ਰਕਾਸ਼ ਸਿੰਘ ਬਾਦਲ ਦੀ ਕੋਈ ਜਲੰਧਰ ਮੀਟਿੰਗ ਆ ਤਾਂ ਹੈਲੀਕਾਪਟਰ ਦਾ ਇਸਤੇਮਾਲ ਕਰਦੇ ਨੇ ਚੰਡੀਗੜ੍ਹ ਤੋਂ ਜਲੰਧਰ ਜਾਣ ਵਾਸਤੇ, ਤਾਂ ਉੱਥੇ ਬਕਾਇਦਾ ਰੀਜ਼ਨ ਮੈਂਸ਼ਨ ਆ ਕਿ ਹੈਲੀਕਾਪਟਰ ਯੂਜ਼ ਹੋਇਆ ਵਾ ਫਲਾਣੀ ਮੀਟਿੰਗ ਵਾਸਤੇ। ਪਰ ਕਾਫੀ ਇਦਾਂ ਦੇ ਟ੍ਰਿਪ ਨੇ ਜੋ ਆਊਟ ਆਫ ਪੰਜਾਬ ਵੀ ਨੇ, ਕਈ ਫਾਰਮ ਹਾਊਸਾਂ ਤੇ ਜਾਣ ਦੇ ਟ੍ਰਿਪ ਵੀ ਨੇ ਜਿੱਥੇ ਕਿ ਰੀਜ਼ਨ ਪ੍ਰੋਵਾਈਡ ਨਹੀਂ ਕੀਤੇ ਗਏ। ਕਿਤੇ ਨਾ ਕਿਤੇ ਅਕਾਲੀ ਦਲ ਗਵਰਨਮੈਂਟ ਇਸ ਮਾਮਲੇ 'ਚ ਵੀ ਘੇਰੇ 'ਚ ਆਉਂਦੀ ਆ ਤੇ ਇਹਨਾਂ ਮੁੱਦਿਆਂ ਉੱਤੇ ਵੀ ਜ਼ਰੂਰ ਵਿਚਾਰ ਹੋਣਾ ਚਾਹੀਦਾ। ਖਾਸ ਕਰਕੇ ਹੈਲੀਕਾਪਟਰ ਵਾਲਾ ਮੁੱਦਾ ਮੈਂ ਤਾਂ ਚੱਕ ਰਿਹਾ ਕਿਉਂਕਿ ਇੱਕ ਪਾਸੇ ਆਮ ਆਦਮੀ ਪਾਰਟੀ ਜੋ ਕਿ ਦਾਅਵੇ ਕਰਦੀ ਸੀ ਸਿਕਿਉਰਿਟੀ ਨਹੀਂ ਲੈਣੀ, ਪੰਜਾਬ 'ਚ ਵੀ ਉਹਨਾਂ ਨੇ ਵਿਖਾਉਣ ਦੀ ਕੋਸ਼ਿਸ਼ ਕੀਤੀ ਕਿ ਅਸੀਂ ਸਿਕਿਉਰਿਟੀ ਨਹੀਂ ਲੈਂਦੇ ਜਦਕਿ ਹਕੀਕਤ ਕੁਝ ਹੋ ਰਿਹਾ। ਦੂਜੇ ਪਾਸੇ ਕਾਂਗਰਸ ਪਾਰਟੀ ਉਹ ਵੀ ਦਾਅਵੇ ਕਰਦੀ ਆ ਕਿ ਅਸੀਂ ਸਿਕਿਉਰਿਟੀ ਨਹੀਂ ਲੈਣੀ, ਈਵਨ ਕਿ ਕਾਂਗਰਸ ਪਾਰਟੀ ਨੇ ਵੀ ਕਹਿਤਾ ਕਿ ਅਸੀਂ ਹੈਲੀਕਾਪਟਰ ਭੇਜ ਦਾਂਗੇ। ਉਹ ਸਭ ਚੀਜ਼ਾਂ ਨੂੰ ਧਿਆਨ ਤੇ ਰੱਖ ਕੇ ਜੋ ਸਿਕਿਉਰਿਟੀ ਔਰ ਹੈਲੀਕਾਪਟਰ ਤੇ ਨਜਾਇਜ਼ ਖਰਚਾ ਹੁੰਦਾ ਵਾ, ਜੋ ਕਿ ਇਲੈਕਸ਼ਨ ਕਮਿਸ਼ਨ ਨੇ ਜਿੱਦਾਂ ਹੀ ਚੋਣ ਜਾਬਤਾ ਲੱਗਿਆ ਸੀ ਤਾਂ ਅਸੀਂ ਸਾਰੇ ਹੀ ਜਾਣਦੇ ਆ ਕਾਫੀ ਸਿਕਿਉਰਿਟੀ ਪਰਸਨ ਨੂੰ ਹਟਾ ਲਿਆ ਗਿਆ ਸੀ। ਲਗਭਗ ਮੈਨੂੰ ਡੇਟਾ ਚੇਤਾ ਨਹੀਂ ਹੈ ਪਰ ਆਈ ਥਿੰਕ ਇਟਸ ਇਨ ਥਾਊਜ਼ੈਂਡਸ, 5-6 ਹਜ਼ਾਰ ਦਾ ਡੇਟਾ ਹੋਣਾ, ਆਈ ਮਾਈਟ ਬੀ ਰੋਂਗ, ਮੈਨੂੰ ਡੇਟਾ ਚੇਤਾ ਨਹੀਂ ਹੈ। ਕਾਫੀ ਸਿਕਿਉਰਿਟੀ ਉਹ ਲੋਕ ਜਿਨ੍ਹਾਂ ਨੂੰ ਨਜਾਇਜ਼ ਸਿਕਿਉਰਿਟੀ ਦਿੱਤੀ ਹੋਈ ਸੀ ਉਹਨਾਂ ਨੂੰ ਹਟਾ ਲਿਆ ਗਿਆ ਸੀ। ਕੁੱਲ ਮਿਲਾ ਕੇ ਇਹ ਸਾਰਾ ਪੈਸਾ ਪੰਜਾਬ ਦੇ ਲੋਕਾਂ ਦਾ ਪੈਸਾ ਹੈ ਜਿਹਦਾ ਕਿ ਨਜਾਇਜ਼ ਇਸਤੇਮਾਲ ਹੋ ਰਿਹਾ ਵਾ। ਪ੍ਰਾਈਵੇਟ ਹੈਲੀਕਾਪਟਰਸ ਹਾਇਰ ਕੀਤੇ ਜਾ ਰਹੇ ਨੇ, ਐਕਸਪੈਂਸ ਕੀਤੇ ਜਾ ਰਹੇ ਨੇ ਤੇ ਇਹਨਾਂ ਸਭ ਚੀਜ਼ਾਂ ਤੇ ਠੱਲ ਪਾਉਣ ਦੀ ਲੋੜ ਆ। ਜੇ ਕਾਂਗਰਸ ਪਾਰਟੀ ਆਪਣੇ ਮੈਨੀਫੈਸਟੋ ਵਿੱਚ ਇਹ ਆਂਦੀ ਹੈ ਕਿ ਅਸੀਂ ਹੈਲੀਕਾਪਟਰ ਵੇਚ ਦਾਂਗੇ ਤੇ ਸ਼ਾਇਦ ਇਹਨਾਂ ਮੁੱਦਿਆਂ ਤੇ ਕਾਂਗਰਸ ਪਾਰਟੀ ਨੂੰ ਇਨਕੁਆਇਰੀ ਕਰਨ ਦੀ ਲੋੜ ਆ। ਦੂਜੇ ਪਾਸੇ ਕਿਉਂਕਿ ਆਮ ਆਦਮੀ ਪਾਰਟੀ ਦੀ ਆਰਟੀਆਈ ਸੀ ਤੇ ਜੇ ਆਮ ਆਦਮੀ ਪਾਰਟੀ ਦੀ ਸਰਕਾਰ ਬਣਦੀ ਉਹਨਾਂ ਨੂੰ ਵੀ ਇਹ ਸਾਰੇ ਮੁੱਦਿਆਂ ਤੇ ਜਾਂਚ ਕਰਨ ਦੀ ਲੋੜ ਆ। ਤੇ ਉਮੀਦ ਇਹੀ ਕਰਦੇ ਆ ਕਿ ਨਾ ਹੀ ਆਮ ਆਦਮੀ ਪਾਰਟੀ ਨਾ ਹੀ ਕਾਂਗਰਸ ਇਦਾਂ ਦੇ ਨਜਾਇਜ਼ ਖਰਚੇ ਕਰੂਗੀ, ਕਿਉਂਕਿ ਇੱਕ ਪਾਸੇ ਜਿਹੜੀ ਗਵਰਨਮੈਂਟ ਦਾ ਖਜ਼ਾਨਾ ਖਾਲੀ ਪਿਆ ਹੋਵੇ, ਆਈ ਡੋਂਟ ਥਿੰਕ ਕਿ ਉਹ ਗਵਰਨਮੈਂਟ ਇਦਾਂ ਦੇ ਖਰਚੇ ਅਫੋਰਡ ਕਰ ਸਕਦੀ ਆ। ਹਰਪ੍ਰੀਤ ਜੀ, ਉਮੀਦ ਕੀਤੀ ਜਾ ਸਕਦੀ ਹੈ ਬਟ ਵਿਸ਼ਵਾਸ ਨਹੀਂ ਕੀਤਾ ਜਾ ਸਕਦਾ। ਦੇਖੋ 10 ਸਾਲਾਂ ਦੇ ਪੂਰੇ ਟੈਨਿਓਰ ਦੇ ਵਿੱਚ ਸ਼੍ਰੋਮਣੀ ਅਕਾਲੀ ਦਲ ਔਰ ਬੀਜੇਪੀ ਗੱਠਜੋੜ ਨੇ 157 ਕਰੋੜ ਜਿਹੜਾ ਉਹ ਆਪਣੇ ਫੇਰੀਜ਼ ਦੇ ਉੱਪਰ ਖਰਚ ਕੀਤਾ ਹੈ। ਉਹਦੇ ਵਿੱਚ ਪ੍ਰਕਾਸ਼ ਸਿੰਘ ਬਾਦਲ ਹੋਣ ਜਾਂ ਉਹਨਾਂ ਦੇ ਮੰਤਰੀ ਹੋਣ, ਉਹਨਾਂ ਦੇ ਵਿੱਚ ਇਨਕਲੂਡ ਨੇ। ਔਰ ਈਵਨ ਤੁਸੀਂ ਦੇਖੋ ਇਸ 157 ਕਰੋੜ ਦੇ ਵਿੱਚ ਇੱਕ ਇਹਨਾਂ ਨੇ ਬੈਲ 429 에ਅਰਕ੍ਰਾਫਟ ਵੀ ਖਰੀਦਿਆ ਸੀ ਜਿਹਦਾ ਕਾਸਟ 38 ਕਰੋੜ ਦੇ ਲਗਭਗ ਹੈਗੀ ਹੈ। ਸੋ ਕਿਤੇ ਨਾ ਕਿਤੇ ਇਹ ਸਾਰਾ ਜਿਹੜਾ ਐਕਸਚੇਕਰ ਨੂੰ ਅਮਾਉਂਟ ਗਿਆ ਉਹ ਕਿਤੇ ਨਾ ਕਿਤੇ ਲੋਕਾਂ ਦਾ ਹੀ ਪੈਸਾ ਕਹਿ ਲਓ ਜਾਂ ਤੁਸੀਂ ਇਹ ਕਹਿ ਲਓ ਕਿ ਉਹਦੇ ਵਿੱਚ ਲੋਕਾਂ ਦੀ ਸ਼ਮੂਲੀਅਤ ਜਾਂ ਲੋਕਾਂ ਦੇ ਟੈਕਸ ਦੇ ਵਿੱਚੋਂ ਦਿੱਤਾ ਜਾਂਦਾ ਉਹ ਪੈਸਾ ਯੂਜ਼ ਹੁੰਦਾ ਹੈ। ਲੇਕਿਨ ਇਸ ਚੀਜ਼ ਨੂੰ ਬਿਲਕੁਲ ਰੋਕਣਾ ਚਾਹੀਦਾ ਹੈ। ਔਰ ਜਿਹੜੀ ਇਹ ਰਿਪੋਰਟ ਆਈ ਹੈ, ਰਿਪੋਰਟ ਦੇ ਵਿੱਚ ਸਾਫ਼ ਲਿਖਿਆ ਹੋਇਆ ਕਿ ਜਿਹੜੇ ਬਾਬਾਜ਼ ਹੈਗੇ ਨੇ ਜਾਂ ਜਿਹੜੇ ਸਾਧੂ ਸੰਤ ਵੀ ਇਸ ਚੀਜ਼ ਨੂੰ ਯੂਜ਼ ਕਰਦੇ ਆ ਔਰ ਪਲੱਸ ਪੋਲੀਟੀਸ਼ੀਅਨਸ ਦੋਨਾਂ ਨੂੰ ਉਹਨਾਂ ਨੇ ਪ੍ਰੋਪਰ ਤਰੀਕੇ ਨਾਲ ਮੈਂਸ਼ਨ ਕੀਤਾ ਉਸ ਚੀਜ਼ ਦੇ ਉੱਪਰ ਜਿਹੜੀ ਹੈ ਖਰਚਾ ਉਹ ਦਿਖਾਇਆ ਗਿਆ। ਔਰ ਜਿਹੜਾ ਇਹ ਖਰਚਾ ਹੈ ਕਿਸ ਅਕਾਊਂਟੇਬਿਲਿਟੀ ਦੇ ਅੰਡਰ ਆਉਂਦਾ ਹੈ, ਇਹ ਹਲੇ ਸਾਨੂੰ ਬਹੁਤ ਸੋਚਣ ਵਾਲੀ ਲੋੜ ਹੈ। ਔਰ ਇਸ ਚੀਜ਼ ਨੂੰ ਕਿਵੇਂ ਕਵਰ ਅਪ ਕੀਤਾ ਜਾਏਗਾ ਇਹ ਵੀ ਜਿਹੜਾ ਉਹ ਬਹੁਤ ਮਤਲਬ ਚਿੰਤਾ ਦਾ ਵਿਸ਼ਾ ਮੈਂ ਕਹੂੰਗਾ, ਕਿਉਂਕਿ ਜਿਹੜੇ ਤੁਸੀਂ ਲੋਕਾਂ ਦੇ ਤੋਂ ਐਜ਼ ਅ ਟੈਕਸ ਤੁਸੀਂ ਮਨੀ ਕਲੈਕਟ ਕਰਦੇ ਹੋ ਜਾਂ ਕਿਸੇ ਹੋਰ ਜਿਹੜੇ ਤੁਸੀਂ ਸੈਸ ਲਗਾ ਕੇ ਉਹ ਚੀਜ਼ ਇਕੱਠੀ ਕਰਦੇ ਹੋ, ਉਸ ਚੀਜ਼ ਦਾ ਜਿਹੜਾ ਹਿਸਾਬ ਹੈ ਜਾਂ ਉਸ ਚੀਜ਼ ਦੀ ਜਿਹੜੀ ਅਕਾਊਂਟੇਬਿਲਿਟੀ ਹੈ ਉਹ ਜ਼ਰੂਰ ਕਲੈਰੀਫਾਈ ਕਰਨੀ ਚਾਹੀਦੀ ਹੈ ਲੋਕਾਂ ਨੂੰ। ਜੇ ਇਦਾਂ ਦੇ ਖਰਚੇ ਤੁਸੀਂ ਸਿਰਫ ਆਪਣੇ ਵਿਜ਼ਿਟਸ ਦੇ ਉੱਪਰ ਹੀ ਕਰ ਦੋਗੇ ਤਾਂ ਡਿਵੈਲਪਮੈਂਟ ਜਾਂ ਹੋਰ ਜਿਹੜੇ ਮੁੱਦੇ ਨੇ ਉਹਨਾਂ ਦੇ ਉੱਪਰ ਜਦੋਂ ਖਰਚਾ ਕਰਨ ਦੀ ਗੱਲ ਆਉਂਦੀ ਹੈ ਜਾਂ ਜਦੋਂ ਸੈਲਰੀ ਡਿਸਟ੍ਰੀਬਿਊਸ਼ਨ ਦੀ ਗੱਲ ਆਉਂਦੀ ਹੈ ਉਦੋਂ ਅਸੀਂ ਇਹ ਕਹਿ ਕੇ ਬੜੀ ਜਲਦੀ ਪਿੱਛੇ ਹੋ ਜਾਂਦੇ ਕਿ ਸਾਡੇ ਤਾਂ ਸਰਕਾਰੀ ਜਿਹੜੇ ਖਜ਼ਾਨੇ ਆ ਉਹ ਖਾਲੀ ਪਏ ਨੇ। ਸੋ ਇਸ ਚੀਜ਼ ਨੂੰ ਅਸੀਂ ਕਿਵੇਂ ਬੈਲੈਂਸ ਕਰਕੇ ਚੱਲਾਂਗੇ ਇਹ ਬਹੁਤ ਸੋਚਣ ਵਾਲਾ ਵਿਸ਼ਾ ਹੈ। ਔਰ ਜੇ ਤੁਸੀਂ ਕਹਿ ਰਹੇ ਹੋ ਕਿ ਆਉਣ ਵਾਲੀਆਂ ਸਰਕਾਰਾਂ ਇਸ ਨੂੰ ਪ੍ਰੋਪਰ ਤਰੀਕੇ ਨਾਲ ਮੈਨੇਜ ਕਰ ਲੈਣਗੀਆਂ, ਮੈਨੂੰ ਇਸ ਬਹੁਤ ਵੱਡਾ ਸ਼ੱਕ ਹੈ ਇਸ ਗੱਲ ਦੇ ਉੱਪਰ ਕਿ ਇਹ ਚੀਜ਼ ਨਹੀਂ ਹੋ ਪਾਏਗੀ। ਆਮ ਆਦਮੀ ਪਾਰਟੀ ਬਿਨਾਂ ਸਿਕਿਉਰਿਟੀ ਤੋਂ ਚੱਲਣ ਵਾਲੀਆਂ ਗੱਲਾਂ ਕਰਦੀ ਸੀ, ਪਰ ਅੱਜ ਜੇ ਤੁਸੀਂ ਅਰਵਿੰਦ ਕੇਜਰੀਵਾਲ ਦੇ ਕਰੋ ਜਾਂ ਅਰਵਿੰਦ ਕੇਜਰੀਵਾਲ ਦੀ ਜਦੋਂ ਵਿਜ਼ਿਟ ਕਰਦੇ ਆ ਪੰਜਾਬ ਦੇ ਵਿੱਚ, ਉਹਨਾਂ ਦੇ ਨਾਲ ਜਿਹੜਾ ਹਜੂਮ ਹੁੰਦਾ ਹੈ, ਉਹਨਾਂ ਦੇ ਨਾਲ ਜੋ ਸਿਕਿਉਰਿਟੀ ਹੁੰਦੀ ਹੈ ਜਾਂ ਉਹ ਜਿਹੜੀਆਂ ਗੱਡੀਆਂ ਉਹਨਾਂ ਦੇ ਨਾਲ ਜੁੜੀਆਂ ਹੁੰਦੀਆਂ, ਜੇ ਤੁਸੀਂ ਉਹਨਾਂ ਤੇ ਝਾਤ ਮਾਰੋ ਔਰ ਜਿਹੜੀਆਂ ਗੱਲਾਂ ਉਹ ਪੰਜਾਬ ਆਉਣ ਤੋਂ ਪਹਿਲਾਂ ਕਰਦੇ ਸੀ ਉਹਨਾਂ ਤੇ ਅਗਰ ਝਾਤ ਮਾਰੋ ਤਾਂ ਦੋਨਾਂ ਦੇ ਵਿੱਚ ਬਹੁਤ ਵੱਡਾ ਅੰਤਰ ਹੈ। ਸੋ ਇਸ ਚੀਜ਼ ਤੇ ਇਹ ਉਮੀਦ ਨਹੀਂ ਲਗਾਈ ਜਾ ਸਕਦੀ ਕਿ ਕੋਈ ਵੀ ਸਰਕਾਰ ਜਿਹੜੀ ਆਉਣ ਵਾਲੀ ਹੈ ਉਹ ਇਹਨਾਂ ਖਰਚਿਆਂ ਦੇ ਉੱਪਰ ਕੰਟਰੋਲ ਕਰ ਪਾਏਗੀ, ਬਿਲਕੁਲ ਨਹੀਂ ਕਰ ਪਾਏਗੀ। ਪੋਲਿਟਿਕਸ ਦਾ ਨਸ਼ਾ ਹੀ ਐਸਾ ਹੈ ਕਿ ਤੁਸੀਂ ਆਪਣੇ ਜਿਹੜੀ ਐਕਚੁਅਲ ਮੁੱਦੇ ਹੈ ਜਿਹੜੇ ਉਹਨਾਂ ਨੂੰ
ਭੁੱਲ ਕੇ ਆਪਣੇ ਹੀ ਉੱਪਰ ਜਿਹੜੇ ਸੈਂਟਰਿਕ ਹੁੰਦੇ ਨੇ, ਉਹਦੇ ਸੈਲਫ ਸੈਂਟਰਿਕ ਮੁੱਦਿਆਂ ਦੇ ਉੱਪਰ ਹੀ ਤੁਸੀਂ ਜ਼ਿਆਦਾ ਕਰਦੇ ਹੋ। ਸੋ ਇਹ ਮੈਂ ਨਹੀਂ ਸਮਝਦਾ ਕਿ ਜੇ ਕੋਈ ਵੀ ਸਰਕਾਰ ਹੈ, ਚਾਹੇ ਉਹ ਆਮ ਆਦਮੀ ਪਾਰਟੀ ਹੈ, ਚਾਹੇ ਉਹ ਕਾਂਗਰਸ ਹੈ, ਇਹਨਾਂ ਖਰਚਾਂ ਦੇ ਉੱਤੇ ਕੋਈ ਰੋਕ ਲਾ ਸਕਦੀ ਹੈ। ਰੋਕ ਤਾਂ ਹੀ ਲੱਗ ਸਕਦੀ ਹੈ ਜੇ ਕੋਈ ਸਟ੍ਰਿਕਟ ਕਾਨੂੰਨ ਬਣੇ ਔਰ ਉਸ ਦੀ ਪੂਰੀ डिटेल ਦਿੱਤੀ ਜਾਵੇ, ਔਰ ਲੇਕਿਨ डिटेल भी ਤਾਂ ਹੀ ਵੈਲਿਡ ਮੰਨੀ ਜਾਊਗੀ ਜੋ ਫੇਅਰ ਹੋਊਗੀ। ਸੋ ਕਿਤੇ ਨਾ ਕਿਤੇ ਪੂਰੇ ਦਾ ਪੂਰਾ ਸਿਸਟਮ ਹੈ ਜਿਹੜਾ ਉਹ ਬਿਲਕੁਲ ਹੀ ਜ਼ਿਆਦਾ ਕਰਪਟ ਹੋ ਚੁੱਕਾ ਹੈ, ਔਰ ਕਿੱਥੇ ਕੀ ਖਰਚਾ ਹੋ ਰਿਹਾ ਕਲੈਰੀਫਾਈ ਹੋ ਹੀ ਨਹੀਂ ਪਾਉਂਦਾ। ਹਰਪ੍ਰੀਤ ਜੀ, ਮੇਰਾ ਖਿਆਲ ਹੈ ਜਿਹੜਾ ਇਹ ਚੀਜ਼ ਹੈ ਇਹਦੇ ਚ ਧਾਂਦਲੀਆਂ ਵੀ ਹੁੰਦੀਆਂ ਨੇ, ਕਈ ਵਾਰ ਖਰਚੇ ਲੋੜ ਤੋਂ ਜ਼ਿਆਦਾ ਵੀ ਹੋ ਜਾਂਦੇ, ਪਰ ਜਿਹੜੀਆਂ ਜਿਸ ਤਰ੍ਹਾਂ ਹੁਣ ਤੁਸੀਂ ਦੱਸਦੇ ਹੋ ਆਮ ਆਦਮੀ ਪਾਰਟੀ ਨੇ RTI ਪਾ ਕੇ ਉੱਥੇ ਇਲੈਕਸ਼ਨ ਕਮਿਸ਼ਨ ਨੂੰ ਜਾਂ ਉਹਨੂੰ ਕੈਗ ਨੂੰ ਭੇਜੀ ਹੈ, ਅਸਲ ਦੇ ਵਿੱਚ ਇਹ ਤਾਂ ਇੱਕ ਬੰਦਿਆਂ ਨੂੰ ਇੱਕ ਨੂੰ ਪਰਸਨਲ ਤੌਰ ਤੇ ਉਹਨੂੰ ਲੋਕਾਂ 'ਚ ਸ਼ੋਅ ਕਰਨਾ ਕਿ ਇਹਨੇ ਫਜ਼ੂਲ ਖਰਚ ਕੀਤੀ ਹੈ, ਇਹ ਲੋਕਾਂ ਦਾ ਪੈਸਾ ਬਰਬਾਦ ਕੀਤਾ। ਇਹਦੇ ਨਾਲ ਦੇਖੋ ਇਹ ਚੀਜ਼ ਤਾਂ ਮੰਨਣਾ ਪਊਗਾ ਕਿ ਜਿਹੜੀ ਸਰਕਾਰੀ ਟਰਾਂਸਪੋਰਟੇਸ਼ਨ ਹੈ ਉਹਨੂੰ ਕਿਸੇ ਪਰਸਨਲ ਜਾਂ ਨਿੱਜੀ ਜਿਹੜਾ ਹੈਗਾ ਉਹਦੇ ਕੰਮ ਵਾਸਤੇ ਨਹੀਂ ਵਰਤਣਾ ਚਾਹੀਦਾ, ਪਰ ਪ੍ਰੋਟੋਕੋਲ ਦੇ ਵਿੱਚ ਇਸ ਤਰ੍ਹਾਂ ਹੁੰਦਾ ਕਿ ਕਈ ਉਹਦੇ ਇਹੋ ਜਿਹੇ ਹੁੰਦੇ ਨੇ, ਹੋ ਸਕਦਾ ਉਹਦੇ ਵਿੱਚ ਚੀਫ ਮਿਨਿਸਟਰ ਦਾ ਅਹੁਦਾ ਵੀ ਹੋਵੇ ਕਿ ਉਹ ਉਹਨਾਂ ਦੀ ਸਿਕਿਉਰਿਟੀ ਕਰਕੇ ਜਾਂ ਉਹਨਾਂ ਦੇ ਟਾਈਮ ਦੀ ਜਿਹੜੀ ਯੂਜ਼ ਪ੍ਰੋਪਰ ਹੋ ਸਕੇ, ਉਹਨਾਂ ਨੂੰ ਪ੍ਰਾਈਵੇਟ ਜੇ ਕੋਈ ਜਰਨੀ ਕਰਨੀ ਹੈ ਉਹਦੇ ਵਿੱਚ ਵੀ ਸਰਕਾਰੀ ਜਿਹੜਾ ਹੈਗਾ ਟਰਾਂਸਪੋਰਟੇਸ਼ਨ ਵਰਤੋਂ ਦਾ ਹੱਕ ਹੁੰਦਾ। ਇਹਦੇ ਵਿੱਚ ਆਪਾਂ ਇਕੱਲੇ ਜੇ ਉਹਨਾਂ ਨੇ ਕੋਈ ਗਲਤ ਕੀਤਾ, ਜ਼ਿਆਦਾ ਕੀਤਾ, ਮੈਂ ਉਸ ਚੀਜ਼ ਨੂੰ ਬਿਲਕੁਲ ਡਿਫੈਂਡ ਨਹੀਂ ਕਰਾਂਗਾ, ਪਰ ਅਸਲ ਮੁੱਦਾ ਤਾਂ ਇਹ ਹੈ ਕਿ ਜਿਹੜੇ ਪ੍ਰੋਗਰਾਮ ਨੇ ਬਾਕੀ ਸਰਕਾਰਾਂ ਦੇ ਉਹਦੇ ਵਿੱਚ ਕਿੱਡੀ ਵੱਡੀ ਧਾਂਦਲੀ ਹੋ ਜਾਂਦੀ ਹੈ। ਅਸਲ ਜੇ ਲੋਕ ਭਲਾਈ ਦੇ ਪੱਖ ਤੋਂ ਗੱਲ ਕਰਨੀ ਹੋਵੇ, ਮੈਨੂੰ ਇਹ ਚੀਜ਼ ਇੰਨੀ ਇੰਪੋਰਟੈਂਟ ਨਹੀਂ ਲੱਗਦੀ ਜੇ ਉਹਨਾਂ ਨੇ ਕੋਈ ਗੈਰ ਕਾਨੂੰਨੀ ਕੰਮ ਨਹੀਂ ਕੀਤਾ। ਜੇ ਗੈਰ ਕਾਨੂੰਨੀ ਕੰਮ ਕੀਤਾ ਤਾਂ ਉਹਨੂੰ ਮਤਲਬ ਉਸ ਚੀਜ਼ ਬਾਰੇ ਜਵਾਬ ਦੇ ਤੇ ਹੋਣਾ ਹੀ ਪਊਗਾ ਉਹਨਾਂ ਨੂੰ। ਜੇ ਕੋਈ ਗੈਰ ਕਾਨੂੰਨੀ ਕੰਮ ਨਹੀਂ ਕੀਤਾ ਤਾਂ ਮੈਨੂੰ ਉਹਨਾਂ ਦਾ 150 ਕਰੋੜ ਐਡਾ ਵੱਡਾ ਨਹੀਂ ਲੱਗਦਾ ਹੈਗਾ। ਉਹਦੇ ਨਾਲੋਂ ਜਿਹੜੀ ਸਰਕਾਰੀ ਪੈਸੇ ਦੀ ਮਿਸਮੈਨੇਜਮੈਂਟ ਪ੍ਰੋਗਰਾਮਾਂ ਦੇ ਵਿੱਚ ਕੀਤੀ ਜਾਂਦੀ ਆ, ਉਹ ਇਹਦੇ ਨਾਲੋਂ ਕਿਤੇ ਵੱਡੀ ਹੋ ਜਾਂਦੀ ਆ। ਹੁਣ ਲੋਕ ਭਲਾਈ ਦਾ ਪ੍ਰੋਗਰਾਮ ਦਾਲ ਦੇ ਪਹਿਲਾਂ ਆਟਾ ਦਾਲ ਦਾ ਹੀ ਚਲਾਇਆ ਗਿਆ, ਜੇ ਆਟਾ ਦਾਲ ਦੇ ਵਿੱਚ ਵੀ ਮੇਰਾ ਖਿਆਲ ਹੈ, ਮੈਂ ਨਹੀਂ ਕਹਿੰਦਾ ਕਿੰਨਾ ਘਪਲਾ ਹੋਇਆ ਕਿੰਨਾ ਨਾ ਹੋਇਆ, ਪਰ ਜੇ ਕੋਈ ਸਰਕਾਰੀ ਤੰਤਰ ਕਰਨ ਲੱਗ ਜਾਵੇ ਤਾਂ ਇਹਦੇ ਨਾਲੋਂ ਜ਼ਿਆਦਾ ਪੈਸਾ ਤਾਂ ਜੇ 150 ਕਰੋੜ ਦੇ ਵਿੱਚ ਤਾਂ ਚਲੋ ਜੇ 50 ਕਰੋੜ ਨਜਾਇਜ਼ ਹੋਏ, 100 ਕਰੋੜ ਜਾਇਜ਼ ਹੋਇਆ ਹੋਵੇਗਾ, ਇਹਦੇ ਨਾਲੋਂ ਜ਼ਿਆਦਾ ਘਪਲੇ ਤਾਂ ਜਿਹੜੀ ਉਹਨਾਂ ਪ੍ਰੋਗਰਾਮਾਂ ਦੇ ਵਿੱਚ ਜਿਹੜੇ ਹੈਗੇ ਉਹ ਕਰ ਜਾਂਦਾ ਸਰਕਾਰੀ ਤੰਤਰ, ਉਹਦੇ 'ਚ ਪੋਲੀਟੀਸ਼ੀਅਨ ਵੀ, ਉਹਦੇ 'ਚ ਆਫੀਸਰ ਵੀ ਹੋ ਜਾਂਦਾ ਨੇ। ਸੋ ਉਸ ਚੀਜ਼ ਤੇ ਰੋਕ ਲੱਗਣੀ ਇਹਨਾਂ ਲੋਕਾਂ ਚੀਜ਼ਾਂ ਨਾਲੋਂ ਵੀ ਜ਼ਿਆਦਾ ਹੈ। ਜੇ ਤੁਸੀਂ ਕਿਸੇ ਪਰਸਨਲ ਤੌਰ ਤੇ ਕਰੋ ਤੇ ਰਾਜਾ ਸਾਹਿਬ ਵਾਲੇ ਇਹ ਮਸ਼ਹੂਰ ਸੀ, ਭਾਵੇਂ ਇਸ ਵਾਰੀ ਉਹਨੇ ਕਿ ਮੈਂ ਹੈਲੀਕਾਪਟਰ ਨਹੀਂ ਵਰਤਾਂਗਾ ਜੇ ਮੈਂ ਅੱਗੇ ਮੇਰੀ ਸਰਕਾਰ ਆ ਗਈ, ਤਾਂ ਉਹਨਾਂ ਨੇ ਡੇਲੀ ਸ਼ਾਮ ਨੂੰ ਪਟਿਆਲੇ ਆਪਣੇ ਮੋਤੀ ਮਹਿਲ 'ਚ ਜਾਣਾ ਹੁੰਦਾ ਸੀ ਤੇ ਡੇਲੀ ਹੀ ਉਹਨਾਂ ਦਾ ਹੈਲੀਕਾਪਟਰ ਚੰਡੀਗੜ੍ਹ ਤੋਂ ਪਟਿਆਲੇ ਜਾਂਦਾ ਸੀ ਤੇ ਸਵੇਰੇ ਆਉਂਦਾ ਸੀ। ਸ਼ਾਇਦ ਇੰਨਾ ਰੈਗੂਲਰ ਤਾਂ ਪ੍ਰਕਾਸ਼ ਸਿੰਘ ਬਾਦਲ ਦਾ ਵੀ ਨਾ ਹੋਵੇ। ਪਿੱਛੇ ਜੇ ਤੁਹਾਡੇ ਯਾਦ ਹੋਊਗਾ ਬਹੁਤ ਦੇਰ ਪਹਿਲਾਂ ਆਪਾਂ ਇੱਕ ਵਾਰੀ ਦਿੱਲੀ ਦੀ ਸਰਕਾਰ ਦੇ ਚਾਹ ਸਮੋਸਿਆਂ ਦੀ ਗੱਲ ਕੀਤੀ ਸੀ, ਉਹ ਵੀ ਵੱਡਾ ਪ੍ਰੋਗਰਾਮ ਹੋ ਗਿਆ ਸੀ, ਪਰ ਅਸੀਂ ਇਹੀ ਮੰਨ ਲਿਆ ਸੀ ਕਿ ਇੱਕ ਜਿਹੜਾ ਬਹੁਤ ਵੱਡਾ ਤੰਤਰ ਹੁੰਦਾ ਸੈਕਟਰੀਏਟ ਦੇ ਵਿੱਚ, ਬਹੁਤ ਲੋਕ ਜਿਹੜੇ ਚੀਫ ਮਿਨਿਸਟਰ ਨੂੰ ਮਿਲਣ ਆਉਂਦੇ ਨੇ, ਤੇ ਚਲੋ ਇਹ ਗੱਲ ਨੂੰ ਬਹੁਤ ਵੱਡੀ ਨਹੀਂ, ਪਰ ਮੇਰੇ ਕਹਿਣ ਦਾ ਭਾਵ ਹੈ ਕਿ ਇਹ ਜਿਹੜੀਆਂ ਗੱਲਾਂ ਨੇ ਕਿ ਆਮ ਆਦਮੀ ਪਾਰਟੀ ਨੇ RTI ਕੀਤੀ ਆ, ਵੈਲਕਮ ਉਹਨਾਂ ਨੇ RTI ਕੀਤੀ ਆ, ਕੱਲ ਨੂੰ ਉਸ ਗੱਲਾਂ ਦਾ ਉਹਨਾਂ ਨੂੰ ਵੀ ਜਵਾਬ ਦੇਣਾ ਪਏਗਾ, ਪਰ ਇਹਦੇ ਨਾਲੋਂ ਜ਼ਿਆਦਾ ਜਿਹੜੀ ਬਾਕੀ ਸਿਸਟਮ 'ਚ ਕਰਪਸ਼ਨ ਹੁੰਦੀ ਆ, ਉਹ ਮੈਨੂੰ ਜ਼ਿਆਦਾ ਉਹਦਾ ਰੋਕਣਾ ਜਿਹੜਾ ਹੈਗਾ ਉਹ ਮਹੱਤਵਪੂਰਨ ਲੱਗਦਾ। ਬਾਕੀ ਜੇ ਇਹਦੇ 'ਚ ਬੇਨੀਮੀ ਹੋਈ ਹੈ ਤਾਂ ਉਹਨੂੰ ਬੇਨੀਮੀ ਕਹਿਣਾ ਪਏਗਾ, ਉਹ ਵੀ ਰੁਕਣੀ ਚਾਹੀਦੀ। ਥੋੜਾ ਜਿਹਾ ਮੁੱਦਾ ਮੈਂ ਗੋ ਹੈਡ ਸਤੀਸ਼ ਜੀ। ਹਰਪ੍ਰੀਤ ਜੀ, ਮੈਂ ਸਿਰਫ ਇੰਨੀ ਗੱਲ ਇਹਦੇ 'ਚ ਜੋੜ ਦੇਣੀ ਚਾਹੁੰਦਾ ਤਾਂ ਕਿ ਅਸੀਂ ਅਗਲੇ ਮੁੱਦੇ ਤੇ ਜਾ ਸਕੀਏ, ਹੈ ਕਿ ਸਵਾਲ ਇਹ ਨਹੀਂ ਹੈ ਕਿ ਖਰਚਾ ਕਿੰਨਾ ਹੋਇਆ, ਸਵਾਲ ਇਹ ਹੈ ਕਿ ਜਿਸ ਨੁਕਤਾ ਨਿਗਾਹ ਤੋਂ ਖਰਚਾ ਕੀਤਾ ਗਿਆ, ਜਿਨ੍ਹਾਂ ਮਦਾਂ ਦੇ ਤਹਿਤ ਖਰਚਾ ਕੀਤਾ ਗਿਆ, ਕੀ ਉਸ ਖਰਚੇ ਨੂੰ ਜਸਟੀਫਾਈਡ ਕੀਤਾ ਜਾ ਸਕਦਾ ਕਿ ਨਹੀਂ, ਉਹਨੂੰ ਮੰਨਿਆ ਜਾ ਸਕਦਾ ਕਿ ਨਹੀਂ। ਮੰਨ ਲਓ ਸਰਦਾਰ ਪ੍ਰਕਾਸ਼ ਸਿੰਘ ਬਾਦਲ ਲੰਬੀ ਹਲਕੇ ਦੇ ਵਿੱਚ 15-15 ਹਜ਼ਾਰ ਦੇ 20 ਚੈੱਕ ਵੰਡਣ ਗਏ ਤੇ ਉਹ ਲੋਕਾਂ ਨੂੰ ਉਹਨਾਂ ਨੇ ਜਿਹੜਾ ਉਹ ਲਾ ਕੇ ਦਰਬਾਰ ਚੈੱਕ ਵੰਡਦੇ ਨੇ, ਉਸ ਦਰਬਾਰ ਦੇ ਵਿੱਚ ਉਹਨਾਂ ਨੇ ਚੈੱਕ ਵੰਡ ਦਿੱਤੇ। ਪਹਿਲਾਂ ਤਾਂ ਇਹ ਸਵਾਲ ਕਲੀਅਰ ਹੋਣਾ ਚਾਹੀਦਾ ਕਿ ਕੀ ਇਸ ਤਰ੍ਹਾਂ ਦੇ ਦਰਬਾਰ ਲਾਉਣੇ ਔਰ ਉਹਨਾਂ ਦੇ ਵਿੱਚ ਕੰਮ ਕਰਨਾ
ਕੀ ਜਸਟੀਫਾਈਡ ਹੈ ਸਰਕਾਰੀ ਪੱਧਰ ਦੇ ਉੱਤੇ। ਦੂਜੀ ਗੱਲ ਮੈਂ ਇਹ ਕਹਿਣੀ ਚਾਹੁੰਦਾ, ਮੈਂ ਸਿਰਫ ਇੱਕ ਮਿਸਾਲ ਦੇ ਤੌਰ ਤੇ ਕਹਿਣਾ ਕਿ ਮੰਨ ਲਓ 20 ਚੈੱਕ 15 ਹਜ਼ਾਰ ਦੇ ਵੰਡੇ ਗਏ ਔਰ ਉਹ ਚੈੱਕ ਕੁੱਲ ਮਿਲਾ ਕੇ 2.5 ਲੱਖ ਦੀ ਰਕਮ ਬਣੀ, ਪਰ ਮੁੱਖ ਮੰਤਰੀ ਹਵਾਈ ਜਹਾਜ਼ ਰਾਹੀਂ ਜਾਂ ਹੈਲੀਕਾਪਟਰ ਰਾਹੀਂ ਆਉਣ, ਉਹਨਾਂ ਦੀ ਸਿਕਿਉਰਿਟੀ ਜਿਹੜੀ ਅਫੀਸ਼ੀਅਲ ਆ ਉਹ ਸੜਕੀ ਰਸਤੇ ਰਾਹੀਂ ਆਵੇ, ਉਸ ਤੋਂ ਬਿਨਾਂ ਜਿਹੜੀ ਲੋਕਲ ਜ਼ਿਲ੍ਹੇ ਦੀ ਸਿਕਿਉਰਿਟੀ ਆ ਉਹਦੇ ਵਿੱਚ ਇਨਵੋਲਵ ਹੋ ਜੇ ਅਤੇ ਉਸ 2.5 ਕਰੋੜ ਰੁਪਏ ਨੂੰ 2.5 ਲੱਖ ਰੁਪਏ ਵੰਡਣ ਦੇ ਲਈ ਜਿਹੜਾ ਖਰਚਾ ਕੀਤਾ ਜਾਵੇ, ਸ਼ਾਮ ਤੱਕ ਜਦੋਂ ਉਹਦਾ ਹਿਸਾਬ ਹੋਵੇ ਉਹ 2.5 ਕਰੋੜ ਦਾ ਬਣ ਜਾਵੇ ਜਾਂ 2 ਕਰੋੜ ਦਾ ਬਣ ਜਾਵੇ, ਤਾਂ ਕੀ ਏਦਾਂ ਦੇ ਖਰਚੇ ਨੂੰ ਸਰਕਾਰ ਦੇ ਪੈਸੇ ਦੀ ਨਜਾਇਜ਼ ਵਰਤੋਂ ਕਿਹਾ ਜਾਏਗਾ ਕਿ ਨਹੀਂ? ਕਿਉਂਕਿ ਜੇ ਕਿਸੇ ਸਕੀਮ ਦੇ ਤਹਿਤ ਚੈੱਕ ਵੰਡੇ ਜਾਣ ਦੀ ਗੱਲ ਆ ਤਾਂ ਚੈੱਕ ਬੜੀ ਆਸਾਨੀ ਦੇ ਨਾਲ ਵਾਇਆ ਡੀਸੀ ਵੀ ਵੰਡੇ ਜਾ ਸਕਦੇ ਨੇ। ਚੈੱਕ ਜਿਹੜੇ ਵੰਡੇ ਜਾਣ ਦੀ ਗੱਲ ਆ ਉਹ ਕਿਸੇ ਲੋਕਲ ਜਥੇਬੰਦਾਰ ਵੱਲੋਂ ਸਮਾਗਮ ਕਰਕੇ ਮੁੱਖ ਮੰਤਰੀ ਦੇ ਪ੍ਰਚਾਰ ਸਮੇਤ ਵੀ ਚੈੱਕ ਵੰਡੇ ਜਾ ਸਕਦੇ ਨੇ। ਤਕਨੀਕੀ ਤੌਰ ਦੇ ਉੱਤੇ ਜੇ ਕਹਿਣਾ ਹੋਵੇ ਤਾਂ ਸਰਕਾਰੀ ਚੈੱਕ ਤਾਂ ਡੀਸੀ ਆਸਾਨੀ ਨਾਲ ਵੰਡ ਸਕਦਾ, ਔਰ ਮੈਨੂੰ ਨਹੀਂ ਲੱਗਦਾ ਫਿਰ ਉਹਨਾਂ ਖਰਚਾ ਹੋਏਗਾ ਜਿੰਨਾ ਸਰਦਾਰ ਪ੍ਰਕਾਸ਼ ਸਿੰਘ ਬਾਦਲ ਦੇ ਹਲਕੇ 'ਚ ਜਾ ਕੇ ਆਪ ਚੈੱਕ ਵੰਡਣ ਨਾਲ ਹੁੰਦਾ। ਪਰ ਤੁਸੀਂ ਸਾਰੇ ਪ੍ਰੋਗਰਾਮਾਂ ਨੂੰ ਜੇ ਕੱਢ ਲਵੋ ਤਾਂ ਤੁਹਾਨੂੰ ਕਲੀਅਰ ਹੋ ਜਾਏਗਾ ਕਿ ਕਿੱਦਾਂ ਕਿੱਦਾਂ ਦੇ ਖਰਚੇ ਹੁੰਦੇ ਰਹੇ। ਦੂਜੀ ਗੱਲ, ਜਿਨ੍ਹਾਂ ਦੇ ਵਿੱਚ ਮੈਂਸ਼ਨ ਕਰ ਦਿੱਤਾ ਗਿਆ ਕਿ ਸਰਦਾਰ ਪ੍ਰਕਾਸ਼ ਸਿੰਘ ਬਾਦਲ ਫਲਾਂ ਮੀਟਿੰਗ ਲਈ ਗਏ, ਫਲਾਂ ਪ੍ਰੋਗਰਾਮ ਲਈ ਗਏ, ਪਰ ਜਿਨ੍ਹਾਂ ਦੇ ਵਿੱਚ ਮੈਂਸ਼ਨ ਨਹੀਂ ਕੀਤਾ ਗਿਆ ਕਿ ਉਹਨਾਂ ਨੂੰ ਅਸੀਂ ਜਸਟੀਫਾਈਡ ਖਰਚੇ ਮੰਨ ਲਵਾਂਗੇ। ਅਸੀਂ ਕਹਿ ਸਕਦੇ ਹਾਂ ਕਿ ਚਲੋ ਜੀ ਖਰਚੇ ਹੋ ਜਾਂਦੇ ਨੇ, ਖਰਚੇ ਕੈਪਟਨ ਵੀ ਕਰਦਾ ਹੁੰਦਾ ਸੀ, ਖਰਚੇ ਤਾਂ ਜੀ ਚਾਹ ਪਾਣੀ ਦੇ ਉੱਤੇ ਆਮ ਆਦਮੀ ਪਾਰਟੀ ਨੇ ਵੀ ਕਰ ਦਿੱਤੇ, ਕੱਲ ਨੂੰ ਕੋਈ ਸਰਕਾਰ ਆਊਗੀ ਉਹਨੇ ਵੀ ਕਰ ਦਿੱਤੇ, ਅਖਿਲੇਸ਼ ਯਾਦਵ ਦਾ ਇਸ ਤੋਂ ਜ਼ਿਆਦਾ ਖਰਚਾ। ਐਦਾਂ ਕਰਕੇ ਅਸੀਂ ਕਿਸੇ ਮੁੱਖ ਮੰਤਰੀ ਨੂੰ, ਕਿਸੇ ਸਰਕਾਰ ਨੂੰ, ਕਿਸੇ ਵਿਅਕਤੀ ਨੂੰ ਜਸਟੀਫਾਈ ਨਹੀਂ ਕਰ ਸਕਦੇ। ਪਰ ਸਾਨੂੰ ਕੋਸ਼ਿਸ਼ ਇਹੀ ਕਰਨੀ ਚਾਹੀਦੀ ਕਿ ਜਿਹੜੀ ਚੀਜ਼ ਰੈਗੂਲਰਾਈਜ਼ ਹੋਣੀ ਚਾਹੀਦੀ ਆ, ਕਿਸ ਮਦ ਦੇ ਉੱਤੇ ਖਰਚਾ ਹੋਵੇ, ਕਿਉਂ ਹੋਵੇ, ਉਹਦਾ ਸਪਸ਼ਟੀਕਰਨ ਜੇ ਸਰਕਾਰਾਂ ਤੋਂ ਵੀ ਮੰਗਿਆ ਜਾਣਾ ਚਾਹੀਦਾ। ਜੇ ਮੈਂ ਕੋਈ ਛੋਟਾ ਮੋਟਾ ਕਰਜ਼ਾ ਲੈਣਾ, ਮੇਰੇ ਤੇ ਸ਼ਰਤ ਲੱਗਦੀ ਹੈ ਕਿ ਮੈਂ ਉਸ ਕਰਜ਼ੇ ਨੂੰ ਉਸੇ ਹੀ ਮਦ ਦੇ ਉੱਤੇ ਇਸਤੇਮਾਲ ਕਰਨਾ। ਐਦਾਂ ਦੀ ਮੈਨੂੰ ਸ਼ਰਤ ਜੇ ਮੇਰੇ ਤੇ ਲੱਗਦੀ ਹੈ ਕਿ ਜੇ ਮੈਂ ਟਰੈਕਟਰ ਲਿਆ ਵਾ ਤੇ ਮੈਨੂੰ ਟਰੈਕਟਰ ਦੇ ਉੱਤੇ ਹੀ ਖਰਚਾ ਕਰਨਾ ਚਾਹੀਦਾ, ਮੈਂ ਉਹਨੂੰ ਵੇਚ ਕੇ ਕਾਰ ਨਾ ਲਵਾਂ। ਜੇ ਉਹ ਗਲਤ ਆ ਤਾਂ ਫਿਰ ਸਰਕਾਰਾਂ ਦੀ ਇਦਾਂ ਦੀ ਨਜਾਇਜ਼ ਫਜ਼ੂਲ ਖਰਚੀ ਵੀ ਕਾਨੂੰਨ ਦੇ ਦਾਇਰੇ ਵਿੱਚ ਆਉਣੀ ਚਾਹੀਦੀ ਹੈ ਔਰ ਉਹਦੀ ਪੜਤਾਲ ਹੋਣੀ ਚਾਹੀਦੀ ਹੈ। ਇੱਕ ਮੁੱਦਾ ਹੋਰ ਮੈਂ ਜ਼ਰੂਰ ਟੱਚ ਕਰਨਾ ਚਾਹੂੰਗਾ ਜੋ ਕਾਫੀ ਇੰਪੋਰਟੈਂਟ ਵੀ ਹੈ ਤੇ ਖਾਸ ਕਰਕੇ ਗੁਰੂ ਮਹਾਰਾਜ ਦੀ ਬੇਅਦਬੀ ਨਾਲ ਜੁੜਿਆ ਹੋਇਆ ਵਾ। ਅਸੀਂ ਸਾਰੇ ਹੀ ਜਾਣਦੇ ਹਾਂ ਕਿ ਜੋ ਬਹਿਬਲ ਕਲਾਂ ਵਿੱਚ ਗੋਲੀ ਚੱਲੀ ਸੀ ਅਕਤੂਬਰ 14 2015, ਲਗਭਗ 16 ਮਹੀਨੇ ਹੋ ਚੁੱਕੇ ਆ, ਅਜੇ ਤੱਕ ਪੰਜਾਬ ਪੁਲਿਸ ਦੀ ਟੀਮ ਕੋਈ ਨਿਸ਼ਕਰਸ਼ ਤੱਕ ਨਹੀਂ ਪਹੁੰਚੀ ਤੇ ਕਿਤੇ ਨਾ ਕਿਤੇ ਜੋ ਕੇਸ ਆ ਉਹ ਸੀਬੀਆਈ ਨੂੰ ਹਵਾਲੇ ਕਰ ਦਿੱਤਾ ਵਾ। ਥੋੜੀ ਜੀ ਜਾਣਕਾਰੀ ਮੈਂ ਦਰਸ਼ਕਾਂ ਨੂੰ ਇੱਥੇ ਵੀ ਦੱਸਦਾ ਕਿ ਜੋ ਸੀਬੀਆਈ ਨੂੰ ਕੇਸ ਦਿੱਤਾ ਜਾਂਦਾ ਹੈ, ਜੇ ਤੇ ਕੋਈ ਹਾਈ ਪ੍ਰੋਫਾਈਲ ਕੇਸ ਹੋਵੇ ਤੇ ਪ੍ਰੈਸ਼ਰ ਪਾ ਕੇ ਸੀਬੀਆਈ ਨੂੰ ਰਾਈਟ ਵੇ ਕੰਮ ਕਰਾਉਣ ਲਾ ਲਿਆ ਜਾਂਦਾ ਵਾ। ਅਦਰਵਾਈਜ਼ ਸੀਬੀਆਈ ਦੇ ਜੋ ਕੇਸਸ ਜਾਂਦੇ ਨੇ ਉਹਨਾਂ ਦੇ 5-7 ਸਾਲ ਦੀ ਜਾਂ ਕਈ ਸਾਲਾਂ ਤੱਕ ਦੀ ਡਿਲੇ ਹੁੰਦੀ ਆ ਤੇ ਜੋ ਸੀਬੀਆਈ ਨੂੰ ਕੇਸ ਦਿੱਤਾ ਗਿਆ ਵਾ ਉਹਦੀ ਵੀ ਕੋਈ ਖਾਸ ਬਹਿਬਲ ਕਲਾਂ ਮੁੱਦੇ ਦੇ ਵਿੱਚ ਅਪਡੇਟ ਨਹੀਂ ਆਈ। ਜੇ ਜੋਰਾ ਸਿੰਘ ਕਮਿਸ਼ਨ ਦੀ ਗੱਲ ਕਰੀਏ ਉਹਦੀ ਉਹ ਰਿਪੋਰਟ ਵੀ ਪੰਜਾਬ ਸਰਕਾਰ ਦੁਆਰਾ ਬਾਹਰ ਨਹੀਂ ਕੱਢੀ ਗਈ। ਇਲੈਕਸ਼ਨ ਦੇ ਦੌਰਾਨ ਹੀ ਭਾਵੇਂ ਵੋਟਾਂ ਬਟੋਰਨ ਵਾਸਤੇ, ਭਾਵੇਂ ਕੋਈ ਹੋਰ ਰੀਜ਼ਨ ਆ, ਪਰ ਜੋ ਕੇਜਰੀਵਾਲ ਸਾਹਿਬ ਤੇ ਫੂਲਕਾ ਸਾਹਿਬ ਦੁਆਰਾ ਇਲਜ਼ਾਮ ਲਾਏ ਗਏ ਸੀ ਉਹ ਕਿਤੇ ਨਾ ਕਿਤੇ ਪੰਜਾਬ ਸਰਕਾਰ ਨੂੰ ਇੱਕ ਵਾਰ ਕਟਘਰੇ ਵਿੱਚ ਫਿਰ ਲੈ ਕੇ ਆਉਂਦੇ ਆ ਕਿ ਕੀ ਜੋਰਾ ਸਿੰਘ ਕਮਿਸ਼ਨ ਦੀ ਰਿਪੋਰਟ ਨੂੰ ਪੰਜਾਬ ਸਰਕਾਰ ਨੇ ਜਾਣ ਕੇ ਰੋਕਿਆ ਵਾ? ਜੇ ਜਾਣ ਕੇ ਨਹੀਂ ਰੋਕਿਆ ਤਾਂ ਉਸ ਰਿਪੋਰਟ ਨੂੰ ਜਨਤਕ ਕਿਉਂ ਨਹੀਂ ਕੀਤਾ ਗਿਆ? ਪਰ ਬਹਿਬਲ ਕਲਾਂ ਤੋਂ ਹੀ ਰਿਲੇਟਡ ਮੁੱਦਾ ਮੈਂ ਜ਼ਰੂਰ ਡਿਸਕਸ ਕਰਨਾ ਚਾਹੂੰਗਾ। ਰੇਸ਼ਮ ਸਿੰਘ ਜਿਨ੍ਹਾਂ ਦੇ ਕੀ ਭਰਾ ਨੂੰ ਬਹਿਬਲ ਕਲਾਂ ਦੇ ਵਿੱਚ ਮੌਤ ਦੇ ਘਾਟ ਉਤਾਰ ਦਿੱਤਾ ਗਿਆ ਸੀ, ਤੁਸੀਂ ਕਹਿ ਸਕਦੇ ਹੋ ਗੋਲੀ ਮਾਰ ਕੇ ਉਹਨਾਂ ਨੂੰ ਖਤਮ ਕਰ ਦਿੱਤਾ ਗਿਆ ਸੀ, ਉਹਨਾਂ ਨੇ ਕੱਲ ਫਾਈਨਲੀ ਕੋਰਟ ਦੇ ਵਿੱਚ ਐਪਲੀਕੇਸ਼ਨ ਲਾਈ ਆ, ਕੋਰਟ ਦੇ ਵਿੱਚ ਕੰਪਲੇਂਟ ਕੀਤੀ ਆ ਤੇ ਮੋਗਾ ਐਸਐਸਪੀ ਚਰਨਜੀਤ ਸ਼ਰਮਾ ਅਤੇ ਫਰੀਦਕੋਟ ਐਸਪੀ ਬਿਕਰਮਜੀਤ ਸਿੰਘ ਅਤੇ ਐਸਐਚਓ ਬਾਜਾਖਾਨਾ ਅਮਰਜੀਤ ਸਿੰਘ ਕੁਲਾਰ ਦੇ ਨਾਂ ਉੱਤੇ ਕ੍ਰਿਮੀਨਲ ਕੰਪਲੇਂਟ ਦਰਜ ਕਰਨ ਦੀ ਕੋਰਟ ਨੂੰ ਅਰਜ਼ੀ ਦਿੱਤੀ ਆ। 16 ਮਹੀਨੇ ਦੀ ਵੇਟ ਤੋਂ ਬਾਅਦ ਫਾਈਨਲੀ ਆਈ ਥਿੰਕ ਮੈਂ ਸਰਾਹਨਾ ਕਰੂੰਗਾ ਰੇਸ਼ਮ ਸਿੰਘ ਜੀ ਦੀ, ਜਿਨ੍ਹਾਂ ਨੇ ਆਪਣੀ ਲੜਾਈ ਗਿਵ ਅਪ ਨਹੀਂ ਕੀਤੀ, ਇੱਕ ਲੀਗਲ ਤਰੀਕੇ ਨਾਲ ਆਪਣੀ ਲੜਾਈ ਅੱਗੇ ਲੈ ਕੇ ਜਾਣ ਰਹੇ ਆ। ਜੇ ਸਰਕਾਰ ਪੁਲਿਸ
ਪੁਲਿਸ ਇਨਕੁਆਇਰੀ ਦੱਬ ਸਕਦੀ ਆ, ਕਮਿਸ਼ਨ ਦੀ ਰਿਪੋਰਟ ਦੱਬ ਸਕਦੀ ਆ, ਤੇ ਸਾਡੇ ਕੋਲ ਆਪਸ਼ਨ ਹਮੇਸ਼ਾ ਹੁੰਦੇ ਆ, ਸਾਨੂੰ ਆਪਸ਼ਨ ਜ਼ਰੂਰ ਟਰਾਈ ਕਰਨੇ ਚਾਹੀਦੇ ਆ। ਰੇਸ਼ਮ ਸਿੰਘ ਨੇ ਫਾਈਨਲੀ ਕੋਰਟ ਦਾ ਦਰਵਾਜ਼ਾ ਖਟਖਰਾਇਆ ਵਾ ਕਿ ਇਸ ਮਾਮਲੇ ਵਿੱਚ, ਖਾਸ ਕਰਕੇ ਜਦੋਂ ਅਸੀਂ ਕਹਿ ਦਿੰਦੇ ਆ ਕਿ ਪੁਲਿਸ ਜਿਹਨੂੰ ਅਸੀਂ ਜਾਣਦੇ ਨਹੀਂ, ਜਾਂ ਸਾਨੂੰ ਪਤਾ ਨਹੀਂ ਕਿਹੜੇ ਪੁਲਿਸ ਵਾਲਿਆਂ ਨੇ ਗੋਲੀ ਚਲਾਈ, ਕਿਤੇ ਨਾ ਕਿਤੇ ਉਸ ਪ੍ਰਸ਼ਾਸਨ ਉੱਤੇ ਸਵਾਲ ਜ਼ਰੂਰ ਉੱਠਦੇ ਆ। ਜੇ ਪ੍ਰਸ਼ਾਸਨ ਨੂੰ ਇਹੀ ਨਹੀਂ ਪਤਾ ਕਿਹੜੇ ਪੁਲਿਸ ਵਾਲਿਆਂ ਨੇ ਗੋਲੀ ਚਲਾਈ, ਤੇ ਪ੍ਰਸ਼ਾਸਨ ਉਸ ਪੁਲਿਸ ਤੋਂ ਇਸ ਪੂਰੇ ਕੇਸ ਦੀ ਇਨਕੁਆਇਰੀ ਕਿੱਦਾਂ ਕਰਾ ਸਕਦਾ ਵਾ? ਤੇ ਜੋ ਕਮਿਸ਼ਨ ਇਸ ਪੂਰੇ ਕੇਸ ਵਾਸਤੇ ਬਿਠਾਇਆ ਗਿਆ ਸੀ, ਉਸ ਕਮਿਸ਼ਨ ਤੇ ਵੀ ਜਾਂ ਉਸ ਕਮਿਸ਼ਨ ਦੀ ਰਿਪੋਰਟ ਤੇ ਵੀ ਅਸੀਂ ਕਿੱਦਾਂ ਟਰਸਟ ਕਰ ਸਕਦੇ ਹਾਂ? ਇਹ ਸਵਾਲ ਮੈਂ ਨਹੀਂ ਉਠਾ ਰਿਹਾ, ਪਰ ਇਹ ਸਵਾਲ ਸਰਕਾਰ ਦੀ ਕਾਰਵਾਈ ਤੇ ਉੱਤੇ ਹੀ ਉੱਠ ਰਹੇ ਨੇ। ਫਾਈਨਲੀ ਉਮੀਦ ਇਹੀ ਕਰਦੇ ਆ ਕਿ ਕੋਰਟ ਤੋਂ ਸ਼ਾਇਦ ਰੇਸ਼ਮ ਸਿੰਘ ਨੂੰ ਜ਼ਰੂਰ ਇਨਸਾਫ ਮਿਲੇ। ਬਿਲਕੁਲ ਦੁਆ ਕਰਦੇ ਹਰਪ੍ਰੀਤ ਜੀ ਕਿ ਰੇਸ਼ਮ ਸਿੰਘ ਨੂੰ ਇਨਸਾਫ ਮਿਲੇ। ਲੇਕਿਨ ਤੁਸੀਂ ਇੱਕ ਚੀਜ਼ ਦੇਖੋ, ਬੰਦੇ ਨੇ ਇੰਨੇ ਦਿਨਾਂ ਬਾਅਦ, ਇੰਨੇ ਮਹੀਨਿਆਂ ਬਾਅਦ ਇਹ ਐਕਸ਼ਨ ਲਿਆ, ਔਰ ਬੜਾ ਤੰਗ ਹੋ ਕੇ ਐਕਸ਼ਨ ਲਿਆ ਹੋਏਗਾ, ਕਿਉਂਕਿ ਦੇਖੋ ਜਦੋਂ ਕਿਸੇ ਪਰਿਵਾਰ ਦਾ ਕੋਈ ਮੈਂਬਰ ਏਦਾਂ ਵਿਛੜ ਜਾਂਦਾ ਔਰ ਉਸ ਤੋਂ ਬਾਅਦ ਸਰਕਾਰ ਵੱਲੋਂ ਕੋਈ ਵੀ ਕਾਰਵਾਈ ਨਹੀਂ ਕੀਤੀ ਜਾਂਦੀ, ਜਾਂ ਜਿਹੜੀਆਂ 2 FIR ਉਦੋਂ ਹੋਈਆਂ ਸੀ ਉਹਦੇ ਤੇ ਕੋਈ ਵੀ ਸੁਣਵਾਈ ਨਹੀਂ ਹੋਈ ਹਾਲੇ ਤੱਕ। ਆਈ ਥਿੰਕ 16 ਮਹੀਨੇ ਆਲਮੋਸਟ ਜਿਹੜੇ ਹੈਗੇ ਨੇ ਉਹ ਨਿਕਲ ਚੁੱਕੇ ਨੇ, ਲੇਕਿਨ ਉਸ ਤੋਂ ਬਾਅਦ ਵੀ ਜਿਹੜੀ ਕੋਈ ਵੀ ਕਾਰਵਾਈ ਨਹੀਂ ਹੋ ਪਾਈ। ਇਸ ਚੀਜ਼ ਨੂੰ ਮੱਦੇਨਜ਼ਰ ਰੱਖਦੇ ਹੋਏ ਸ਼ਾਇਦ ਉਹਨਾਂ ਨੇ ਸਟੈਪ ਲਿਆ ਹੋਏਗਾ। ਔਰ ਲੇਕਿਨ ਇੱਕ ਚੀਜ਼ ਸਾਨੂੰ ਜ਼ਰੂਰ ਦੇਖਣੀ ਚਾਹੀਦੀ ਹੈ, ਇਹਦੇ ਵਿੱਚ ਸਟੈਪ ਬਹੁਤ ਬੋਲਡ ਹੈ, ਔਰ ਬੋਲਡ ਕਹਿ ਲਓ ਕਿ ਇੱਕ ਸੈਂਟੀਮੈਂਟ ਨਾਲ ਰਿਲੇਟਡ ਹੋਇਆ ਸਟੈਪ ਹੈ, ਲੇਕਿਨ ਸਾਡਾ ਜਿਹੜਾ ਕਾਨੂੰਨ ਤੰਤਰ ਹੈ ਜਾਂ ਕਾਨੂੰਨ ਜਿਹੜਾ ਲੀਗਲ ਸਿਸਟਮ ਹੈ ਸਾਡਾ ਓਵਰਆਲ, ਉਹ ਇੰਨਾ ਕੁ ਸਲੋ ਹੋ ਕੇ ਚੱਲਦਾ ਹਰਪ੍ਰੀਤ ਜੀ ਕਿ ਬੰਦਾ ਥੱਕ ਹਾਰ ਕੇ ਉਦੋਂ ਬੈਠ ਜਾਂਦਾ, ਔਰ ਫਿਰ ਉਹ ਇਹੀ ਸੋਚਦਾ ਕਿ ਜਿੰਨਾ ਕਿ ਮੈਨੂੰ ਉਸ ਤੋਂ ਐਂਡ ਦੇ ਵਿੱਚ ਰਿਜ਼ਲਟ ਮਿਲਣਾ ਹੈ, ਉਦੋਂ ਵੱਧ ਦਾ ਮੇਰਾ ਖਰਚਾ ਹੋ ਜਾਣਾ ਹੈ, ਜਾਂ ਉਦੋਂ ਵੱਧ ਤਾਂ ਮੈਨੂੰ ਹਰਾਸਮੈਂਟ ਹੋ ਜਾਣੀ ਹੈ। ਸੋ ਕਿਤੇ ਨਾ ਕਿਤੇ ਸਿਸਟਮ ਦੇ ਵਿੱਚ ਹੀ ਲੂਪ ਹੋਲ ਹੈ। ਡਿਲੇ ਕਿਉਂ ਹੋਇਆ ਇਹਦੇ ਬਾਰੇ ਮੈਂ ਹਲੇ ਕੋਈ ਗੱਲ ਨਹੀਂ ਕਰੂੰਗਾ, ਕਿਉਂਕਿ ਬਹੁਤ ਜ਼ਿਆਦਾ ਡਿਸਕਸ਼ਨ ਇੱਥੇ ਹੋ ਚੁੱਕੀ ਹੈ। ਇਹਦੇ ਵਿੱਚ ਸਰਕਾਰ ਦੀ ਨਾਕਾਮਯਾਬੀ ਕੀ ਸੀ ਜਾਂ ਪੁਲਿਸ ਦੇ ਵਿੱਚ ਕੀ ਨਹੀਂ ਕਰ ਪਾਈ, ਇਹ ਸਾਰਾ ਕੁਝ ਡਿਸਕਸ ਹੋ ਚੁੱਕਾ। ਲੇਕਿਨ ਅੱਜ ਕੱਲ ਦਾ ਜਿਹੜਾ ਸਟੈਪ ਉਹਨਾਂ ਨੇ ਰੇਸ਼ਮ ਸਿੰਘ ਨੇ ਲਿਆ, ਉਹਦੇ ਤੇ ਮੈਂ ਸਰਾਹਨਾ ਜ਼ਰੂਰ ਕਰੂੰਗਾ, ਲੇਕਿਨ ਸਿਸਟਮ ਦੇ ਉੱਪਰ ਮੈਨੂੰ ਜ਼ਰੂਰ ਸ਼ੱਕ ਹੈ। ਸ਼ੱਕ ਇਸ ਕਰਕੇ ਹੈ ਕਿ ਜਦੋਂ ਅਸੀਂ ਕੋਈ ਵੀ PIL ਇਦਾਂ ਦੀ ਪਲੇਅ ਲਗਾਉਂਦੇ ਆ, ਤਾਂ ਕੋਰਟ ਜਿਹੜਾ ਹੈ ਉਹ ਦੋਨੋਂ ਤਰਫਾਂ ਦੀ ਗੱਲ ਸੁਣ ਕੇ ਹੀ ਉਦੋਂ ਡਿਸੀਜਨ ਲੈਂਦਾ, ਔਰ ਦੋਨੋਂ ਤਰਫਾਂ ਦੇ ਵਿੱਚ ਜਦੋਂ ਗੱਲਾਂ ਸੁਣਨ ਦੀ ਗੱਲ ਆ ਜਾਂਦੀ ਹੈ, ਉਦੋਂ ਇਦਾਂ ਦੀਆਂ ਦਲੀਲਾਂ ਸ਼ੁਰੂ ਹੁੰਦੀਆਂ ਕਿ ਕੋਰਟ ਨੂੰ ਡੇਟ ਇਸੇ ਤਰੀਕਾਂ ਦੇ ਉੱਪਰ ਹੀ ਚੱਲਦੀ ਰਹਿੰਦੀ ਹੈ ਕੋਰਟ। ਈਵਨ ਤੁਸੀਂ ਦੇਖੋ ਕੱਲ ਜਦੋਂ ਉਹਨਾਂ ਨੇ PL ਆਈ ਹੈ, ਉਸ ਤੋਂ ਬਾਅਦ 18 ਮਾਰਚ ਦੀ ਤਰੀਕ ਦਿੱਤੀ ਗਈ ਹੈ ਸੁਣਵਾਈ ਵਾਸਤੇ। ਸੋ 18 ਮਾਰਚ ਤੋਂ ਬਾਅਦ ਕੀ ਹੁੰਦਾ ਹੈ, ਕਦੋਂ ਤੱਕ ਜਾ ਕੇ ਉਹਨਾਂ ਨੂੰ ਇਨਸਾਫ ਮਿਲਦਾ ਹੈ, ਇਹ ਬਹੁਤ ਹੀ ਲੰਬਾ ਪ੍ਰੋਸੈਸ ਹੈ। ਔਰ ਆਈ ਥਿੰਕ ਰੇਸ਼ਮ ਸਿੰਘ ਇਸ ਨੂੰ ਸਹਿਣ ਲਈ ਮੈਂ ਆਈ ਥਿੰਕ ਤਿਆਰ ਰਹਿਣ ਤਾਂ ਕੋਈ ਉਹਨਾਂ ਨੂੰ ਪੋਜ਼ਿਟਿਵ ਡਿਸੀਜਨ ਮਿਲ ਸਕਦਾ ਹੈ। ਅਦਰਵਾਈਜ਼ ਮੈਨੂੰ ਨਹੀਂ ਲੱਗਦਾ ਇਸ ਪੂਰੇ ਐਪੀਸੋਡ ਦੇ ਵਿੱਚ, ਹਾਲਾਂਕਿ ਇੰਨਾ ਜ਼ਿਆਦਾ ਦੁਖਦਾਈ ਐਪੀਸੋਡ ਹੋਇਆ ਸੀਗਾ, ਉਸ ਐਪੀਸੋਡ ਦੇ ਵਿੱਚ ਰੇਸ਼ਮ ਸਿੰਘ ਨੂੰ ਇਨਸਾਫ ਮਿਲੇ। ਮੈਨੂੰ ਥੋੜਾ ਜਿਹਾ ਸ਼ੱਕ ਹੈ ਇਹਦੇ ਵਿੱਚ, ਡਿਲੇ ਹੀ ਹੋਣਾ ਲੱਗ ਰਿਹਾ ਹੈ। ਔਰ ਕਿਤੇ ਵੀ ਮੈਨੂੰ ਲੱਗਦਾ ਨਹੀਂ ਕਿ ਸਰਕਾਰ ਵੀ ਜਿਹੜੀ ਹੈ, ਚਾਹੇ ਉਹ ਕੋਈ ਵੀ ਆਉਣ ਵਾਲੀ ਸਰਕਾਰ ਵੀ ਹੋਵੇ, ਮੈਨੂੰ ਨਹੀਂ ਲੱਗਦਾ ਉਹ ਇਹੋ ਜਿਹੇ ਇਸ਼ੂ ਦੇ ਵਿੱਚ ਜਿੱਥੇ ਕਿ ਸਰਕਾਰ ਨੂੰ ਕੋਈ ਬੈਨੀਫਿਟ ਨਾ ਮਿਲੇ ਉਹ ਇਨਵੋਲਵ ਹੋਏਗੀ ਔਰ ਰੇਸ਼ਮ ਸਿੰਘ ਨੂੰ ਕਿਤੇ ਇਨਸਾਫ। ਹਰਪ੍ਰੀਤ ਜੀ, ਇਹਦੇ ਵਿੱਚ ਇੱਕ ਵਿਚਾਰਨ ਵਾਲੀ ਗੱਲ ਇਹ ਹੈ, ਰੇਸ਼ਮ ਸਿੰਘ ਉਹਨਾਂ ਨੇ ਹੁਣ ਉੱਥੇ ਜਾ ਕੇ PL ਪਾਈ ਆ ਜਾਂ ਰਿਟ ਪਾਈ ਹੈ ਕਿ ਸਾਨੂੰ ਇਨਸਾਫ ਨਹੀਂ ਮਿਲ ਰਿਹਾ ਜਾਂ ਇਹਦੀ ਪ੍ਰੋਪਰ ਇਨਕੁਆਇਰੀ ਨਹੀਂ ਹੋ ਰਹੀ, ਦੋਸ਼ੀਆਂ ਨੂੰ ਸਾਹਮਣੇ ਨਹੀਂ ਲਿਆਂਦਾ ਜਾ ਰਿਹਾ। ਜਿੱਥੇ ਤੱਕ ਪਰਸਨਲ ਤੌਰ ਤੇ ਰੇਸ਼ਮ ਸਿੰਘ ਉਹਨਾਂ ਦੀ ਗੱਲ ਹੈ, ਉਹਨਾਂ ਦੀ ਗੱਲ ਜੇ ਉਹ ਪਹਿਲਾਂ ਕਰਦੇ ਤਾਂ ਵੀ ਠੀਕ ਸੀ, ਜੇ ਅੱਜ ਕਰਦੇ ਆ ਤਾਂ ਵੀ ਠੀਕ ਆ। ਪਰ ਦੇਖਣ ਵਾਲੀ ਗੱਲ ਇਹ ਹੈ ਕਿ ਮੰਨਣਾ ਚਾਹੀਦਾ ਹੈ ਕਿ ਇੱਕ ਫੈਮਿਲੀ ਦੇ ਕੋਲ ਜਿਹੜੇ ਹੈਗੇ ਸਾਧਨ ਬਹੁਤ ਘੱਟ ਹੁੰਦੇ ਨੇ, ਤੇ ਉਹਨਾਂ ਨੂੰ ਇਹੋ ਜਿਹਾ ਮੁਕੱਦਮਾ ਜਿਹਦੇ ਵਿੱਚ ਸਰਕਾਰ ਵੀ ਇਨਵੋਲਵ ਹੁੰਦੀ ਹੋਵੇ, ਕਾਫੀ ਔਖਾ ਹੁੰਦਾ ਲੜਨਾ। ਤੇ ਹੋ ਸਕਦਾ ਉਹਨਾਂ ਦਾ ਇੰਨਾ ਡਿਲੇ ਕਰਾਉਣ ਦਾ ਹੋ ਕੇ ਇਹ ਪਾਉਣ ਦਾ ਜਿਹੜਾ ਹੈਗੇ PL, ਉਹਦਾ ਇੱਕ ਕਾਰਨ ਵੀ ਹੋਵੇ ਕਿ ਉਹ ਇਸ ਚੀਜ਼ ਨੂੰ ਮਹਿਸੂਸ ਕਰਦੇ ਹੋਣ ਕਿ ਜੇ ਮੈਂ ਸਰਕਾਰ ਦੇ ਹੁੰਦੇ, ਮੌਜੂਦਾ ਸਰਕਾਰ ਦੇ ਹੁੰਦੇ, ਕੋਈ ਜਾ ਕੇ ਇਸ ਤਰ੍ਹਾਂ ਦੀ ਮੈਂ ਕੋਰਟ ਦੀ ਕਾਰਵਾਈ ਕਰਾਂਗਾ ਤਾਂ ਉਹਦੀ ਕੋਈ ਜਿਹੜਾ ਹੈਗਾ ਨੁਕਸਾਨ ਜਾਂ ਤਕਲੀਫ ਮੇਰੇ ਪਰਿਵਾਰ ਨੂੰ ਨਾ ਸਰਕਾਰ ਦੇ ਹੱਥੋਂ ਜਿਹੜੀ ਹੈਗੀ ਉਹ ਝੱਲਣੀ ਪਵੇ। ਪਰ ਇੱਕ ਇਹ ਹੈ ਕਿ ਪੰਜਾਬ ਦੇ ਵਿੱਚ ਉਸ ਬਾਈਬਲ ਕਲਾਂ ਦੇ ਬਰਗਾੜੀ ਦੇ ਮੁੱਦਿਆਂ ਦਾ ਕਿੰਨਾ ਪੋਲੀਟੀਕਲ ਫਾਇਦਾ ਇੱਕ ਜਾਂ ਦੂਜੀ ਪਾਰਟੀ ਨੇ ਲੈਣ ਦੀ ਕੋਸ਼ਿਸ਼ ਕੀਤੀ ਹੈ, ਪਰ ਕਿਸੇ ਪਾਰਟੀ ਨੇ, ਕਿਉਂਕਿ ਮੈਂ ਪੋਲੀਟੀਕਲ ਪਾਰਟੀਆਂ ਦੇ ਜਿਹੜਾ ਕਿਰਦਾਰ ਆ ਉਹਦੇ ਵੱਲ ਗੱਲ ਕਰਨੀ ਚਾਹਾਂਗਾ, ਕਿਸੇ ਪੋਲੀਟੀਕਲ ਪਾਰਟੀ ਨੇ, ਕਿਸੇ ਇਹੋ ਜਿਹੀ ਸੰਸਥਾ ਨੇ,
ਕਿਸੇ NGO ਨੇ ਉਹਨਾਂ ਦੀ ਖੁੱਲ੍ਹ ਕੇ ਸਾਹਮਣੇ ਖੜ ਕੇ ਇਹ ਮਦਦ ਕਰਨ ਦੀ ਕੋਸ਼ਿਸ਼ ਨਹੀਂ ਕੀਤੀ ਕਿ ਜੇ ਸਾਨੂੰ ਕੋਈ ਰਿਜ਼ਲਟ ਇਮੀਡੀਏਟਲੀ ਮਿਲਦਾ ਹੈਗਾ ਤਾਂ ਚਲੋ ਆਪਾਂ ਕੋਰਟ ਚੱਲੀਏ, ਅਸੀਂ ਤੁਹਾਡੇ ਨਾਲ ਖੜਦੇ ਹਾਂ। ਨਹੀਂ ਕੋਈ ਖੜਿਆ। ਜੇ ਮੇਰੀ ਜਾਣਕਾਰੀ ਤਾਂ ਮੈਂ ਇਸ ਬਾਰੇ ਮੈਂ ਨਹੀਂ ਕਹਿੰਦਾ ਕਿ ਅੱਜ ਉਹਨਾਂ ਦੇ ਨਾਲ ਕੋਈ ਸੰਸਥਾ ਖੜੀ ਆ ਜਾਂ ਨਾ ਹੀ ਖੜੀ, ਪਰ ਮੈਨੂੰ ਜਾਪਦਾ ਹੈ ਵੀ ਸ਼ਾਇਦ ਰੇਸ਼ਮ ਸਿੰਘ ਉਹਨਾਂ ਨੂੰ ਆਪਣੇ ਪੱਧਰ ਤੇ ਹੀ ਇਹ ਸਾਰਾ ਕੁਝ ਕਰਨਾ ਪਿਆ ਹੋਵੇ। ਜੇ ਕੋਈ ਖੜਿਆ ਤਾਂ ਜ਼ਰੂਰ ਮੈਨੂੰ ਦੱਸ ਦੇਣਾ, ਤੇ ਪਰ ਉਹ ਚੰਗੀ ਗੱਲ ਹੋਏਗੀ। ਸੋ ਇਸ ਗੱਲ ਤੋਂ ਇੱਕ ਗੱਲ ਦੂਜਾ ਪੋਲੀਟੀਕਲ ਪਾਰਟੀਆਂ ਦਾ ਪੱਖ ਵੀ ਸਾਹਮਣੇ ਆਉਂਦਾ ਹੈ, ਕਿਉਂਕਿ ਜੇ ਇਹਦੀ ਇਨਕੁਆਇਰੀ ਅੱਜ ਤੋਂ ਕਾਫੀ ਦੇਰ ਪਹਿਲਾਂ ਹੋ ਜਾਂਦੀ ਔਰ ਸਾਲ ਪਹਿਲਾਂ ਹੀ ਹੋ ਜਾਂਦੀ, 6 ਮਹੀਨੇ ਪਹਿਲਾਂ ਹੋ ਜਾਂਦੀ, ਔਰ ਉਹ ਕੇਸ ਜਿਹੜਾ ਹੈਗਾ ਕਿਸੇ ਪ੍ਰੋਪਰ ਪੱਧਰ ਤੇ ਸਹੀ ਇਨਕੁਆਇਰੀ ਤੋਂ ਬਾਅਦ ਚੱਲਣਾ ਸ਼ੁਰੂ ਹੋ ਜਾਂਦਾ, ਤਾਂ ਇਹ ਜਿਹੜੀਆਂ ਬਾਕੀ ਪਾਰਟੀਆਂ ਨੇ ਜਿਨ੍ਹਾਂ ਨੂੰ ਫਾਇਦਾ ਹੋਇਆ, ਜਿਨ੍ਹਾਂ ਨੇ ਲੋਕਾਂ 'ਚ ਜਾ ਕੇ ਇਹ ਗੱਲਾਂ ਦੇ ਉੱਤੇ ਵੋਟਾਂ ਲੈਣ ਦੀ ਕੋਸ਼ਿਸ਼ ਕੀਤੀ, ਸ਼ਾਇਦ ਉਹਨਾਂ ਕੋਲ ਇਹ ਮੁੱਦਾ ਹੀ ਨਾ ਰਹਿੰਦਾ। ਸੋ ਇੱਥੋਂ ਪਤਾ ਲੱਗਦਾ ਹੈ ਕਿ ਪੋਲੀਟੀਕਲ ਪਾਰਟੀਆਂ ਦਾ ਕਿਰਦਾਰ ਕਿੱਥੇ ਖੜਾ ਜਾ ਸਕਦਾ ਹੈ। ਉਹ ਹਰ ਇੱਕ ਚੀਜ਼ ਦਾ ਪੋਲੀਟੀਕਲ ਫਾਇਦਾ ਲੈਣ ਤੱਕ ਸੀਮਤ ਹੋ ਜਾਂਦੀਆਂ ਨੇ। ਉਹ ਚੀਜ਼ ਨੂੰ ਇੱਕ ਇਨਸਾਨੀਅਤ ਦੇ ਔਰ ਸੱਚਾਈ ਦੇ ਪੱਧਰ ਤੇ ਜਾ ਕੇ ਨਜਿੱਠਣ ਵਾਸਤੇ ਕੋਈ ਤਿਆਰ ਨਹੀਂ ਹੁੰਦਾ। ਜੀ ਸੁਖਦੀਪ ਜੀ, ਜੇ ਤੁਸੀਂ ਕਮੈਂਟ ਕਰਨਾ ਚਾਹੋ। ਸ਼ਾਇਦ ਸੁਖਦੀਪ ਜੀ ਦੀ ਲਾਈਨ ਕਨੈਕਟਡ ਨਹੀਂ ਆ। ਇੱਕ ਮੁੱਦਾ ਮੈਂ ਹੋਰ ਵਿਚਾਰਨਾ ਚਾਹੂੰਗਾ, ਸਮੇਂ ਜ਼ਿਆਦਾ ਨਹੀਂ ਬਚਿਆ ਪਰ ਅਖੀਰ 'ਚ ਇਸ ਮੁੱਦੇ ਨੂੰ ਟੱਚ ਜ਼ਰੂਰ ਕਰਨਾ ਚਾਹੂੰਗਾ। ਮੈਂ ਕੋਸ਼ਿਸ਼ ਕੀਤੀ ਸੀ ਕਿ ਮੰਗਲਵਾਰ ਵੀ ਇੱਥੇ ਡਿਸਕਸ਼ਨ ਕਰਾਂ, ਪਰ ਸਮੇਂ ਨਾ ਹੋਣ ਦੇ ਕਾਰਨ ਅਸੀਂ ਡਿਸਕਸ਼ਨ ਨਹੀਂ ਕਰ ਪਾਏ ਸੀ। ਤੁਸੀਂ ਸਾਰੇ ਹੀ ਜਾਣਦੇ ਜੋ ਕਿ ਪਿਛਲੇ ਸਾਲ ਦੀ ਗੱਲ ਹੈ, ਜਦੋਂ ਕਿ ਸੁਪਰੀਮ ਕੋਰਟ ਵਿੱਚ ਇੱਕ ਪਟੀਸ਼ਨ ਪਾਈ ਗਈ ਹਰਵਿੰਦਰ ਚੌਧਰੀ, ਲਾਇਰ ਹਰਵਿੰਦਰ ਚੌਧਰੀ ਵੱਲੋਂ, ਹਰਵਿੰਦਰ ਕੌਰ ਚੌਧਰੀ ਵੱਲੋਂ, ਜਿਨ੍ਹਾਂ ਨੇ ਇਹ ਕਿਹਾ ਗਿਆ ਕਿ ਸਿੱਖਾਂ ਉੱਤੇ ਜੋਕਸ ਬੈਨ ਕਰਨ। ਕਾਫੀ ਤਰੀਕਾਂ ਪੈਣ ਤੋਂ ਬਾਅਦ ਪਿਛਲੇ 2-3 ਦਿਨਾਂ ਵਿੱਚ ਇਹ ਫੈਸਲਾ ਆਇਆ। ਸੁਪਰੀਮ ਕੋਰਟ ਨੇ ਫੈਸਲਾ ਦਿੱਤਾ ਕਿ ਸੁਪਰੀਮ ਕੋਰਟ ਏਦਾਂ ਦੀ ਕੋਈ ਵੀ ਗਾਈਡਲਾਈਨ ਸੈੱਟ ਨਹੀਂ ਕਰ ਸਕਦਾ। ਸੋਸ਼ਲ ਮੀਡੀਆ ਦੇ ਜ਼ਮਾਨੇ ਤੇ ਜੇ ਸੁਪਰੀਮ ਕੋਰਟ ਸੈੱਟ ਵੀ ਕਰਦੇ ਤਾਂ ਉਹਨੂੰ ਮੋਨੀਟਰ ਕਰਨਾ ਕਾਫੀ ਜ਼ਿਆਦਾ ਟਫ ਹੋ ਜਾਊਗਾ। ਅੱਜ SGPC ਵੱਲੋਂ ਇੱਕ ਫਿਰ ਤੋਂ ਅਪੀਲ ਕੀਤੀ ਗਈ ਆ ਸੁਪਰੀਮ ਕੋਰਟ ਨੂੰ ਕਿ ਸੁਪਰੀਮ ਕੋਰਟ ਆਪਣੇ ਇਸ ਡਿਸੀਜਨ ਨੂੰ ਰੀਕਨਸੀਡਰ ਕਰੇ। SGPC ਦਾ ਅਪੀਲ ਕਰਨਾ, ਪਹਿਲਾਂ ਤੇ ਪਟੀਸ਼ਨ ਲਾਉਣ ਵਾਲਾ ਪਟੀਸ਼ਨ ਲੱਗਣਾ ਹੀ ਇੱਕ ਸਵਾਲਾਂ ਦੇ ਘੇਰੇ ਵਿੱਚ ਆਉਂਦਾ ਸੀ। ਉਹਨੂੰ ਵੀ ਅਸੀਂ ਦੋ ਪੱਖ ਨਾਲ ਦੇਖ ਸਕਦੇ ਸੀ, ਪਰ ਫਿਰ ਵੀ ਅਸੀਂ ਉਹ ਤੋਂ ਇਹ ਜ਼ਰੂਰ ਕਹਿ ਸਕਦੇ ਹਾਂ ਕਿ ਵੱਡੀ ਮਾਤਰਾ ਵਿੱਚ ਲੋਕਾਂ ਨੂੰ ਇਸ ਮੁੱਦੇ ਦੇ ਖਬਰਾਂ ਚ ਆਉਣ ਨਾਲ ਐਜੂਕੇਟ ਕੀਤਾ ਜਾ ਸਕਿਆ, ਜਾਂ ਫਿਰ ਲੋਕਾਂ ਨੂੰ ਇਹਦਾ ਕਾਫੀ ਹੱਦ ਤੱਕ ਪਤਾ ਲੱਗਾ। ਪਰ SGPC ਦਾ ਇੱਕ ਵਾਰ ਫਿਰ ਤੋਂ ਅਪੀਲ ਕਰਨਾ ਕਿ ਜੇ ਮੈਂ ਇਹ ਕਹਾਂ ਕਿ SGPC ਆਪਣੀ ਖੋਈ ਹੋਈ ਸਾਖ ਜਿਹੜੀ ਆ ਉਹਨੂੰ ਵਾਪਸ ਬਣਾਉਣ ਦੀ ਕੋਸ਼ਿਸ਼ ਕਰ ਰਹੀ ਆ, ਇੱਕ ਅਦਾਲਤੀ ਕੇਸ ਨੂੰ ਫਿਰ ਤੋਂ ਇਸਤੇਮਾਲ ਕਰ ਰਹੀ ਆ ਕਿ ਜੋ SGPC ਨੇ ਆਪਣੀ ਸਾਖ ਖੋਤੀ ਆ ਉਸ ਸਾਖ ਨੂੰ ਵਾਪਸ ਸਿੱਖਾਂ ਵਿੱਚ ਬਰਕਰਾਰ ਕਰ ਪਾਏ। ਹਰਪ੍ਰੀਤ ਜੀ, ਮੇਰਾ ਖਿਆਲ ਹੈ SGPC ਨੇ ਕੋਸ਼ਿਸ਼ ਕੀਤੀ ਹੈ ਇੱਕ ਰੂਟੀਨ ਕਾਰਵਾਈ ਵਾਂਗੂ ਹੀ। ਜੇ ਉਹਨਾਂ ਨੇ ਇਹ ਸੋਚ ਕੇ ਕੀਤੀ ਹੈ ਕਿ ਇਹਦੇ ਨਾਲ ਅਸੀਂ ਕੋਈ ਚੀਜ਼ ਮਤਲਬ ਜੇ ਉਹ ਲੱਗਦਾ ਹੋਵੇ ਕਿ ਉਹਨਾਂ ਨੇ ਉਹ ਆਪਣੇ ਵਕਾਰ 'ਚ ਕੋਈ ਵਾਧਾ ਕਰ ਸਕਣਗੇ, ਇਹ ਕੋਈ ਬਹੁਤ ਮੰਨਣਯੋਗ ਗੱਲ ਨਹੀਂ ਹੈਗੀ। ਅਸਲ 'ਚ ਵਕਾਰ 'ਚ ਵਾਧਾ ਕਰਨ ਵਾਸਤੇ SGPC ਨੂੰ ਸਿੱਖ ਇਤਿਹਾਸ, ਸਿੱਖ ਰਹੁ-ਰੀਤਾਂ, ਸਿੱਖ ਗੁਰਬਾਣੀ ਦੀ ਫਿਲਾਸਫੀ ਇਹ ਲੋਕਾਂ ਦੇ ਸਾਹਮਣੇ, ਜਾਂ ਸਿੱਖਾਂ ਦੀਆਂ ਅਚੀਵਮੈਂਟਸ, ਚਾਹੇ ਉਹ ਆਜ਼ਾਦੀ ਦੀ ਲੜਾਈ 'ਚ ਹੈ, ਚਾਹੇ ਉਹਨਾਂ ਦੀ ਬਾਕੀ ਹੋਰ ਜ਼ਿੰਦਗੀ ਦੇ ਸਫੀਅਰਸ ਦੇ ਵਿੱਚ ਹੈ, ਉਹਨੂੰ ਉਜਾਗਰ ਕਰਕੇ ਲੋਕਾਂ 'ਚ ਜਾ ਕੇ ਸਿੱਖਾਂ ਦੀ ਸਾਖ ਉਭਾਰ ਕੇ SGPC ਆਪਣੀ ਸਾਖ ਉਭਾਰ ਸਕਦੀ ਹੈ, ਨਾ ਕਿ ਇਹਨਾਂ ਚੀਜ਼ਾਂ ਦੇ ਨਾਲ ਕਿ ਉਹਨਾਂ ਨੇ ਉਹਦੀ ਰੀਅਪੀਲ ਕਰ ਦਿੱਤੀ ਹੈ। ਕਿਉਂਕਿ ਇਹ ਜੋਕ ਬਣਨਾ, ਇਹਦੇ ਪਿੱਛੇ ਵੀ ਇੱਕ ਕਾਰਨ ਸੀ। ਸਿੱਖ ਉਸ ਵਕਤ ਸਾਰੇ ਹਿੰਦੁਸਤਾਨ 'ਚ ਜਦੋਂ ਇਹ ਜੋਕਾਂ ਬਣਨ ਲੱਗੀਆਂ ਨੇ 50ਵਿਆਂ 60ਵਿਆਂ ਤੋਂ, ਆਪਾਂ ਉਸ ਰੀਜ਼ਨ ਤੇ ਨਾ ਜਾਈਏ ਜੀ, ਆਪਣੇ ਕੋਲ ਟਾਈਮ ਘੱਟ ਹੈ, ਮੈਂ ਪਹਿਲਾਂ ਦੱਸਿਆ ਸੀ। ਬਿਲਕੁਲ ਬਿਲਕੁਲ, ਕਿਉਂਕਿ ਉੱਥੇ ਤੱਕ ਨਹੀਂ ਫੈਲੇ ਹੋਏ ਸੀ। ਅੱਜ ਸਿੱਖਾਂ ਦੀ ਪੋਜੀਸ਼ਨ ਹੋਰ ਹੈ। ਸਿਰਫ ਲੋੜ ਹੈ ਲੋਕਾਂ ਨੂੰ ਸਿੱਖਾਂ ਦੀ ਜੋ ਹੋਂਦ ਹੈ, ਉਹਦੀ ਫਿਲਾਸਫੀ ਹੈ, ਉਹਨਾਂ ਦੀ ਅਚੀਵਮੈਂਟਸ ਨੇ, ਉਹਨਾਂ 'ਚ ਲੋਕਾਂ 'ਚ ਲਿਜਾਣਾ, ਤੇ ਜੇ ਉਹਨਾਂ 'ਚ ਲੋਕਾਂ ਲਿਜਾਏਗੀ ਤਾਂ ਉਸ ਚੀਜ਼ ਦੇ ਨਾਲ ਮੈਨੂੰ ਲੱਗਦਾ SGPC ਆਪਣੇ ਸ਼ਾਖ ਨੂੰ ਜ਼ਿਆਦਾ ਬੈਟਰ ਕਰ ਸਕੇਗੀ, ਸਿੱਖਾਂ ਦੀ ਸ਼ਾਖ ਨੂੰ ਵੀ ਕਰ ਸਕੇਗੀ,
ਕਿਉਂਕਿ ਇਸ ਅਪੀਲ ਦੇ ਨਾਲ ਜਾਂ ਰਹੀ ਅਪੀਲ ਦੇ ਨਾਲ ਉਹ ਮੰਤਵ ਮੈਨੂੰ ਪੂਰਾ ਹੁੰਦਾ ਨਹੀਂ ਲੱਗਦਾ ਕਿ ਐਸਜੀਪੀਸੀ ਦੇ ਇਸ ਸਟੈਪ ਨਾਲ ਸੁਪਰੀਮ ਕੋਰਟ ਦੇ ਡਿਸੀਜਨ 'ਚ ਕੋਈ ਫਰਕ ਪਾਉਣ ਦੀ ਅਸੀਂ ਉਮੀਦ ਕਰ ਸਕਦੇ ਹਾਂ? Abhijit, can you repeat your question? आवाज टूट रही थी। ਐਸਜੀਪੀਸੀ ਦੇ ਇਸ ਅਪੀਲ ਨਾਲ ਕੀ ਐਸਜੀਪੀਸੀ ਜਾਂ ਸਾਨੂੰ ਕੋਈ ਉਮੀਦ ਸੁਪਰੀਮ ਕੋਰਟ ਤੋਂ ਕਰਨੀ ਜਾਇਜ਼ ਹੋਊਗੀ ਜਾਂ ਫਿਰ ਸਿਰਫ ਇੱਕ ਜਿੱਦਾਂ ਅਜੀਤ ਜੀ ਨੇ ਕਿਹਾ ਇੱਕ ਰੂਟੀਨ ਕਾਰਵਾਈ ਕਰ ਦਿੱਤੀ ਗਈ ਆ, ਇਹ ਤੋਂ ਸਾਨੂੰ ਕੋਈ ਉਮੀਦ ਨਹੀਂ ਰੱਖਣੀ ਚਾਹੀਦੀ? ਅਟਲ ਜੀ ਨਹੀਂ, ਏਦਾਂ ਦੀ ਕੋਈ ਗੱਲ ਨਹੀਂ ਹੋਣੀ ਕਿਉਂਕਿ ਬਿਲਕੁਲ ਸਹੀ ਹੈ, ਇਹ ਇੱਕ ਰੂਟੀਨ ਕਾਰਵਾਈ ਹੈ ਕਿਉਂਕਿ ਤੁਸੀਂ ਦੇਖੋ ਸਿੱਖ ਜੋਕਸ ਦੇ ਵਿੱਚ ਜਿਨ੍ਹਾਂ ਦੀ ਵੀ ਸ਼ਮੂਲੀਅਤ ਹੈ ਇਸ ਨੂੰ ਕ੍ਰੀਏਟ ਕਰਨ ਦੇ ਵਿੱਚ ਜਾਂ ਇਹਨੂੰ ਪਬਲਿਸਾਈਜ਼ ਕਰਨ ਦੇ ਵਿੱਚ, ਉਹਦੇ ਵਿੱਚ ਜ਼ਿਆਦਾਤਰ ਕਮਿਊਨਿਟੀ ਜਿਹੜੀ ਉਹ ਸਾਡੀ ਖੁਦ ਸਿੱਖਾਂ ਦੀ ਹੈ। ਤੁਸੀਂ ਦੇਖੋ ਮੈਂ ਇੱਥੇ ਕੋਈ ਮੈਨੂੰ ਪ੍ਰੋਬਲਮ ਨਹੀਂ ਹੈ ਇੱਕ ਵੈਬਸਾਈਟ ਦਾ ਨਾਮ ਲੈਣ ਦੀ ਜਿਹਨੂੰ ਕਿ ਚਲਾ ਵੀ ਸਿੱਖ ਬੰਦਾ ਰਿਹਾ ਔਰ ਜੋਕਸ ਜਿਹੜੇ ਉੱਤੇ ਸਭ ਤੋਂ ਜ਼ਿਆਦਾ ਐਂਟੀ ਸਿੱਖ ਹੁੰਦੇ ਨੇ ਔਰ ਈਵਨ ਉਹਦਾ ਟਾਈਟਲ ਵੀ ਜਿਹੜਾ ਉਹ ਸੰਤਾ ਬੰਦਾ ਕਹਿ ਕੇ ਉਹਨੂੰ ਪ੍ਰੋਨਾਉਂਸ ਕੀਤਾ ਜਾਂਦਾ ਹੈ। ਸੋ ਕਿਤੇ ਨਾ ਕਿਤੇ ਅਸੀਂ ਜੇ ਆਪਣੇ ਆਪ ਦੇ ਵਿੱਚ ਇਸ ਚੀਜ਼ ਨੂੰ ਸਫਾਈ ਨਹੀਂ ਕਰਾਂਗੇ ਤਾਂ ਏਦਾਂ ਦੀਆਂ ਪਟੀਸ਼ਨਾਂ ਲਾ ਕੇ ਏਦਾਂ ਦੇ ਤੁਸੀਂ ਕਾਰਵਾਈਆਂ ਕਰ ਕਰਕੇ ਸਿਰਫ ਇਹ ਚੀਜ਼ ਦਿਖਾਉਣ ਦੀ ਕੋਸ਼ਿਸ਼ ਕਰੋਗੇ ਕਿ ਅਸੀਂ ਸਿੱਖਾਂ ਵਾਸਤੇ ਕੁਝ ਕਰ ਰਹੇ ਹਾਂ, ਪਰ ਉਹਦਾ ਕੀ ਰਿਜ਼ਲਟ ਆਉਂਦਾ ਹੈ ਇਹਦੇ ਤੇ ਕਿਸੇ ਨੂੰ ਕੋਈ ਮਤਲਬ ਨਹੀਂ ਹੈ। ਬਟ ਇਸ ਚੀਜ਼ ਦਾ ਜਿਹੜਾ ਰਿਜ਼ਲਟ ਆ ਬਹੁਤ ਇਫੈਕਟਿਵ ਨਹੀਂ ਆਉਂਦਾ ਜਦੋਂ ਤੱਕ ਕਿ ਅਸੀਂ ਆਪਣੇ ਅੰਦਰ ਨੂੰ ਆਪਣੀ ਕਮਿਊਨਿਟੀ ਨੂੰ ਅਵੇਅਰ ਕਰਕੇ ਔਰ ਸ਼ਾਇਦ ਇਸ ਚੀਜ਼ ਨੂੰ ਜ਼ਿਆਦਾ ਪੋਪੂਲਰਾਈਜ਼ ਕਰੀਏ ਕਿ ਇਸ ਚੀਜ਼ ਦਾ ਜਿਹੜਾ ਬੜਾਵਾ ਹੈ ਉਹ ਬਾਕੀ ਕਮਿਊਨਿਟੀ ਦੇ ਵਿੱਚ ਜਾ ਰਿਹਾ ਔਰ ਇਸ ਚੀਜ਼ ਦਾ ਨੈਗੇਟਿਵ ਇੰਪੈਕਟ ਜਿਹੜਾ ਉਹ ਪਾਰਟਿਕੂਲਰ ਸਿੱਖ ਕਮਿਊਨਿਟੀ ਦੇ ਉੱਪਰ ਪੈ ਰਿਹਾ। ਹਾਲਾਂਕਿ ਕੱਲੀ ਸਿੱਖ ਕਮਿਊਨਿਟੀ ਨਹੀਂ ਹੋਰ ਕਈ ਕਮਿਊਨਿਟੀਆਂ ਦੇ ਉੱਪਰ ਜੋਕਸ ਬਣਦੇ ਨੇ, ਬਟ ਜਿਹੜੇ ਤੁਸੀਂ ਦੇਖੋ ਉਹਨਾਂ ਨੂੰ ਚਲਾਉਣ ਵਾਲੇ ਜਾਂ ਉਹਨਾਂ ਨੂੰ ਅੱਗੇ ਜਾ ਕੇ ਪ੍ਰਮੋਟ ਕਰਨ ਵਾਲੇ ਵੀ ਜਿਹੜੇ ਉੱਥੇ ਸੇਮ ਕਮਿਊਨਿਟੀ ਦੇ ਬੰਦੇ ਹੁੰਦੇ ਆ। ਇਸ ਚੀਜ਼ ਨੂੰ ਰੋਕਣ ਦੀ ਲੋੜ ਹੈ ਔਰ ਇਸ ਚੀਜ਼ ਨੂੰ ਸਮਝਣ ਦੀ ਵੀ ਲੋੜ ਹੈ, ਬਜਾਏ ਇਹਦੇ ਕਿ ਅਸੀਂ ਇੱਕ ਛੋਟੀ ਜਿਹੀ ਕਾਰਵਾਈ ਕਰ ਦਈਏ। ਜਦੋਂ ਵੀ ਕਦੀ ਕੋਈ ਸੁਪਰੀਮ ਕੋਰਟ ਦਾ ਜਾਂ ਕੁਝ ਏਦਾਂ ਦਾ ਕੋਰਟ ਦਾ ਬਿਆਨ ਆਉਂਦਾ ਅਸੀਂ ਉੱਤੇ ਛੋਟੀ ਜਿਹੀ ਕਾਰਵਾਈ ਕਰਕੇ ਆਪਣੀ ਸਿੱਖ ਸੰਗਤ ਨੂੰ ਜਾਂ ਆਪਣੀ ਇੱਕ ਪਾਰਟਿਕੂਲਰ ਕਮਿਊਨਿਟੀ ਨੂੰ ਇਹ ਦਰਸਾਉਣ ਦੀ ਕੋਸ਼ਿਸ਼ ਕਰ ਦਈਏ ਕਿ ਅਸੀਂ ਉਹਦਾ ਰਿਪਲਾਈ ਕੀਤਾ ਔਰ ਇੱਥੇ ਦੇਖੋ ਕੀ ਕਾਰਵਾਈ ਹੁੰਦੀ ਹੈ ਤੇ ਇੱਕ ਜਨਰਲ ਕਾਰਵਾਈ ਗਿਣੀ ਜਾਊਗੀ। ਇਹਦੇ ਇੱਕ ਹਾਰਡ ਸਟੈਪ ਨਹੀਂ ਇਸ ਨੂੰ ਕਿਹਾ ਜਾਊਗਾ। ਈਵਨ ਇਸ ਨੂੰ ਅਗਰ ਤੁਸੀਂ ਹਾਰਡ ਸਟੈਪ ਲੈਣਾ ਹੈ ਤਾਂ ਆਪਣੀ ਕਮਿਊਨਿਟੀ ਨੂੰ ਅਵੇਅਰ ਕਰੋ ਕਿ ਇਸ ਤਰ੍ਹਾਂ ਦੇ ਜੇ ਜੋਕਸ ਆਉਂਦੇ ਹੈ। ਈਵਨ ਤੁਸੀਂ ਦੇਖੋ ਕੁਝ ਬਾਲੀਵੁੱਡ ਫਿਲਮਾਂ, ਈਵਨ ਕਈ ਪੰਜਾਬੀ ਫਿਲਮਾਂ ਦੇ ਵਿੱਚ ਵੀ ਤੁਸੀਂ ਏਦਾਂ ਦੇ ਕੁਝ ਲਾਈਨਸ ਜਾਂ ਏਦਾਂ ਦੀ ਸਕ੍ਰਿਪਟ ਦੇ ਵਿੱਚ ਏਦਾਂ ਦੇ ਡਾਇਲੌਗਸ ਮਿਲ ਜਾਂਦੇ ਆ ਜਿਹੜੇ ਕਿ ਸਿੱਧੇ ਕਮਿਊਨਿਟੀ ਨੂੰ ਹਰਟ ਕਰਦੇ ਆ। ਈਵਨ ਹਰਟ ਵੀ ਨਹੀਂ ਕਰਦੇ ਔਰ ਉਹਨੂੰ ਇੱਕ ਕਾਰਟੂਨ ਕਰੈਕਟਰ ਬਣਾ ਕੇ ਰੱਖ ਦਿੰਦੇ ਆ। ਸੋ ਕਿਤੇ ਨਾ ਕਿਤੇ ਸਾਨੂੰ ਇੰਟਰਨਲ ਆਪਣੀ ਕਮਿਊਨਿਟੀ ਨੂੰ ਹੀ ਅਵੇਅਰ ਕਰਨ ਦੀ ਲੋੜ ਹੈ, ਬਜਾਏ ਇਹਦੇ ਕਿ ਅਸੀਂ ਐਵੇਂ ਨਾਰਮਲ ਜਿਹੀਆਂ ਕਾਰਵਾਈਆਂ ਕਰੀਏ ਔਰ ਲੋਕਾਂ ਨੂੰ ਇਹ ਦੱਸੀਏ ਕਿ ਅਸੀਂ ਜਿੰਦਾ। ਸਬਦੀਪ ਜੀ ਟਾਈਮ ਜ਼ਿਆਦਾ ਨਹੀਂ ਬਚਾ ਪਰ ਅਖੀਰ से मैं ਤੁਹਾਨੂੰ ਚਾਂਸ ਦੇਣਾ ਚਾਹੂੰਗਾ। ਹੈਲੋ, ਗੋ ਹੈਡ ਸਬਦੀਪ ਜੀ। ਹਰਪ੍ਰੀਤ ਜੀ, ਪਹਿਲੀ ਗੱਲ ਤਾਂ ਮੈਂ ਇਹ ਕਹਿਣੀ ਚਾਹਾਂਗਾ ਕਿ ਕਿਸੇ ਵੀ ਭਾਈਚਾਰੇ ਬਾਰੇ ਚੁਟਕਲੇ ਕੋਈ ਦੂਸਰਾ ਆ ਕੇ ਬਣਾ ਨਹੀਂ ਸਕਦਾ ਕਿਉਂਕਿ ਹਰ ਚੁਟਕਲੇ ਦਾ ਸੰਬੰਧ ਤੁਹਾਡੀ ਕਲਚਰਲ ਸਿਚੁਏਸ਼ਨ ਦੇ ਨਾਲ ਬਹੁਤ ਗਹਿਰੀ ਤਰ੍ਹਾਂ ਜੁੜਿਆ ਹੁੰਦਾ। ਜਿਹੜਾ ਬੰਦਾ ਤੁਹਾਡੇ ਕਲਚਰ ਨੂੰ ਨਹੀਂ ਸਮਝਦਾ ਉਹ ਤੁਹਾਡੇ ਬਾਰੇ ਚੁਟਕਲਾ ਪੈਦਾ ਨਹੀਂ ਕਰ ਸਕਦਾ। ਦੂਸਰੀ ਗੱਲ ਮੈਂ ਇਹ ਕਹਿਣੀ ਚਾਹਾਂਗਾ ਕਿ ਅਸੀਂ ਇਸ ਗੱਲ ਤੇ ਤਾਂ ਗਿਲਾ ਕਰ ਲਿਆ ਕਿ ਸਿੱਖਾਂ ਦੇ ਖਿਲਾਫ ਚੁਟਕਲੇ ਕਿਉਂ ਬਣਦੇ ਨੇ, ਪਰ ਜਦੋਂ ਸਿੱਖ ਭਾਈਚਾਰੇ ਦੇ ਲੋਕ ਖਾਸ ਕਰਕੇ ਜੱਟ ਭਾਈਚਾਰੇ ਦੇ ਲੋਕ ਭਾਪਿਆਂ ਬਾਰੇ ਚੁਟਕਲੇ ਬਣਾਉਂਦੇ ਨੇ, ਉਹ ਵੀ ਸਿੱਖੀ ਕਮਿਊਨਿਟੀ ਦਾ ਇੱਕ ਹਿੱਸਾ ਵਾ, ਉਹਨਾਂ ਚੁਟਕਲਿਆਂ ਬਾਰੇ ਅਸੀਂ ਕੀ ਕਰਾਂਗੇ? ਜਾਂ ਪੰਜਾਬ ਦੀ ਸਿਚੁਏਸ਼ਨ ਦੇ ਵਿੱਚ ਈਵਨ ਗਿੱਧੇ ਦੇ ਵਿੱਚ ਬੋਲੀ ਪੈ ਜਾਂਦੀ ਹੈ ਜਿਹਦਾ ਮੈਂ ਸਾਰੰਸ਼ ਇਹ ਦੱਸ ਦਿੰਦਾ ਕਿ ਜੱਟ ਤੇ ਬ੍ਰਾਹਮਣ ਲੜ ਪਏ ਤੇ ਬ੍ਰਾਹਮਣ ਨੇ ਜੱਟ ਨੂੰ ਢਾ ਲਿਆ ਤੇ ਜੱਟ ਥੱਲੇ ਪਿਆ ਵੀ ਇਹ ਕਹੀ ਜਾਂਦਾ ਕਿ ਮੈਨੂੰ ਉੱਠ ਲੈਣ ਦੇ। ਏਦਾਂ ਦੀਆਂ ਬੋਲੀਆਂ ਗਿੱਧੇ ਦੇ ਵਿੱਚ ਪੈ ਜਾਂਦੀਆਂ। ਉਦੋਂ ਅਸੀਂ ਉਹਨਾਂ ਚੀਜ਼ਾਂ ਬਾਰੇ ਕੀ ਕਵਾਂਗੇ? ਜੱਟਾਂ ਤੇ ਬ੍ਰਾਹਮਣਾਂ ਨਾਲ ਜੋੜ ਕੇ ਬਹੁਤ ਸਾਰੇ ਚੁਟਕਲੇ ਨੇ ਜਿਨ੍ਹਾਂ ਦੇ ਵਿੱਚ ਬ੍ਰਾਹਮਣ ਭਾਈਚਾਰੇ ਨੂੰ ਕਾਫੀ ਨੀਵਾਂ ਦਿਖਾਇਆ ਜਾਂਦਾ। ਮੈਂ ਸਮਝਦਾ ਇਹ ਅਸਲ ਦੇ ਵਿੱਚ ਸਾਡੀ ਇੱਕ ਕਲਚਰਲ ਸਿਚੁਏਸ਼ਨ ਚੋਂ ਪੈਦਾ ਹੋਣ ਵਾਲੇ ਚੁਟਕਲੇ ਨੇ, ਇਹਨੂੰ ਦੂਸਰਾ ਆ ਕੇ ਕਦੇ ਵੀ ਪੈਦਾ ਨਹੀਂ ਕਰ ਸਕਦਾ। ਔਰ ਆਮ ਤੌਰ ਦੇ ਉੱਤੇ ਜਿਹੜੇ ਚੁਟਕਲੇ ਬਣਾਏ ਜਾਂਦੇ ਨੇ ਉਹ ਤੁਹਾਡੀ ਕਿਸੇ ਨਾ ਕਿਸੇ ਕਮਜ਼ੋਰੀ ਵੱਲ ਨੂੰ ਸੰਕੇਤ ਕਰਦੇ ਹੁੰਦੇ ਨੇ। ਕੁਝ ਚੁਟਕਲੇ ਡੈਰੋਗੇਟਰੀ ਵੀ ਹੁੰਦੇ ਨੇ। ਡੈਰੋਗੇਟਰੀ ਚੁਟਕਲਿਆਂ ਨੂੰ ਹੋਰ ਤਰੀਕੇ ਦੇ ਨਾਲ ਡੀਲ ਕੀਤਾ ਜਾਣਾ ਚਾਹੀਦਾ। ਜਿਹੜੇ ਚੁਟਕਲਿਆਂ ਦੇ ਵਿੱਚ ਤੁਹਾਡੀਆਂ ਕਮਜ਼ੋਰੀਆਂ ਦੇ ਉੱਤੇ ਉਂਗਲ ਧਰੀ ਗਈ ਆ ਉਹਨਾਂ ਬਾਰੇ ਸਾਨੂੰ ਹੋਰ ਤਰੀਕੇ ਦੇ ਨਾਲ ਡੀਲ ਕਰਨਾ ਚਾਹੀਦਾ। ਜੇ ਭਾਈਆਂ ਪੰਡਤਾਂ ਦੇ ਖਿਲਾਫ ਚੁਟਕਲੇ ਬਣਦੇ ਨੇ ਕਿ ਉਹ ਕਿਵੇਂ ਗੁਰਦੁਆਰਾ ਸਾਹਿਬ ਦੇ ਅੰਦਰ ਜਾਂ ਹੋਰ ਕਿਤੇ ਡੀਲ ਕਰਦੇ ਨੇ ਜਾਂ ਸਮਾਜ ਦੇ ਅੰਦਰ ਉਹਨਾਂ ਦੀ ਕੀ ਪੋਜੀਸ਼ਨ ਹੈ ਤੇ ਉਹਨੂੰ ਅਸੀਂ ਹੋਰ ਤਰੀਕੇ ਦੇ ਨਾਲ ਲਈਏ।
ਪਰ ਅਸੀਂ ਵੀਡੀਓ ਤਾਂ ਜਾਰੀ ਕਰ ਸਕਦੇ ਹਾਂ ਕਿ ਗੁਰੂ ਸਾਹਿਬ ਦੀ ਹਜ਼ੂਰੀ ਦੇ ਵਿੱਚ ਬੈਠੇ ਪਾਠੀ ਨੇ ਅਸ਼ਲੀਲ ਵੀਡੀਓ ਦੇਖੀ, ਪਾਠੀ ਨੇ ਆਹ ਕੀਤਾ, ਪਾਠੀ ਨੇ ਮੀਟ ਖਾ ਲਿਆ। ਪਰ ਜੇ ਕਿਸੇ ਫਿਲਮ ਦੇ ਵਿੱਚ ਇਹੀ ਗੱਲ ਆ ਜਾਏ ਕਿ ਗ੍ਰੰਥੀ ਨੇ ਬਲਾਤਕਾਰ ਕੀਤਾ ਤਾਂ ਸਾਨੂੰ ਇੰਜ ਲੱਗਦਾ ਕਿ ਇਤਰਾਜ਼ਯੋਗ ਗੱਲ ਹੋਗੀ। ਹਾਲਾਂਕਿ ਅਸੀਂ ਉਸ ਕਿਸਮ ਦੇ ਵੀਡੀਓ ਆਪ ਜਾਰੀ ਕਰ ਦਿੰਦੇ ਹਾਂ ਜਿਨ੍ਹਾਂ ਦੇ ਵਿੱਚ ਸਿੱਧੇ ਤੌਰ ਦੇ ਉੱਤੇ ਇੱਕ ਗ੍ਰੰਥੀ ਇਨਵੋਲਵ ਹੁੰਦਾ, ਉਹਦੀ ਅਸੀਂ ਪੜਤਾਲ ਵੀ ਨਹੀਂ ਕੀਤੀ ਹੁੰਦੀ। ਫਿਲਮ 'ਚ ਤਾਂ ਫਿਰ ਵੀ ਕਾਲਪਨਿਕ ਪਾਤਰ ਹੁੰਦੇ ਨੇ। ਇਸ ਤਰੀਕੇ ਨਾਲ ਮੈਂ ਨਹੀਂ ਸਮਝਦਾ ਕਿ ਚੁਟਕਲੇ ਕੋਈ ਬਾਹਰੋਂ ਆ ਕੇ ਤੁਹਾਡੇ ਬਾਰੇ ਕ੍ਰੀਏਟ ਕਰ ਸਕਦਾ। ਡੈਰੋਗੇਟਰੀ ਚੁਟਕਲਿਆਂ ਦੇ ਮੈਂ ਵੈਸੇ ਵੀ ਖਿਲਾਫ ਹਾਂ, ਉਹ ਕਿਸੇ ਦੇ ਵੀ ਖਿਲਾਫ ਹੋਣ, ਚਾਹੇ ਉਹ ਪਰਸਨਲੀ ਖਿਲਾਫ ਹੋਣ ਤੇ ਚਾਹੇ ਉਹ ਕਿਸੇ ਦੀ ਜਿਹੜੀ ਉਹ ਭਾਈਚਾਰੇ ਦੇ ਤੌਰ ਤੇ ਖਿਲਾਫ ਹੋਣ। ਹੁਣ ਆਖਰ ਦੇ ਵਿੱਚ ਜਿਹੜੀ ਗੱਲ ਚੱਲ ਰਹੀ ਸੀ, ਮੈਂ ਜਾਂਦਾ ਜਾਂਦਾ ਉਹਦੇ ਤੇ ਵੀ ਜ਼ਰੂਰ ਟਿੱਪਣੀ ਕਰਾਂਗਾ, ਬਹਿਬਲ ਕਲਾਂ ਵਾਲੇ ਮਾਮਲੇ ਤੇ। ਬਹਿਬਲ ਕਲਾਂ ਦੇ ਵਿੱਚ ਜਿਹੜਾ ਮਾਮਲਾ ਵਾਪਰਿਆ ਉਹਦਾ ਸਿੱਧਾ ਸੰਬੰਧ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਦੀਆਂ ਘਟਨਾਵਾਂ ਨਾਲ ਜੁੜਿਆ ਹੋਇਆ ਸੀ। ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਪੰਜਾਬ ਦੇ DNA 'ਚ ਕਿਵੇਂ ਆਈ, ਇਹ ਆਪਣੇ ਆਪ ਦੇ ਵਿੱਚ ਇੱਕ ਸਵਾਲ ਹੈ। ਮੈਂ ਇਹ ਸਵਾਲ ਪਹਿਲਾਂ ਵੀ ਉਠਾ ਚੁੱਕਾ ਔਰ ਮੈਨੂੰ ਹੈਰਾਨੀ ਹੁੰਦੀ ਹੈ ਕਿ ਪੰਜਾਬ ਦੇ ਵਿੱਚ ਜਿੱਥੇ ਗੁਰੂ ਗ੍ਰੰਥ ਸਾਹਿਬ ਦਾ ਸਤਿਕਾਰ ਨੌਨ ਸਿੱਖ ਵੀ ਕਰਦੇ ਨੇ, ਉੱਥੇ ਪੰਜਾਬ ਦੇ DNA 'ਚ ਬੇਅਦਬੀ ਦੀਆਂ ਘਟਨਾਵਾਂ ਕਰਨ ਵਾਲੇ ਕਿਵੇਂ ਪੈਦਾ ਹੋ ਗਏ? ਜੇ ਹੋ ਗਏ ਤੇ ਉਹ ਕੌਣ ਨੇ? ਉਹਦੇ ਪਿੱਛੇ ਸਾਜ਼ਿਸ਼ ਕੀ ਹੈ? ਇਹਦੀ ਜ਼ਰੂਰ ਪੜਤਾਲ ਹੋਣੀ ਚਾਹੀਦੀ ਹੈ। ਸਰਕਾਰ ਨੇ ਪੰਜਾਬ ਦੀ ਨੇ ਪੜਤਾਲ ਨਹੀਂ ਕੀਤੀ, ਇਹਦੇ ਬਾਰੇ ਸ਼ੰਕਾ ਹੋ ਸਕਦਾ। ਮੈਂ ਡਿਮਾਂਡ ਕਰ ਸਕਦਾ ਕਿ ਇਹਦੀ CBI ਜਾਂਚ ਕਰੇ। ਪਰ ਜੇ ਬਹਿਬਲ ਕਲਾਂ ਦੇ ਵਿੱਚ ਗੋਲੀ ਚੱਲ ਜਾਵੇ ਤੇ ਅਣਪਛਾਤੇ ਪੁਲਿਸ ਵਾਲੇ ਕਹਿ ਕੇ ਕੇਸ ਦਰਜ ਕਰ ਦਿੱਤਾ ਜਾਵੇ, ਮੈਨੂੰ ਨਹੀਂ ਲੱਗਦਾ ਇਹਦੇ ਖਿਲਾਫ ਕੋਈ CBI ਦੀ ਪੜਤਾਲ ਦੀ ਜ਼ਰੂਰਤ ਹੈ। ਕਿਉਂਕਿ ਪੁਲਿਸ ਤੰਤਰ ਦੇ ਵਿੱਚ ਜ਼ਿੰਮੇਵਾਰ ਉਹ ਸਿਪਾਹੀ ਨਹੀਂ ਹੁੰਦਾ ਜਿਹਦੀ ਬੰਦੂਕ ਦੇ ਨਿਕਲ ਕੇ ਜਾਂਦੀ ਹੈ। ਜ਼ਿੰਮੇਵਾਰ ਉਹ ਪੂਰਾ ਤੰਤਰ ਹੁੰਦਾ ਵਾ ਜਿਹਦੇ ਤਹਿਤ ਗੋਲੀ ਚਲਾਓ ਦਾ ਹੁਕਮ ਦਿੱਤਾ ਜਾਂਦਾ। ਜਦੋਂ ਇੱਕ ਸਿਪਾਹੀ ਨੂੰ ਗੋਲੀ ਚਲਾਉਣ ਦਾ ਹੁਕਮ ਦਿੱਤਾ ਗਿਆ, ਉਹਨੇ ਇੱਕ ਗੋਲੀ ਮਾਰ ਦਿੱਤੀ। ਉਦੋਂ ਉਸ ਤੰਤਰ ਦੇ ਉੱਤੇ ਜਿਹੜਾ ਬੈਠਾ ਹੋਇਆ, ਚਾਹੇ ਉਹ DSP ਹੋਵੇ, ਚਾਹੇ ਉਹ SSP ਹੋਵੇ, ਤੇ ਜੇ SSP ਨੇ ਗ੍ਰਹਿ ਮੰਤਰਾਲੇ ਤੋਂ ਆਗਿਆ ਲਈ ਆ ਤਾਂ ਰਾਜ ਦਾ ਗ੍ਰਹਿ ਮੰਤਰੀ ਹੋਵੇ, ਉਸ ਤੰਤਰ ਦੇ ਉੱਤੇ ਸਵਾਲ ਪੈਦਾ ਹੁੰਦਾ। ਔਰ ਮੈਨੂੰ ਨਹੀਂ ਲੱਗਦਾ ਉਹਦੇ ਲਈ ਕਿਸੇ ਪੜਤਾਲ ਦੀ ਜ਼ਰੂਰਤ ਹੈ। ਔਰ ਪੁਲਿਸ ਵੀ ਕਦੇ ਅਣਪਛਾਤੇ ਤੌਰ ਦੇ ਉੱਤੇ ਕਿਸੇ ਦੇ ਉੱਤੇ ਗੋਲੀ ਚਲਾ ਸਕਦੀ ਹੈ, ਬਿਨਾਂ ਹੁਕਮ ਤੋਂ ਗੋਲੀ ਚਲਾ ਸਕਦੀ ਹੈ। ਇਹਦੀ ਕਿਹੜੀ CBI ਨੂੰ ਪੜਤਾਲ ਕਰਨ ਦੀ ਜ਼ਰੂਰਤ ਹੈ? ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਕਿਹਨੇ ਕੀਤੀ, ਕਿਉਂ ਕੀਤੀ, ਸਾਜ਼ਿਸ਼ ਕੀ ਆ, ਇਹਦੀ ਪੜਤਾਲ ਸ਼ਾਇਦ CBI ਨੂੰ ਕਰਨ ਦੀ ਲੋੜ ਹੈ। ਪਰ ਗੋਲੀ ਚਲਾਉਣ ਲਈ ਕੌਣ ਜ਼ਿੰਮੇਵਾਰ ਹੈ, ਇਹਦੀ ਪੜਤਾਲ ਤਾਂ ਮੈਨੂੰ ਨਹੀਂ ਲੱਗਦਾ ਕਿਸੇ ਤੋਂ ਵੀ ਕਰਨ ਦੀ ਜ਼ਰੂਰਤ ਹੈ। ਇਹ ਤੇ ਸਾਡੇ ਤੰਤਰ 'ਚ ਬਹੁਤ ਕਲੀਅਰ ਹੈ ਕਿ ਗੋਲੀ ਚਲਾਉਣ ਦਾ ਹੁਕਮ ਕੌਣ ਦੇ ਸਕਦਾ ਤੇ ਕਿੰਨਾ ਸਿਚੁਏਸ਼ਨ ਦੇ ਵਿੱਚ ਦੇ ਸਕਦਾ। ਪੜਤਾਲ ਸਿਰਫ ਇਹ ਹੋ ਸਕਦੀ ਹੈ ਕਿ ਜਦੋਂ ਗੋਲੀ ਚਲਾਉਣ ਦਾ ਹੁਕਮ ਕਿਸੇ ਪੁਲਿਸ ਅਫਸਰ ਨੇ, ਸੀਨੀਅਰ ਅਫਸਰ ਨੇ ਦਿੱਤਾ, ਕੀ ਉਦੋਂ ਗੋਲੀ ਚਲਾਉਣਾ ਜਸਟੀਫਾਈਡ ਸੀ ਕਿ ਨਹੀਂ? ਅਦਰਵਾਈਜ਼ ਤੁਸੀਂ ਕੌਣ ਗੋਲੀ ਚਲਾ ਗਿਆ ਇਹਦੀ ਕੋਈ ਪੜਤਾਲ ਨਹੀਂ ਹੋਣੀ ਚਾਹੀਦੀ। ਅਣਪਛਾਤੇ ਪੁਲਿਸ ਵਾਲੇ ਦਾ ਕੋਈ ਮਤਲਬ ਨਹੀਂ ਹੁੰਦਾ। ਪਰ ਸਾਡੇ ਪ੍ਰਕਾਸ਼ ਸਿੰਘ ਬਾਦਲ ਬਹੁਤ ਮਹਾਨ ਮੁੱਖ ਮੰਤਰੀ ਨੇ, ਸੁਖਬੀਰ ਸਿੰਘ ਬਾਦਲ ਜਿਹੜੇ ਗ੍ਰਹਿ ਮੰਤਰਾਲਾ ਵੀ ਦੇਖਦੇ ਉਹਨਾਂ ਤੋਂ ਵੀ ਮਹਾਨ ਨੇ। ਇਸ ਕਰਕੇ ਇਸ ਰਾਜ ਦੇ ਵਿੱਚ ਅਣਪਛਾਤੇ ਪੁਲਿਸ ਵਾਲਿਆਂ ਤੇ ਵੀ ਕੇਸ ਦਰਜ ਹੋ ਸਕਦਾ। ਤੇ ਇਹ ਸਾਡਾ ਲੋਕਤੰਤਰ ਆ, ਇਹ ਸਾਡੀ ਜਮਹੂਰੀਅਤ ਹੈ ਤੇ ਇਹ ਸਾਡਾ ਪੁਲਿਸ ਤੰਤਰ ਆ। ਇਹਦੇ ਤੇ ਸਵਾਲ ਜ਼ਰੂਰ ਉੱਠਣੇ ਚਾਹੀਦੇ। ਔਰ ਰੇਸ਼ਮ ਸਿੰਘ ਨੇ ਜਦੋਂ ਨਾਂ ਲੈ ਕੇ ਆਪਣੀ ਕਾਰਵਾਈ ਦੀ ਮੰਗ ਕੀਤੀ ਹੈ ਤੇ ਮੈਂ ਸਮਝਦਾ ਉਹਨਾਂ ਦਾ ਇਹ ਕਦਮ ਬਹੁਤ ਸਵਾਗਤਯੋਗ ਆ। ਉਹਨਾਂ ਨੇ ਜੇ ਇਸ ਗੱਲ ਨੂੰ ਲੇਟ ਕੀਤਾ ਵਾ, ਪਹਿਲਾਂ ਕਿਉਂ ਨਹੀਂ ਕੀਤਾ, ਇਹਦੇ ਤੇ ਸਵਾਲ ਉਠਾਏ ਜਾਣ ਦੀ ਜ਼ਰੂਰਤ ਨਹੀਂ। ਸਿਆਸੀ ਪਾਰਟੀਆਂ ਆਪਣੇ ਤਰੀਕੇ ਵਰਤਦੀਆਂ ਨੇ, ਪਰ ਮੈਨੂੰ ਨਹੀਂ ਲੱਗਦਾ ਇਹ ਕੋਈ ਸਿਆਸੀ ਮਾਮਲਾ ਹੈ। ਔਰ ਬਹੁਤ ਕਲੀਅਰ ਮਾਮਲਾ ਵਾ ਕਿ ਗੋਲੀ ਜਦੋਂ ਚਲਾਈ ਗਈ, ਕੀ ਉਦੋਂ ਚਲਾਈ ਜਾਣੀ ਚਾਹੀਦੀ ਸੀ ਕਿ ਨਹੀਂ, ਔਰ ਜੇ ਗਲਤ ਚਲਾਈ ਗਈ ਹੈ ਤੇ ਦੋਸ਼ੀਆਂ ਨੂੰ ਜ਼ਰੂਰ ਸਜ਼ਾਵਾਂ ਹੋਣੀਆਂ ਚਾਹੀਦੀਆਂ ਨੇ। ਸਮਾਂ ਇਜਾਜ਼ਤ ਨਹੀਂ ਦਿੰਦਾ ਕਿ ਅਸੀਂ ਇਸ ਗੱਲਬਾਤ ਨੂੰ ਜਾਰੀ ਰੱਖੀਏ। ਇੱਥੇ ਅਸੀਂ ਲੈਣੇ ਇੱਕ ਛੋਟੀ ਜਿਹੀ ਬ੍ਰੇਕ ਤੋਂ ਬਾਅਦ ਫਿਰ ਹਾਜ਼ਰ ਹੁੰਦੇ ਹਾਂ।